ਸਾਂਚੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਬਹੁਤ ਪਿਆਰ ਦੇ ਨਾਲ ਜੈ ਗੁਰਦੇਵ ਤੇ ਗੁੱਡ ਈਵਨਿੰਗ ਜੀ। ਅਸੀਂ ਪ੍ਰੋਗਰਾਮ ਲੈ ਕੇ ਆ ਪਹੁੰਚੇ। ਹੋ ਸਕਦਾ ਤੁਸੀਂ ਵੀ ਸਾਰੇ ਭੈਣ ਭਰਾ ਰੈਡੀ ਬੈਠੇ ਹੋਵੋਗੇ ਆਪਣੇ ਘਰਾਂ ਦੇ ਵਿੱਚ। ਤੇ ਆਪਾਂ ਅੱਜ ਪ੍ਰੋਗਰਾਮ ਆਉਂਦੇ ਹੁੰਦੇ ਆਪਾਂ ਮੰਡੇ ਨੂੰ ਲੈ ਕੇ ਮਹਿਕ ਪੰਜਾਬ ਜੀ ਦੇ ਵਿੱਚ, ਪਰ ਅੱਜ ਅਸੀਂ ਦੁਬਾਰਾ ਫੇਰ ਆਏ ਆ ਪ੍ਰੋਗਰਾਮ ਲੈ ਕੇ। ਤਾਂ ਆਪਾਂ ਗੱਲਬਾਤ ਕਰਦੇ ਹਾਂ ਕਰੋਨਾ ਬਾਰੇ। ਤਾਂ ਆਪਾਂ ਫਿਰ ਤੁਹਾਨੂੰ ਦੱਸਦੇ ਸਾਰੀ ਗੱਲਬਾਤ। ਤਾਂ ਤੁਸੀਂ ਵੀ ਜਿਹੜੇ ਭੈਣ ਭਰਾ ਘਰਾਂ ਦੇ ਵਿੱਚ ਦੇਖ ਰਹੇ ਆ ਬੈਠੇ, ਤੇ ਉਹ ਸਾਰੇ ਸੁਣ ਲਓ। ਜਿਹੜੇ ਭੈਣ ਭਰਾ ਜਿੱਦਾਂ ਪੰਜਾਬੀ 'ਚ ਸੁਣਨਾ ਚਾਹੁੰਦੇ ਆ, ਜਿਨ੍ਹਾਂ ਨੇ ਨਹੀਂ ਨਿਊਜ਼ ਦੇਖੀ ਹੁੰਦੀ, ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਆਪਣੀਆਂ ਸਿਹਤਾਂ ਦਾ ਖਿਆਲ ਰੱਖੋ, ਆਪਣੇ ਘਰਾਂ ਦੇ ਵਿੱਚ ਰਹੋ, ਤਾਂ ਸਾਰਿਆਂ ਦਾ ਖਿਆਲ ਰੱਖੋ। ਤਾਂ ਆਪਾਂ ਅੱਗੇ ਦੱਸਦੇ ਤੁਹਾਨੂੰ। ਤਾਂ ਤੁਸੀਂ ਬੁਲਾ ਲਓ ਜੀ ਪਹਿਲਾਂ। ਜੈ ਗੁਰਦੇਵ ਜੀ। ਸਾਰੇ ਦੋਸਤਾਂ ਨੂੰ, ਭੈਣ ਭਰਾਵਾਂ ਨੂੰ ਜੈ ਗੁਰਦੇਵ ਜੀ, ਸਤਿ ਸ੍ਰੀ ਅਕਾਲ ਜੀ ਤੇ ਵੈਰੀ ਗੁੱਡ ਈਵਨਿੰਗ ਜੀ। ਜੀ ਅੱਜ 23 ਤਰੀਕ 9ਵਾਂ ਮਹੀਨਾ 2020 ਦਿਨ ਬੁੱਧਵਾਰ ਸ਼ਾਮ ਦੇ 6 ਵਜ ਗਏ ਹੈਗੇ ਆ ਯੂਕੇ ਦੇ। ਸੋ ਅੱਜ ਅਸੀਂ ਦੁਬਾਰਾ ਮੰਡੇ ਤੋਂ ਬਾਅਦ ਇਹ ਮਿਡ ਵੀਕ ਦੇ ਵਿੱਚ ਤੁਹਾਡੇ ਲਈ ਹਾਜ਼ਰ ਹੋਏ ਹੈਗੇ ਆ। ਵੈਸੇ ਸਾਡਾ ਪ੍ਰੋਗਰਾਮ ਜਿਹੜਾ ਹਰ ਸੋਮਵਾਰ 6 ਵਜੇ ਹੁੰਦਾ ਆ, ਪਰ ਕਿਉਂਕਿ ਕਦੀ ਕਦੀ ਸਾਨੂੰ ਵੱਧ ਪ੍ਰੋਗਰਾਮ ਵੀ ਕਰਨੇ ਪੈ ਜਾਂਦੇ ਆ। ਜਦੋਂ ਸਾਡੇ ਕੋਲ ਸਮਾਂ ਹੁੰਦਾ ਤਾਂ ਵੀ ਕਰ ਲਈਦੇ, ਜੇ ਕੋਈ ਪ੍ਰੋਬਲਮ ਹੋਵੇ ਤਾਂ ਵੀ ਕਰ ਲਈਦੇ ਆ ਜੀ। ਅਤੇ ਖਾਸ ਕਰਕੇ ਜਦੋਂ ਕੋਈ ਦੁੱਖ ਦੀ ਘੜੀ ਬਣਦੀ ਉਦੋਂ ਤਾਂ ਜ਼ਰੂਰ ਅਸੀਂ ਚਾਹੁੰਦੇ ਹਾਂ ਵੀ ਹਿੱਸਾ ਪਾਈਏ ਅਤੇ ਤੁਹਾਡੇ ਨਾਲ ਗੱਲਬਾਤ ਸ਼ੇਅਰ ਕਰੀਏ ਔਰ ਤੁਹਾਨੂੰ ਆਗਾਹ ਕਰੀਏ, ਚੇਤੰਨ ਕਰੀਏ ਵੀ ਇਹ ਜਿਹੜੀ ਆ ਜੋ ਸਾਡੇ ਪਿੱਛੇ ਲੋਗੋ ਲੱਗਾ ਹੈਗਾ, ਜੋ ਸਕਰੀਨ ਤੁਸੀਂ ਦੇਖ ਰਹੇ ਹੈਗੇ ਆ ਜੀ, ਇਹਦੇ ਵਿੱਚ ਜੋ ਕਰੋਨਾ ਦੀ ਜਿਹੜੀ ਮਹਾਮਾਰੀ ਚੱਲੀ ਹੈਗੀ ਸਾਰੀ ਦੁਨੀਆ ਦੇ ਉੱਤੇ, ਭਾਵੇਂ ਅਸੀਂ ਪ੍ਰੋਗਰਾਮ ਕਰਨੇ ਨਹੀਂ ਚਾਹੁੰਦੇ ਸੀ, ਪਰ ਕਿਉਂਕਿ ਤਕਲੀਫ ਇੱਦਾਂ ਦੀ ਵੱਧ ਜਾਂਦੀ ਹੈ ਵੀ ਸਾਨੂੰ ਸਾਡਾ ਮਨ ਕਰਦਾ ਵੀ ਜਿਹੜੀ ਗੱਲਬਾਤ ਤਕਲੀਫ ਦੇ ਸਕਦੀ ਹੈ ਸਾਨੂੰ, ਉਹਨੂੰ ਘੱਟ ਕਰਨ ਲਈ ਜੇ ਅਸੀਂ ਤੁਹਾਡੇ ਨਾਲ ਕੋਈ ਵਿਚਾਰਾਂ ਦੀ ਸਾਂਝ ਪਾ ਸਕੇ ਜਾਂ ਤੁਸੀਂ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾ ਸਕੋ ਤਾਂ ਚੰਗੀ ਗੱਲ ਹੁੰਦੀ ਹੈ ਵੀ ਆਪਾਂ ਇੱਕ ਦੂਜੇ ਨਾਲ ਰਲ ਕੇ ਇਸ ਚੀਜ਼ ਨੂੰ ਕਿਸੇ ਤਰ੍ਹਾਂ ਠੱਲ ਪਾ ਸਕੀਏ ਜੀ। ਅਸੀਂ ਸੋਮਵਾਰ ਨੂੰ ਇਹ ਗੱਲਾਂ ਬਾਤਾਂ ਕੀਤੀਆਂ ਸੀ ਮਹਿਕ ਪੰਜਾਬ ਦੀ ਪ੍ਰੋਗਰਾਮ ਦੇ ਵਿੱਚ 6 ਵਜੇ ਜੀ। ਅਤੇ ਅੱਜ ਦਾ ਪ੍ਰੋਗਰਾਮ ਦਾ ਨਾਂ ਤਾਂ ਸ਼ਾਇਦ ਕੋਈ ਹੋਰ ਹੋਵੇ, ਪਰ ਕਿਉਂਕਿ ਅਸੀਂ ਅਚਨਚੇਤ ਪਹੁੰਚੇ ਹੈਗੇ ਇੱਥੇ, ਇਹ ਤਾਂ ਸਾਨੂੰ ਪਤਾ ਸੀ ਕਿ ਅਸੀਂ 6 ਵਜੇ ਪ੍ਰੋਗਰਾਮ ਕਰ ਦੇਣਾ ਅੱਜ ਬੁੱਧਵਾਰ ਨੂੰ, ਪਰ ਫਿਰ ਵੀ ਸਾਡਾ ਪ੍ਰੋਗਰਾਮ ਦਾ ਇਹ ਜਿਹੜਾ ਹੁੰਦਾ ਨਹੀਂ ਅੱਜ ਦੇ ਦਿਨ ਜੀ। ਸੋ ਸਾਡਾ ਟੈਲੀਫੋਨ ਨੰਬਰ ਜਿਹੜਾ 0121502430 ਇਹਦੇ ਉੱਤੇ ਤੁਸੀਂ ਕਾਲ ਕਰਕੇ ਆਪਣੇ ਸੁਝਾਅ ਵੀ ਦੇਣੇ। ਪਿਛਲੀ ਵਾਰੀ ਬਹੁਤ ਸਾਰੇ ਕਾਲਰਾਂ ਨੇ, ਡਾਕਟਰ ਸਾਹਿਬ ਆਏ ਸੀਗੇ, ਦੂਜੇ ਡਾਕਟਰ ਇਜਾਜ਼ ਸਾਹਿਬ ਆਏ ਸੀ ਬਰਮਿੰਘਮ ਤੋਂ, ਉਹਨਾਂ ਨੇ ਵੀ ਆਪਣੀਆਂ ਗੱਲਾਂ ਬਾਤਾਂ ਦੱਸੀਆਂ ਸੀ ਕਿਉਂਕਿ ਰਿਟਾਇਰਡ GP ਹੈਗੇ ਆ। ਔਰ ਸਾਡੇ ਹਰਬੰਸ ਮਿੱਢਾ ਸਾਹਿਬ ਆਏ ਸੀਗੇ ਜਿਹੜੇ ਬੜੀ ਵਧੀਆ ਗੱਲਬਾਤ ਕਰਕੇ ਗਏ ਸੀਗੇ ਸਾਡੇ ਨਾਲ ਜੀ। ਸੋ ਗੱਲਬਾਤ ਇਹ ਹੈ ਕਿ ਉਸ ਦਿਨ ਅਸੀਂ ਗੱਲਾਂ ਬਾਤਾਂ ਕੀਤੀਆਂ ਸੀ ਕਿ ਜਿਹੜਾ ਲੋਕਡਾਊਨ ਹੋਣਾ ਸੀਗਾ ਅਜੇ ਸਾਡੇ ਆਲੇ ਦੁਆਲੇ ਵੁਲਵਰਹੈਂਪਟਨ ਦੇ ਏਰੀਏ ਜਾਂ ਹੋਰ ਕਿੰਨੇ ਸਾਰੇ ਏਰੀਏ ਹੋਣਗੇ ਜੀ। ਕੱਲ੍ਹ ਫਿਰ ਕਲੀਅਰ ਹੋ ਗਿਆ ਅਤੇ ਕੱਲ੍ਹ ਅਸੀਂ ਤੁਹਾਨੂੰ ਦੱਸਿਆ ਸੀ ਟਿਊਜ਼ਡੇ ਸਵੇਰ ਨੂੰ ਉਹ ਮੀਟਿੰਗ ਕਰਨਗੇ, ਕੋਬਰਾ ਮੀਟਿੰਗ। ਉਹਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਉਹਨਾਂ ਨੇ ਸਾਹਮਣੇ ਆ ਕੇ ਦੱਸੀਆਂ ਹੈਗੀਆਂ, ਉਹਨਾਂ 'ਤੇ ਆਪਾਂ ਗੱਲਾਂ ਬਾਤਾਂ ਕਰਾਂਗੇ ਤਾਂ ਕਿ ਆਪਾਂ ਨੂੰ ਜਿਹੜੀ ਥੋੜ੍ਹੀ ਬਹੁਤੀ ਜਿਹੜੀ ਗੱਲਬਾਤ ਆ ਉਹ ਸਮਝ ਚੰਗੀ ਤਰ੍ਹਾਂ ਲੱਗ ਜਾਵੇ ਅਤੇ ਆਪਾਂ ਸਾਰੇ ਚੇਤੰਨ ਹੋਈਏ ਅਤੇ ਇਹਦੇ ਵਿੱਚ ਆਪਾਂ ਅੱਗੇ ਵੱਧ ਕੇ ਰੋਲ ਨਿਭਾਈਏ ਵੀ ਆਪਾਂ ਜੇ ਕਿਤੇ ਕਮੀਆਂ ਵੀ ਰਹਿ ਜਾਂਦੀਆਂ ਉੱਥੇ ਵੀ ਆਪਾਂ ਇੱਕ ਦੂਜੇ ਨੂੰ ਦੱਸਣ ਦੀ ਕੋਸ਼ਿਸ਼ ਕਰੀਏ ਵੀ ਇਹ ਜਿਹੜਾ ਗਲਤ ਹੋ ਰਿਹਾ ਸਾਰਾ ਕੁਛ ਹੈਗਾ ਆ ਜਾਂ ਬਿਮਾਰੀ ਵੱਧ ਫੈਲ ਰਹੀ ਹੈਗੀ ਆ, ਇਹਦੇ ਕਿੰਨੇ ਨੁਕਸਾਨ ਹੋਣਗੇ ਔਰ ਇਹ ਤੋਂ ਬਚਿਆ ਕਿਵੇਂ ਜਾ ਸਕਦਾ ਔਰ ਕੀ ਜਿਹੜੇ ਪ੍ਰੀਕਾਸ਼ਨ ਆ ਉਹ ਸਾਨੂੰ ਵਰਤ ਲੈਣੇ ਚਾਹੀਦੇ ਆ। ਸਾਡੇ ਕੋਲ ਜਿੰਨੀ ਕੁ ਸਮਝ ਹੈਗੀ ਹੈ, ਸੋਚ ਹੈਗੀ ਆ, ਉਹਦੇ ਮੁਤਾਬਕ ਅਸੀਂ ਗੱਲਾਂ ਬਾਤਾਂ ਕਰਾਂਗੇ। ਜੋ ਸਾਨੂੰ ਸਾਡੇ ਸਰਕਾਰਾਂ ਕਹਿੰਦੀਆਂ ਉਹਦੇ ਮੁਤਾਬਕ ਗੱਲਾਂ ਬਾਤਾਂ ਕਰਾਂਗੇ। ਔਰ ਤੁਹਾਡੇ ਕੋਲ ਜੇ ਕੋਈ ਗੱਲਾਂ ਬਾਤਾਂ ਹੋਣ ਜਾਂ ਤੁਹਾਡੇ ਏਰੀਏ ਵਿੱਚ ਕੋਈ ਇੱਦਾਂ ਦੀਆਂ ਗੱਲਾਂ ਬਾਤਾਂ ਫੈਲੀਆਂ ਹੋਣ ਜਾਂ ਤੁਸੀਂ ਕਿਸੇ ਇਸ ਬਿਮਾਰੀ ਨਾਲ ਪੀੜਿਤ ਹੋਵੋ ਤਾਂ ਵੀ ਤੁਸੀਂ ਗੱਲਬਾਤ ਕਰਕੇ ਆਪਣੀ ਇੱਥੇ ਸ਼ੇਅਰ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਵੀ ਕਿਸ ਤਰ੍ਹਾਂ ਦੀ ਮਦਦ ਮਿਲ ਸਕੇ। ਸੋ ਅੱਜ ਦਾ ਪ੍ਰੋਗਰਾਮ ਦੇ ਵਿੱਚ ਨਵੀਆਂ ਜਿਹੜੇ ਲੋਗੋ ਸਾਹਮਣੇ ਆਏ ਹੈਗੇ ਆ ਜੀ। ਤੁਸੀਂ ਦੇਖ ਸਕਦੇ ਸਾਡੇ ਪਿਛਲੇ ਪਾਸੇ ਜਿਹੜੀ ਸਕਰੀਨ ਲੱਗੀ ਉਹਦੇ ਉੱਤੇ ਲਿਖਿਆ ਹੈਗਾ ਵੀ ਹੈਂਡ ਵਾਸ਼ ਕਰਨੇ ਹੈਗੇ। ਪਹਿਲਾਂ ਆਪਣੇ ਹੋਰ ਲੋਗੋ ਹੁੰਦੇ ਸੀਗੇ, ਜਦੋਂ ਮਾਰਚ ਅਪ੍ਰੈਲ ਦੇ ਵਿੱਚ ਸ਼ੁਰੂ ਹੋਇਆ ਅਸੀਂ ਬਦਲਦੇ ਰਹੇ। ਹੁਣ ਨਵੀਆਂ ਗੱਲਾਂ ਚੱਲੀਆਂ ਹੈਗੀਆਂ ਵੀ ਤੁਸੀਂ ਜਿਹੜੇ ਹੱਥ ਜ਼ਰੂਰ ਸਾਫ਼ ਕਰਨੇ ਹੈਗੇ ਆ ਔਰ ਜਿਹੜਾ ਫੇਸ ਆ ਉਹਨੂੰ ਜ਼ਰੂਰ ਕਵਰ ਕਰਕੇ ਰੱਖਣਾ ਹੈਗਾ ਔਰ ਤੁਸੀਂ ਜਿਹੜੀ ਮੇਕ ਸਪੇਸ ਜਿਹੜੀ ਹੈਗੀ ਆ ਉਹ ਜ਼ਰੂਰ ਬਣਾਉਣੀ। ਸੋ ਹੈਂਡ ਵਾਸ਼, ਕਵਰ ਫੇਸ ਐਂਡ ਮੇਕ ਸਪੇਸ, ਇਹ ਤਿੰਨ ਜਿਹੜੇ ਇਕੱਠੇ ਕਰਕੇ ਇਹਨਾਂ ਦਾ ਇੱਕ ਲੋਗੋ ਬਣਿਆ ਹੈਗਾ। ਸੋ ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਚੇਤੰਨ ਹੋ ਕੇ ਕੰਮ ਕਰਨਾ ਹੈਗਾ ਆ ਤਾਂ ਕਿ ਜਿਹੜੀ ਇਹ ਬਿਮਾਰੀ ਆ ਇਹਦੇ ਤੋਂ ਆਪਾਂ ਬਚੀਏ ਔਰ ਇਹ ਸਾਡੇ ਨੇੜੇ ਤੇੜੇ ਨਾ ਆਵੇ ਅਤੇ ਦੂਜੇ ਵੀ ਸਾਡੇ ਭੈਣ ਭਰਾ ਇਸੇ ਤਰ੍ਹਾਂ ਬਚੇ ਰਹਿਣਗੇ, ਬਾਕੀਆਂ ਦਾ ਖਿਆਲ ਰੱਖੀਏ ਸਾਰਿਆਂ ਦਾ। ਹਾਂਜੀ। ਸੋ ਇਹ ਗੱਲਾਂ ਸਾਰੀਆਂ ਕਰਨ ਵਾਲੀਆਂ ਹੈਗੀਆਂ। ਅਤੇ ਦੂਜੀ ਗੱਲ ਇਹ ਹੈਗੀ ਆ ਵੀ ਜਿਹੜਾ ਬੋਰਿਸ ਸਾਹਿਬ ਨੇ ਕਿਹਾ ਹੈਗਾ ਕੋਬਰਾ ਮੀਟਿੰਗ ਦੇ ਵਿੱਚ ਕਰਕੇ
ਉਹਨਾਂ ਨੇ ਕਾਫੀ ਗੱਲਾਂ ਕੀਤੀਆਂ ਹੈਗੀਆਂ। ਕਿਤੇ ਕਿਤੇ ਕਨਫਿਊਜ਼ਨ ਵੀ ਹੋ ਸਕਦਾ ਹੈਗਾ, ਪਰ ਫਿਰ ਵੀ ਜੇ ਕਿਤੇ ਕਨਫਿਊਜ਼ਨ ਹੋਵੇ ਆਪਾਂ ਉਹਨੂੰ ਸਿੱਧਾ ਕਰ ਲੈਣਾ ਗੱਲ ਨੂੰ ਜੀ। ਤੇ ਜੇ ਭੈਣ ਭਰਾ ਨੂੰ ਲੱਗੇ ਲਵੇ ਇੱਥੇ ਇੱਦਾਂ ਗੱਲਬਾਤ ਹੈਗੀ ਆ ਤੇ ਉਹ ਵੀ ਕਰ ਲੈਣੀ ਹੈਗੀ ਆ। ਉਹਨਾਂ ਨੇ ਕਿਹਾ ਵੀ ਜਿਹੜੇ ਪੱਬ ਰੈਸਟੋਰੈਂਟ ਵਗੈਰਾ ਹੈਗੇ, ਹੋਟਲ ਵਗੈਰਾ ਹੈਗੇ ਆ, ਜਿੱਥੇ ਵੀ ਹੋਸਪਿਟੈਲਿਟੀ ਦਾ ਕੰਮ ਚੱਲਦਾ ਹੈਗਾ ਆ, ਤੁਹਾਡੀ ਆਓ ਭਗਤ ਦਾ ਕੰਮ ਚੱਲਦਾ ਹੈਗਾ, ਤੁਹਾਡੀ ਸੇਵਾ ਦਾ ਕੰਮ ਚੱਲਦਾ ਹੈਗਾ, ਉਹ ਜਿਹੜੇ ਆ ਕੱਲ੍ਹ ਤੋਂ ਜਿਵੇਂ ਕੱਲ੍ਹ ਥਰਸਡੇ ਹੋ ਜਾਣਾ ਆ ਜੀ ਬਈ ਉਹ 10 ਵਜੇ ਤੱਕ ਖੁੱਲ੍ਹੇ ਰਿਹਾ ਕਰੋਗੇ ਪੱਬ, ਖੁੱਲ੍ਹੇ ਰਹਿਣੇ, ਉਹ ਤੋਂ ਬਾਅਦ ਬੰਦ ਹੋ ਜਾ ਕਰੋਗੇ ਉਹ ਜੀ। ਫਿਰ ਜਿਨ ਵੀ ਕੋਈ ਔਡਰ ਵਗੈਰਾ ਕਰਨਾ, ਖਾਣਾ ਪੀਣਾ ਲੈਣਾ, ਉੱਥੋਂ ਜਾ ਕੇ ਉਹ ਪਹਿਲਾਂ ਘੰਟਾ 2 ਘੰਟੇ ਕਰ ਲਵੇ ਤਾਂ ਕਿ ਉਹਨੇ 10 ਵਜੇ ਡੋਰਾਂ ਬੰਦ ਕਰ ਦੇਣੀਆਂ ਹੁੰਦੀਆਂ। ਇਹ ਨਾ ਹੋਵੇ ਵੀ 10 ਵਜੇ ਆਪਾਂ ਜਾ ਕੇ ਔਡਰ ਕਰੀਏ ਤਾਂ ਉਹ ਤੁਹਾਡੇ ਲਈ ਕਰ। ਸੋ ਇੱਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਇਹ ਕਾਮਨ ਗੱਲਾਂ ਬਾਤਾਂ ਹੁੰਦੀਆਂ। ਜ਼ਿਆਦਾ ਤਾਂ ਸੋਚਣਾ ਚਾਹੀਦਾ, ਘਰਾਂ 'ਚ ਹੀ ਖਾਣਾ ਚਾਹੀਦਾ। ਮੈਨੂੰ ਤਾਂ ਲੱਗਦਾ ਵੀ ਆਪਣੇ ਘਰਾਂ ਦੇ ਵਿੱਚ ਜਿਹੜਾ ਤੁਸੀਂ ਸੇਫ ਆ, ਆਪਣੇ ਬੱਚਿਆਂ ਦਾ ਵੀ ਖਿਆਲ ਰੱਖ ਸਕਦੇ ਆ ਤੇ ਖਾਣੇ ਆਪ ਬਣਾ ਕੇ ਖਾ ਸਕਦੇ ਆ, ਆਪਣੇ ਸਿਆਣਿਆਂ ਲਈ ਖਾਣੇ ਬਣਾ ਕੇ ਤੁਸੀਂ ਦੇ ਸਕਦੇ ਆ, ਸਾਰਿਆਂ ਦੀ ਸਿਹਤ ਵਧੀਆ ਰਹੇ। ਤੇ ਜੇ ਆਪਾਂ ਖਾਣੇ ਖੂਣੇ ਖਾਣ ਬਾਹਰ ਜਾਈ ਜਾਣਾ ਤਾਂ ਫਿਰ ਥੋੜ੍ਹਾ ਜਿਹਾ ਡਰ ਵੀ ਹੈਗਾ ਆ। ਇਹਦੇ ਇੱਦਾਂ ਗੱਲਾਂ ਹੁੰਦੀਆਂ ਵੀ ਜੇ ਲੇਟ ਤੱਕ ਖੋਲਦੇ ਨਾ ਪਬਲਿਕ ਵੱਧ ਜਾਂਦੀ ਬਾਹਰ ਤੇ ਜ਼ਿਆਦਾ ਚਿਰ ਲਈ ਆਪਾਂ ਬੈਠੇ ਰਹਿੰਦੇ ਟੇਬਲਾਂ ਦੇ ਉੱਤੇ ਜਿੱਦਾਂ ਹੁਣ ਪੀ ਕੇ ਫਿਰ ਗੱਲਾਂ ਬਾਤਾਂ ਕਰੀ ਇੱਦਾਂ ਬਿਮਾਰੀਆਂ ਫਿਰ ਜਿੰਨਾ ਘਟਾਉਣ ਦੀ ਇਹਨਾਂ ਦੀ ਕੋਸ਼ਿਸ਼ ਹੈਗੀ ਆ ਵੀ ਘੱਟ ਤੋਂ ਘੱਟ ਉਹ ਫੈਲੇ ਤੇ ਜਿਹੜਾ ਉਹ ਇਨਫੈਕਸ਼ਨ ਰੇਟ ਉਹ ਥੱਲੇ ਰਵੇ ਜੀ। ਉਹ ਨਹੀਂ ਫਿਰ ਜੁਰਮਾਨਾ ਵੀ ਤਾਂ ਹੀ ਹੁਣ ਜ਼ਿਆਦਾ ਰੱਖਿਆ। ਹਾਂਜੀ। ਤੇ ਦੂਜੀ ਗੱਲ ਉਹਨਾਂ ਨੇ ਇਹ ਕੀਤੀ ਜਾਵੇ, ਤੁਹਾਨੂੰ ਪਤਾ ਆ ਵੀ ਵਿਆਹ ਦੇ ਆਪਣੇ ਲੋਕ ਜਾਂਦੇ ਸੀਗੇ, ਆਪਾਂ ਗੱਲਾਂ ਕੀਤੀਆਂ ਸੀ ਵਿਆਹ ਦੇ 30 ਦਾ ਰੱਖਿਆ ਸੀ ਤੇ 30 ਤੋਂ ਵੱਧ ਇਹ 50 100 70 ਤੱਕ ਵੀ 100 ਤੱਕ ਵੀ ਗਏ ਹੈਗੇ, ਵੱਧ ਵੀ ਗਏ ਹੈਗੇ। ਔਰ ਇੱਥੋਂ ਤੱਕ ਬਈ ਜਿਹੜੀਆਂ ਹੋਰ ਛੋਟੀਆਂ ਮੋਟੀਆਂ ਪਾਰਟੀਆਂ ਵੀ ਲੋਕਾਂ ਨੇ ਪਰਦੇ ਨਾਲ ਕਰ ਲਈਆਂ ਸੀਗੀਆਂ। ਜਿਹੜਾ ਉਹ ਲੇਡੀਜ਼ ਦੇ ਪ੍ਰੋਗਰਾਮ ਹੁੰਦੇ ਉਹ ਵੀ ਹੋਏ ਹੈਗੇ ਆ, ਕੀ ਉਹਨੂੰ ਕਹਿੰਦੇ ਆ ਤੀਆਂ ਵਗੈਰਾ ਦੇ, ਉਹ ਵੀ ਵੱਧ ਘੱਟ ਹੋ ਕੇ ਹੋਏ ਹੈਗੇ ਆ, ਜੋ ਕਿ ਹੋਣੇ ਤਾਂ ਨਹੀਂ ਚਾਹੀਦੇ ਸੀ ਪਰ ਹੋਏ ਹੈਗੇ ਆ। ਸੋ ਇਹਨਾਂ ਸਾਰਿਆਂ ਦਾ ਅਸਰ ਤਾਂ ਆਪਣੇ ਉੱਤੇ ਹੋਇਆ ਹੈਗਾ। ਸੋ ਜਿਹੜੇ ਵਿਆਹ 'ਤੇ ਆਪਾਂ 30 ਤੋਂ ਵੱਧ ਬੰਦੇ ਲਈ ਜਾਂਦੇ ਸੀ ਉਹ ਇਹਨਾਂ ਨੇ ਹੁਣ ਘਟਾ ਕੇ ਗਿਣਤੀ 15 ਕਰ ਦਿੱਤੀ ਹੈਗੀ ਆ ਤੇ ਉਹ ਕਾਫੀ ਸਟ੍ਰਿਕਟ ਹੋਏ ਹੈਗੇ ਆ ਜੀ। ਹੁਣ ਦੇਖੋ ਵੀ ਆਪਾਂ 30 ਦੇ ਵਿੱਚ ਜੇ ਆਪਾਂ 30 ਤੱਕ ਰੱਖਦੇ ਤਾਂ ਆਪਾਂ ਸ਼ਾਇਦ 30 ਚੱਲੀ ਜਾਣੇ ਸੀਗੇ ਜੀ ਤੇ ਹੋਈ ਜਾਣੀ ਸੀ ਗੱਲਬਾਤ ਜੀ, ਕਿਉਂਕਿ ਆਪਾਂ ਵਧਾਉਂਦੇ ਰਹੇ ਆਪਾਂ ਬਿਮਾਰੀ ਫੈਲਾ ਲਈ ਹੈਗੀ ਆ ਤੇ ਉਹ ਹੁਣ ਆਪਾਂ ਨੂੰ ਨਹੀਂ ਹੋਰ ਟਾਈਟ ਕਰ ਦਿੱਤਾ ਵੀ ਤੁਹਾਨੂੰ ਅਸੀਂ ਇਹ ਤਾਂ ਹੀ ਕੰਟਰੋਲ ਹੋਊਗੀ ਜੇ ਅਸੀਂ ਘੱਟ ਤੋਂ ਘੱਟ ਇਕੱਠੇ ਹੋਵਾਂਗੇ ਜੀ। ਉਹ 15 ਬੰਦੇ ਵੀ ਇੱਦਾਂ ਨਹੀਂ ਹੈਗਾ ਵੀ ਤੁਸੀਂ ਇੱਕ ਥਾਂ ਗਰੁੱਪ ਬਣ ਕੇ ਬਹਿ ਜਾਓ ਜੀ, ਉਹ ਵੀ ਇੱਦਾਂ ਹੀ ਆ ਵੀ ਤੁਸੀਂ ਆਪਣਾ ਡਿਸਟੈਂਸ ਰੱਖੋ, ਆਪਣਾ ਇੱਕ ਦੂਜੇ ਤੋਂ ਦੂਰ ਰਹੋ, ਆਪਣਾ ਤੁਹਾਡਾ ਸਾਹ ਇੱਕ ਦੂਜੇ ਤੱਕ ਨਾ ਪਹੁੰਚੇ। ਸੋ ਇੱਦਾਂ ਦੀਆਂ ਗੱਲਾਂ ਬਾਤਾਂ ਨਾਲ ਸਾਰੀਆਂ ਹੈਗੀਆਂ। ਸੋ ਇਹ ਗੱਲਾਂ ਬਾਤਾਂ ਜਿਹੜੀਆਂ ਸਾਡੇ ਜ਼ਿੰਦਗੀ ਦੇ ਉੱਤੇ ਵੀ ਅਸਰ ਬਹੁਤ ਪਾਊਗੀਆਂ ਜੀ, ਕਿਉਂਕਿ ਅਸੀਂ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਵਿਆਹ ਕਰਨੇ ਦੇਖਿਓ ਹੈਗੇ ਆ। ਸਧਾਰਨ ਵਿਆਹ ਵੀ ਜਿਹੜੇ ਹੁੰਦੇ ਸੀ ਉਹ 700-800 ਤੱਕ 500-700 800 ਸਾਰੀਆਂ ਫੈਮਲੀਆਂ ਪਾ ਕੇ ਹੋ ਜਾਂਦੇ ਸੀ ਨਾ, ਰੋਕਦਿਆਂ ਵੀ ਹੋ ਜਾਂਦੇ ਸੀ। ਨਾਲ ਵੀਕ ਇੱਕ ਵਿਆਹ ਚੱਲਦਾ ਸੀ ਰੋਜ਼ ਹੀ ਲਗਾਤਾਰ। ਹਾਂਜੀ। ਹੁਣ 15 ਬੰਦੇ ਕਿੱਦਾਂ ਇੱਕ ਵੀਕ ਲਈ ਵਿਆਹ ਕਰੂਗੇ ਜੀ। ਤੇ ਹੁਣ ਇਹ ਵੀ ਸੁਣਨ ਵਿੱਚ ਆਉਂਦਾ ਵੀ ਕਈਆਂ ਨੂੰ ਨਾ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਵਿਆਹ ਕਿਹੜੇ ਦਿਨ ਕਰੀਏ, ਥੋੜ੍ਹੇ ਚਿਰ ਬਾਅਦ ਰੂਲ ਚੇਂਜ ਹੋਈ ਜਾਂਦਾ ਹੈਗਾ ਤੇ ਉਹ ਕਈ ਤਾਂ ਵਿਆਹ ਦੀਆਂ ਡੇਟਾਂ ਜਿੱਦਾਂ ਕਹਿੰਦੇ 3-3 4-4 ਵਾਰੀ 5-5 ਵਾਰੀ ਅੱਗੇ ਪਿੱਛੇ ਉਹਨਾਂ ਨੂੰ ਕਰਨੀ ਪਈਆਂ ਤੇ ਪਰ ਕਰ ਕੀ ਸਕਦੇ ਆ। ਹੁਣ ਪ੍ਰੋਬਲਮ ਇੱਦਾਂ ਦੀ ਆ, ਬਚਣ ਦੀ ਲੋੜ ਆ ਉੱਤੋਂ ਹੈ ਨਾ। ਹਾਂਜੀ। ਸਾਰਿਆਂ ਨੂੰ ਬਚਣਾ ਚਾਹੀਦਾ ਆ। ਜਿਨ੍ਹਾਂ ਦੀਆਂ ਫੈਮਲੀਆਂ ਦੇ ਵਿੱਚੋਂ ਫੈਮਲੀ 'ਚੋਂ ਕੋਈ ਵੀ ਮੈਂਬਰ ਚਲੇ ਗਿਆ ਉਹਨਾਂ ਨੂੰ ਪੁੱਛ ਕੇ ਦੇਖੋ। ਤਾਂ ਅਸੀਂ ਤਾਂ ਇਹੀ ਚਾਹੁੰਦੇ ਹਾਂ ਬਈ ਇਹੀ ਅਰਦਾਸ ਕਰੋ ਕਿ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਰਹਿਣ, ਸਾਰਿਆਂ ਦਾ ਖਿਆਲ ਰੱਖੋ। ਉਹ ਜਿਹੜਾ ਨਾ ਤੁਸੀਂ ਸਾਡੇ ਪਿੱਛੇ ਜਿਹੜਾ ਇੱਕ ਲੱਗਿਆ ਹੈਗਾ ਆ ਸਕਰੀਨਸ਼ਾਟ ਹੈਗਾ ਆ, ਫੋਟੋ ਹੈਗੀ ਆ ਜੀ, ਜਿਹਦੇ ਉੱਤੇ ਇਹ ਦੱਸਿਆ ਗਿਆ ਵੀ ਇਹ ਜਾਣੀ ਪਹਿਲਾਂ ਕਿੰਨੇ ਕੁ ਲੋਕ ਜਿਹੜੇ ਇਹਦੀ ਲਪੇਟ ਵਿੱਚ ਆਏ ਸੀ, ਕਿੰਨੇ ਕੇਸ ਹੋਏ ਸੀ ਤੇ ਹੁਣ ਉਹ ਕਿੰਨੇ ਹੈਗੇ ਆ। ਹਾਂਜੀ। ਕੱਲ੍ਹ ਦੀ ਅਜੇ ਮੈਂ ਤੁਹਾਨੂੰ ਗੱਲ ਦੱਸਦਾ ਵੀ ਕੱਲ੍ਹ 4000 ਪਲੱਸ ਸੀਗੇ, 4000 ਤੋਂ ਥੋੜ੍ਹਾ ਜਿਹਾ ਉੱਪਰ ਸੀਗੇ ਕੇਸ। ਹਾਂਜੀ। ਹੁਣ ਅੱਜ ਦੀ ਰਿਪੋਰਟ ਵਿੱਚ 6000 ਤੋਂ ਉੱਪਰ ਹੋ ਗਿਆ ਹੈਗਾ। ਦੇਖੋ ਕਿੰਨੇ ਹੈ ਨਾ, ਡਬਲ ਹੀ ਹੋਈ ਜਾਂਦੇ ਆ ਰੋਜ਼। ਔਰ ਇਹ ਜਦੋਂ ਹਾਂਜੀ ਇਹ ਜਿਹੜਾ ਪੈਰਾਗ੍ਰਾਫ ਇਹ ਜਿਹੜਾ ਸਕਰੀਨਸ਼ਾਟ ਦੋਸਤੋ ਤੁਸੀਂ ਦੇਖ ਰਹੇ ਹੈਗੇ ਵੀ ਡੇਲੀ ਕਨਫਰਮ ਕੇਸ ਰਾਈਜ਼ਿੰਗ ਸ਼ਾਰਪਲੀ ਅਗੇਨ, ਇਹ ਜਿਹੜਾ ਹੈਗਾ ਆ ਬਈ ਹਰ ਰੋਜ਼ ਜਾਣੀ ਇੱਦਾਂ ਵੱਧ ਰਹੇ ਹੈਗੇ ਆ। ਇਹ ਜਿਹੜੇ ਇੰਨੇ ਵਧੇ ਹੈਗੇ ਆ ਇਹਦੇ ਵਿੱਚ ਕਿਤੇ ਅਸੀਂ ਤਾਂ ਨਹੀਂ ਜ਼ਿੰਮੇਵਾਰ ਹੈਗੇ। ਇਹ ਜੋ ਹੋਇਆ ਹੈਗਾ ਨਾ, ਜਦੋਂ ਅਸੀਂ ਗੱਲ ਕਰਦੇ ਹਾਂ ਜਿਹੜਾ ਅਪ੍ਰੈਲ ਤੋਂ ਅਸੀਂ ਜੇ ਸ਼ੁਰੂ ਕਰੀਏ ਨਾ, ਅਪ੍ਰੈਲ ਵਿੱਚ ਇਹ 6199 6199 ਸੀਗੇ, ਇਹ ਇਦੋਂ ਥੋੜ੍ਹੇ ਪਲੱਸ ਹੋਣਗੇ ਜਾਣੀ 6000 ਹੀ ਸੀਗੇ। ਤੇ ਜਦੋਂ ਮਈ ਆਈ ਨਾ ਉਹ ਵੀ 6000 ਦੇ ਨੇੜੇ ਤੇੜੇ, 6000 ਤੋਂ ਥੋੜ੍ਹਾ ਉੱਪਰ ਹੀ ਸੀਗੇ, ਵੀ 100 ਖੰਡ ਦਾ ਇੱਕ ਦੂਜੇ ਵਿੱਚ ਫਰਕ ਸੀਗਾ। ਹਾਂਜੀ।
ਪਰ ਜਦੋਂ ਅਸੀਂ ਗੱਲ ਕਰਦੇ ਹਾਂ ਅੱਜ ਦੀ ਤਰੀਕ ਦੀ, ਕੱਲ੍ਹ ਦੀ ਤਰੀਕ ਦੀ, 22 ਸਤੰਬਰ ਦੀ, ਹਾਂਜੀ, ਅਪ੍ਰੈਲ ਮਈ ਤੋਂ ਲੈ ਕੇ 22 ਸਤੰਬਰ 23 ਸਤੰਬਰ ਅੱਜ ਹੋ ਗਿਆ ਆ ਜੀ। ਜੇ ਅਸੀਂ ਗੱਲ ਕਰਦੇ ਵੀ ਇਹਦੇ ਵਿੱਚ ਵੀ 6000 ਹੀ ਆ। ਹਾਂਜੀ, ਦੇਖੋ ਕਿੰਨੇ ਵੱਧ ਗਏ ਕੇਸ, ਜਾਨੀ ਜਿੰਨੇ ਉਸ ਵੇਲੇ ਜਦੋਂ ਸਾਡਾ ਨਾ ਇਹ ਵਾਇਰਸ ਪੀਕ ਤੇ ਸੀ, ਜਦੋਂ ਹਜ਼ਾਰਾਂ ਲੋਕ ਆਪਣੇ ਮਰਨੇ ਸ਼ੁਰੂ ਹੋਏ ਸੀ, ਜਦੋਂ ਜ਼ਿਆਦਾ ਹੋਏ ਆ। ਹਾਂਜੀ, ਉਸ ਵੇਲੇ ਵੀ ਇਹ 6000 ਪਲੱਸ ਸੀ ਤੇ ਅੱਜ ਵੀ ਇਹ 6000 ਪਲੱਸ 19 ਕੇਸ ਇਹ ਹੋ ਗਏ ਹੈਗੇ ਆ। ਹੁਣ ਅਸੀਂ ਜਾਂਦੇ ਪਹਿਲਾਂ ਕਾਲ ਵੱਲ ਜੀ। ਹੈਲੋ ਜੀ। ਹੈਲੋ ਜੀ, ਜੈ ਗੁਰਦੇਵ, ਜੈ ਭੀਮ ਜੀ। ਧੰਨ ਗੁਰਦੇਵ, ਜੈ ਭੀਮ। ਕੌਣ ਬੋਲ ਰਿਹਾ ਜੀ? ਹਾਂਜੀ, ਮੈਂ ਸੱਤਿਆ ਰੱਤੂ ਬੋਲਦੀ ਹਾਂ। ਆਜੋ ਜੀ, ਸਵਾਗਤ ਹੈ ਤੁਹਾਡਾ ਜੀ। ਹਾਂਜੀ ਭਾਜੀ, ਤੁਸੀਂ ਅੱਜ ਪ੍ਰੋਗਰਾਮ ਲੈ ਕੇ ਆਏ ਆ ਜਿਹੜਾ, ਹਾਂਜੀ, ਤੇ ਬੜੀ ਦੁੱਖ ਦੀ ਵੀ ਗੱਲ ਆ। ਹਾਂਜੀ, ਤੇ ਚਲੋ ਉਦਾਂ ਤਾਂ ਸਾਰਿਆਂ ਨੂੰ ਤੁਸੀਂ ਦੱਸਦੇ, ਪਤਾ ਵੀ ਲੱਗਦਾ ਆ ਜੀ, ਤਾਂ ਵੀ ਇੰਨੇ ਕੇਸ ਵੱਧ ਗਏ ਆ ਜੀ। ਵੀ ਕਸੂਰ ਤਾਂ ਉਹਦਾ ਆਪਣਾ ਹੀ, ਆਪਾਂ ਕੀ ਕਹਿ ਸਕਦੇ ਆ ਨਾ। ਉਹੀ ਗੱਲ ਆ। ਦੇਖੋ ਜੇ ਸੱਤਿਆ ਜੀ ਰੋਕਦੇ ਵੀ ਨਾ ਰੋਕੇ ਫਿਰ ਵਧਣੇ ਤਾਂ ਹੈਗੇ ਹੀ ਵਧਣੇ ਆ। ਜੇ ਹੁਣ ਤੁਸੀਂ ਕਹਿੰਦੇ ਆ ਵਿਆਹਾਂ ਤੇ ਇੰਨੇ ਇਕੱਠੇ ਹੁੰਦੇ, ਕੋਈ ਜ਼ਰੂਰੀ ਥੋੜੀ ਹੈ। ਹਾਂਜੀ, ਹਾਂਜੀ, ਤੁਸੀਂ ਨਾ ਵਿਆਹ ਕਰੋ ਹਜੇ। ਹਾਂਜੀ, ਅੱਗੇ ਵੀ ਤਾਂ ਨਿਆਣੇ 2-2 ਸਾਲ ਲਗਾ ਹੀ ਲੈਂਦੇ ਆ, 2 ਸਾਲਾਂ ਨੂੰ ਵਿਆਹ ਰੱਖ ਲਿਆ। ਜੇ ਨਾ ਹਿਸਾਬ ਨਾਲ ਵੀ ਚੱਲੀ ਜਾਂਦਾ, ਹਿਸਾਬ ਨਾਲ ਜਿੰਨੇ ਕਿਹਾ ਸੀ ਉਨੇ ਵੀ ਹੋਈ ਜਾਂਦੇ ਨੇ ਤਰੀਕੇ ਨਾਲ, ਤਾਂ ਫਿਰ ਵੀ ਇਹ ਬਹੁਤਾ ਵਾਧਾ ਨਹੀਂ ਹੋਣਾ ਸੀ। ਇਹ ਤਾਂ 100 ਫਿਰ ਆਪਾਂ ਜ਼ਰੂਰ ਇਹ ਗੱਲ ਸਾਹਮਣੇ ਆਈ ਹੈਗੀ ਹੈ ਵੀ ਵੱਧ ਵੀ ਆਪਣੇ ਲੋਕ ਹੋਏ ਇਕੱਠੇ, ਗੁੱਸੇ ਹੋ ਜਾਂਦੇ ਆ। ਤੇ ਉਹਦਾ ਫਿਰ ਤੁਸੀਂ ਜਿੱਥੇ ਮਰਜ਼ੀ ਦੇਖ ਲਓ, ਗੁਰਦੁਆਰਿਆਂ 'ਚ ਦੇਖ ਲਓ, ਉੱਥੇ ਵੀ ਇਕੱਠੇ ਹੋਣ ਲੱਗ ਪਏ ਜੀ। ਕੋਈ ਧਾਰਮਿਕ ਜਗ੍ਹਾ ਤੇ ਜਿੱਥੇ ਵੀ ਮਰਜ਼ੀ ਦੇਖ ਲਓ, ਪਹਿਲਾਂ ਪਾਰਟੀਆਂ ਕਰਨ ਦੀ ਕੀ ਲੋੜ ਹੈ। ਫਿਰ ਪੱਬਾਂ 'ਚ ਫਿਰ ਜਿੱਦਾਂ ਬੱਚੇ ਬਾਹਰ ਖਾਣੇ ਖਾਣ, ਟੱਬਰ ਫੈਮਲੀਆਂ ਦੇ ਸਾਡੇ ਲਾਗੇ ਪਾਣ ਇੱਕ ਛੋਟਾ ਜਿਹਾ ਰੈਸਟੋਰੈਂਟ ਆ ਜੀ। ਇੱਕ ਦਿਨ ਅਸੀਂ ਇੱਧਰ ਦੀ ਤੁਰ ਜਾਈਦਾ ਲੰਘੀਆਂ, ਉੱਥੇ ਬਰਥਡੇ ਮਨਾਉਣ ਡਏ ਤਾਂ ਉੱਥੇ ਕਿੰਨੇ ਜਣੇ ਹੋਣੇ ਆ, ਘਰ ਦੀ ਫੈਮਿਲੀ 50 ਜਣੇ ਹੋਣੇ ਆ। ਹਾਂ, ਉਹੀ ਗੱਲ ਹੈ। ਬਿਮਾਰੀ ਉਹਦੇ ਨਾਲ ਤੁਸੀਂ ਨਾ ਹੀ ਬਰਥਡੇ ਮਨਾਵੋ ਜੀ। ਤੁਸੀਂ ਧਾਰਮਿਕ ਜਗ੍ਹਾ ਤੇ ਕਿਤੇ ਉਹ ਦਾਨ ਕਰ ਦਿਓ। ਉਹੀ ਗੱਲ ਹੈ ਵੀ ਆਪਣੀ ਸਿਹਤ ਤਾਂ ਨਹੀਂ ਨਾ ਉੱਥੇ ਜਾ ਕੇ ਆਪਾਂ ਮਨਾ ਕੇ ਤਾਂ ਦੇਖੋ ਜਦੋਂ ਲੋਕਾਂ ਨੂੰ ਨਾਲੇ ਆਪਾਂ ਨੂੰ ਲੱਗਣੀ ਆ। ਦੇਖੋ ਉਦਾਂ ਤਾਂ ਆਪਾਂ ਸਾਰਾ ਕੁਝ ਕਰਦੇ ਜਦੋਂ ਚੰਗੇ ਦਿਨ ਹੁੰਦੇ ਆ। ਹਾਂਜੀ, ਪਰ ਜਦੋਂ ਨਾ ਇਦਾਂ ਦੀ ਤਕਲੀਫ ਹੈ ਜਿਹੜੀ ਤੁਹਾਨੂੰ ਇੱਕ ਦੂਜੇ ਤੋਂ ਛੂਤ ਦੀ ਬਿਮਾਰੀ, ਅਸਲ ਵਿੱਚ ਇਹ ਆ ਜਿਹੜੀ ਨਾ ਹਜ਼ਾਰਾਂ ਸਾਲਾਂ ਤੋਂ ਛੂਤ ਦੀ ਬਿਮਾਰੀ ਚੱਲੀ ਸੀ, ਉਹ ਨਹੀਂ ਸੀ, ਇਹ ਛੂਤ ਦੀ ਬਿਮਾਰੀ ਆ। ਹਾਂਜੀ, ਇਹ ਜਿਹੜੀ ਤੁਹਾਨੂੰ ਫਿਰ ਮਾਰ ਕਰਦੀ ਆ, ਤਾਂ ਫਿਰ ਤੁਹਾਨੂੰ ਬਚਣਾ ਤਾਂ ਚਾਹੀਦਾ ਸੀਗਾ। ਹਾਂਜੀ, ਇਹ ਤਾਂ ਭਾਜੀ ਆਪ ਨੂੰ ਪਤਾ ਹੋਣਾ ਚਾਹੀਦਾ। ਦੇਖੋ ਕਿੱਦਾਂ ਦਾ ਟਾਈਮ ਆਇਆ ਆ। ਹਾਂਜੀ, ਇੰਨੇ ਵੀ ਉਹਨਾਂ ਦੁਨੀਆ ਤੇ ਜ਼ਿਆਦਾ ਕੁਛ ਲੜਾਈਆਂ ਨੇ, ਦੇਖ ਲਓ ਟੈਲੀਵਿਜ਼ਨਾਂ ਤੇ, ਦੇਖ ਲਓ ਜਿੱਥੇ ਮਰਜ਼ੀ ਦੇਖ ਲਓ। ਫੇਰ ਨਹੀਂ ਆਪਾਂ ਸਮਝਦੇ ਵੀ ਟਾਈਮ ਕਿੱਦਾਂ ਦਾ ਆਇਆ ਆ। ਬਿਜ਼ਨਸ ਦੇਖੋ ਕਿੰਨੇ ਖਰਾਬ ਇਹ ਤਾਂ ਇਦਾਂ ਦਾ ਵੇ, ਲੜਾਈ ਜੇ ਕੋ ਕਰਦਾ ਨਾ, ਉਹ ਤਾਂ ਇੱਕ ਦੂਜੇ ਨੂੰ ਸਮਝਾ ਲਓਗੇ ਤੁਸੀਂ ਵੀ ਮੁਲਕਾਂ ਨੂੰ ਵੀ ਇੱਕ ਦੂਜੇ ਨੂੰ ਕੋਈ ਨਹੀਂ ਸਮਝਦਾ, ਸਾਰੇ ਕਹਿੰਦੇ ਅਸੀਂ ਹਾਂ ਚਲੋ ਇਹ ਵੀ ਗੱਲ ਸੁਣ ਲੈਣੀ। ਚਿਹਰਾ ਦੀ ਚੌਧਰ ਜਿੱਦਾਂ ਚੌਧਰਾਂ ਦੇ ਪਏ ਹੋਆ ਨਾ। ਚਲੋ ਆਪਾਂ ਅੱਜ ਗੱਲਬਾਤ ਇਹਦੇ ਉੱਤੇ, ਵਾਇਰਸ ਦੇ ਉੱਤੇ ਕਰਨੀ, ਇਹਦੇ ਬਾਅਦ ਦੇ ਉੱਤੇ ਗੱਲਬਾਤ ਕਰਦੇ ਆਪਾਂ। ਪਰ ਬਹੁਤ ਇਹ ਮਾੜੀ ਗੱਲ ਆ। ਡਾਕਟਰ ਨਰਸਾਂ ਦਾ ਵਿਚਾਰਿਆਂ ਦਾ ਕਿੰਨਾ, ਦੇਖੋ ਉਹਨਾਂ ਲਈ ਕਿੰਨਾ ਹਾਰਡ ਆ ਜੀ। ਆਪਣੇ ਟੀਚਰ ਆ ਉਹਨਾਂ ਲਈ ਕਿੰਨਾ ਹਾਰਡ ਆ, ਸਾਰਿਆਂ ਲਈ। ਬੱਚੇ ਹੁਣ ਟੀਚਰ ਆ ਤਾਂ ਉਹ ਵਿਚਾਰੇ ਘਰੀ ਬੈਠੇ, ਤਾਂ ਉਹਨਾਂ ਨੂੰ ਕਿੰਨਾ ਔਖਾ ਆ, ਘਰ ਪੜਾਉਣਾ ਪੈਂਦਾ ਜ਼ਿਆਦਾ। ਉੱਥੇ ਜਾਂਦੇ ਆ ਤੇ ਉਹ ਮੂੰਹ ਤੇ ਨਹੀਂ ਲਾਉਣ ਦਿੰਦੇ ਟੀਚਰਾਂ ਨੂੰ, ਜਾਂਦੇ ਆ ਬੱਚੇ ਦਿੰਦੇ, ਕਹਿੰਦੇ ਤੁਸੀਂ ਏਦਾਂ ਨਹੀਂ ਪਾ ਸਕਦੇ। ਹਾਂਜੀ, ਤੇ ਉਹਨਾਂ ਦਾ ਵਿਚਾਰਿਆਂ ਦਾ ਦੇਖੋ ਕਿੰਨਾ, ਸਾਡੇ ਬੱਚੇ ਆ ਉਹ, ਤੇ ਅਸੀਂ ਉਹਨਾਂ ਦਾ ਸੋਚਣਾ ਚਾਹੀਦਾ ਸਾਨੂੰ। ਬਿਲਕੁਲ ਕੋਈ ਨਰਸਾਂ ਡਾਕਟਰ ਵੀ ਆਪਣੇ ਵੀ ਬੱਚੇ ਤਾਂ ਹੈਗੇ ਹੀ ਆ ਵਿੱਚ ਗਏ, ਸਾਰਿਆਂ ਦੇ ਹੀ ਆ, ਫੈਮਲੀਆਂ ਸਾਰਿਆਂ ਦੀਆਂ। ਹਾਂਜੀ, ਕਹਿੰਦੇ ਹੁੰਦੇ ਕਿਸੇ ਦਾ ਭਲਾ ਤਾਂ ਆਪਣਾ ਭਲਾ। ਛੱਡਣ ਜਾਂਦੇ ਆ, ਸਿਆਣੇ ਲੈਣ ਜਾਂਦੇ ਬੱਚਿਆਂ ਨੂੰ, ਹਨਾ। ਤੇ ਸਕੂਲਾਂ 'ਚ ਬੱਚੇ ਜਾਂਦੇ ਆ, ਉੱਥੇ ਦੇਖੋ ਕਿੰਨਾ ਔਖਾ ਆ, ਬਹੁਤ ਔਖਾ ਹੋਇਆ ਆ। ਤੇ ਆਪਾਂ ਨੂੰ ਆਪ ਸੋਚ ਲੈਣਾ ਚਾਹੀਦਾ ਆ। ਹਾਂਜੀ, ਤੁਹਾਡੇ ਏਰੀਆ ਵਿੱਚ ਵੀ ਹੁਣ ਕਾਫੀ ਤੇਜ਼ੀ ਹੈ, ਰਿਸਟ੍ਰਿਕਸ਼ਨ ਹੈ। ਇੱਥੇ ਵੀ ਅੱਜ 10 ਵਜੇ ਕਰ ਦਿੱਤਾ, ਕੱਲ ਕੀਤਾ ਸੀ। ਹਾਂਜੀ, ਪਾਬੰਦੀ ਹੈ, ਸੋ ਤੁਸੀਂ ਵੀ ਬੜੇ ਹਿਸਾਬ ਨਾਲ ਰਹਿਣਾ, ਤਰੀਕੇ ਨਾਲ। ਹਾਂਜੀ, ਤਾਂ ਭਾਜੀ ਅਸੀਂ ਬਾਹਰਲੇ ਪਾਸੇ ਸਾਡੀ ਲਾ ਹੈ ਹੀ ਨਹੀਂ ਇੰਨੇ, ਕੋਈ ਗੋਰੇ ਵੀ ਕੋਈ ਜਾਂਦਾ ਆ, ਉਹ ਵੀ ਦੂਰ ਹੋ ਜਾਂਦੇ ਆ। ਉਹੀ ਗੱਲ ਆ, ਜਿੱਦਾਂ ਭਾਜੀ ਵੀ ਨਹੀਂ ਠੀਕ ਖਿਆਲ ਸਾਰੇ ਉਹਨਾਂ ਨੂੰ ਕੱਢਿਆ ਹੀ ਨਹੀਂ ਬਾਹਰ। ਆਪਣੇ ਸਾਰਿਆਂ ਲਈ ਫਾਇਦੇ ਦੀ ਗੱਲ ਹੈ। ਹਾਂਜੀ, ਅਸੀਂ ਤਾਂ ਉਹਨਾਂ ਦਾ ਵੀ ਭਲਾ ਮੰਗਦੇ ਆ, ਸਾਰਿਆਂ ਦਾ ਭਲਾ ਹੋਵੇ। ਉਹੀ ਗੱਲ ਹੈ। ਹਾਂਜੀ, ਤੇ ਬਹੁਤ ਚੰਗਾ ਲੱਗਾ ਤੁਸੀਂ ਜਾਣਕਾਰੀ ਦਿੰਦੇ ਆ ਨਾ ਜੀ। ਤੇ ਮੈਂ ਕੱਲ ਵੀ ਤੁਹਾਡਾ ਪ੍ਰੋਗਰਾਮ ਪਰਸੋਂ ਵੀ ਸੁਣਦੀ ਸੀਗੀ, ਤਾਂ ਮੈਂ ਸਾਰਾ ਸੁਣਿਆ। ਉਹਦੇ 'ਚ ਵੀ ਤੁਸੀਂ ਇਹ ਬਹੁਤ ਸੋਹਣੀਆਂ ਗੱਲਾਂ ਦੱਸੀਆਂ ਜੀ, ਤੇ ਬੜੀ ਸਮਝ ਦੀਆਂ ਗੱਲਾਂ ਭਾਜੀ ਦੱਸਦੇ ਆ ਜੀ ਜੀ। ਮੈਂ ਬੜੀਆਂ ਸੁਣੀਆਂ ਵੀ ਮੈਂ ਆਹ ਗੱਲਾਂ ਸੁਣਨ ਵਾਲੀਆਂ ਆ। ਹਾਂਜੀ, ਚਲੋ ਅਸੀਂ ਸਾਰਿਆਂ ਨੂੰ ਸੁਣ ਲੈਣੀਆਂ ਚਾਹੀਦੀਆਂ। ਇਹੀ ਆਪਾਂ ਤਾਂ ਦੱਸਦੇ ਵੀ ਸਾਰੀਆਂ ਫੈਮਲੀਆਂ ਠੀਕ ਠਾਕ ਰਹਿਣ, ਜਿਨ੍ਹਾਂ ਦੇ ਭੈਣ ਜੀ ਘਰਾਂ ਦੇ ਵਿੱਚੋਂ ਫੈਮਲੀ, ਮੈਂ ਤਾਂ ਇਹ ਕਹਿੰਦੀ ਸਾਰਾ ਮੁਲਕ ਹੀ ਸੁਖੀ ਹੋਵੇ, ਸਾਰੀ ਦੁਨੀਆ ਠੀਕ ਠਾਕ ਰਵੇ ਬਸ। ਹਾਂਜੀ, ਹਾਂਜੀ। ਤੇ ਜਿਹੜੀ ਹੁਣ ਇੰਨੀ ਦੁਨੀਆ ਆਪਣੇ ਸਾਹਮਣੇ ਜਾਈ ਜਾਂਦੀ ਆ, ਉਹ ਵੀ ਦੁੱਖ ਲੱਗਦਾ ਹੀ ਆ, ਬਹੁਤ ਜ਼ਿਆਦਾ। ਹਾਂਜੀ, ਤੇ ਥੈਂਕ ਯੂ ਤੁਹਾਡਾ ਟਾਈਮ ਦੇਣ ਦਾ। ਥੈਂਕ ਯੂ ਜੀ ਤੁਹਾਡਾ ਵੀ। ਹਾਂਜੀ, ਜੈ ਗੁਰਦੇਵ, ਜੈ ਭੀਮ। ਧੰਨ ਗੁਰਦੇਵ ਜੀ ਤੇ ਜੈ ਭੀਮ ਜੀ।
ਹਾਂਜੀ ਅਸੀਂ ਸੱਤਿਆ ਜੀ ਬਹੁਤ ਸੋਹਣੀਆਂ ਗੱਲਾਂ ਕਰਕੇ ਗਏ, ਆਪਣੇ ਵਿਚਾਰ ਦੇ ਕੇ ਗਏ ਆ। ਇੱਦਾਂ ਹੀ ਰਲ ਮਿਲ ਕੇ ਦੇਖੋ, ਜੇ ਇੱਦਾਂ ਆਪਾਂ ਗੱਲਾਂ ਕਰਦੇ ਆ ਤਾਂ ਫਿਰ ਭੈਣ ਭਰਾਵਾਂ ਨੂੰ ਪਤਾ ਲੱਗਦਾ। ਹੁਣ ਘਰਾਂ 'ਚ ਸਿਆਣੇ ਬੈਠੇ ਆ, ਉਹ ਦੇਖਦੇ ਆ ਟੀਵੀ, ਉਹਨਾਂ ਨੂੰ ਪਤਾ ਲੱਗਦਾ। ਤੁਹਾਨੂੰ ਗੱਲ ਦੱਸਦੇ ਵੀ ਜਿਹੜੇ ਨਵੀਆਂ ਪਾਬੰਦੀਆਂ ਲੱਗੀਆਂ, ਰਿਸਟ੍ਰਿਕਸ਼ਨ ਲੱਗੀਆਂ ਹੈਗੀਆਂ ਸਾਡੇ PM ਬੋਰਿਸ ਸਾਹਿਬ ਨੇ ਦੱਸੀਆਂ ਹੈਗੀਆਂ ਕੱਲ੍ਹ, ਤੇ ਉਹਨਾਂ ਉੱਤੇ ਆਪਾਂ ਗੱਲਾਂ ਬਾਤਾਂ ਜ਼ਿਆਦਾ ਕਰਾਂਗੇ। ਕਿਉਂਕਿ ਜਿਹੜਾ ਉਹਨਾਂ ਨੇ ਦੱਸਿਆ ਨਾ, ਜਦੋਂ ਆਪਾਂ ਨਾ ਅੱਗੇ ਜਾਂਦੇ ਸੀਗੇ ਸੁਪਰ ਮਾਰਕੀਟਾਂ ਦੇ ਵਿੱਚ, ਰੀਟੇਲ ਸਟੋਰ ਜਿਹੜੇ ਹੈਗੇ ਜਿੱਥੇ ਸਾਰੀ ਪਬਲਿਕ ਘੁੰਮਦੀ ਆ, ਸੁਪਰ ਸਟੋਰ ਹੈਗੇ, ਖਾਣਾ ਲੈਣ ਜਾਂਦੇ ਜਾਂ ਕੱਪੜਾ ਲੀੜੇ ਜਿੱਥੇ ਵੀ ਜਿੱਥੇ ਜਾਂਦੇ ਤੁਸੀਂ, ਉਹਨਾਂ ਦੇ ਵਿੱਚ ਜਿਹੜੇ ਲੋਕ ਤਾਂ ਮਾਸਕ ਪਾ ਕੇ ਜਾਂਦੇ ਸੀ, ਪਰ ਜਿਹੜਾ ਉੱਥੇ ਦਾ ਸਟਾਫ ਉਹਨੇ ਨਹੀਂ ਪਾਏ ਹੁੰਦੇ, ਪਰ ਹੁਣ ਉਹ ਪਾਉਣੇ ਪੈਣੇ ਆ। ਹਾਂਜੀ, ਉਹ ਵੀ ਪਾਉਗੇ ਹੁਣ ਤੁਸੀਂ ਵੀ ਪਾਉਣੇ ਆ। ਸੋ ਸਾਰਿਆਂ ਨੂੰ ਪਾ ਕੇ ਉੱਥੇ ਖੜਨਾ ਪੈਣਾ, ਨਹੀਂ ਤਾਂ ਉੱਦਾਂ ਹੀ ਘੁੰਮਦੇ ਰਹਿੰਦੇ ਸੀ, ਕਿਉਂਕਿ ਉਹਨਾਂ ਤੋਂ ਤੁਹਾਨੂੰ ਵੀ ਖਤਰਾ ਹੈਗਾ, ਤੁਹਾਡੇ ਕੋਲ ਉਹਨਾਂ ਨੂੰ ਵੀ ਖਤਰਾ ਹੈਗਾ। ਸੋ ਇਸ ਕਰਕੇ ਜਿਹੜਾ ਹੈਗਾ ਨਾ, ਇਹਦੀਆਂ ਹੋਰ ਵਧਾ ਦਿੱਤੀਆਂ ਹੈਗੀਆਂ ਜਿਹੜੀਆਂ ਕੰਡੀਸ਼ਨਾਂ, ਜਿਹੜੀਆਂ ਸ਼ਰਤਾਂ ਵਧਾ ਦਿੱਤੀਆਂ ਹੈਗੀਆਂ। ਔਰ ਇਹਦੇ ਵਿੱਚ ਇਹਨਾਂ ਨੇ ਇਹ ਵੀ ਕਿਹਾ ਵੀ ਇਹ ਘੱਟੋ ਘੱਟ ਜਿਹੜਾ 200 ਪਾਉਂਡ ਤੁਹਾਨੂੰ ਜੁਰਮਾਨਾ ਹੋ ਸਕਦਾ ਜੇ ਤੁਸੀਂ ਕਾਨੂੰਨ ਤੋੜਦੇ ਹੈਗੇ, ਜੇ ਤੁਸੀਂ ਮਾਸਕ ਨਹੀਂ ਪਾਇਆ ਉੱਦਾਂ ਹੀ ਤੁਰੇ ਫਿਰਦੇ ਆ। ਹਾਂਜੀ, ਜੇ ਤੁਸੀਂ ਕਾਨੂੰਨ ਨੂੰ ਤੋੜਦੇ ਆ, ਜੇ ਤੁਹਾਨੂੰ ਕੋਈ ਪੁਲਿਸ ਵਾਲਾ ਜਾਂ ਕੋਈ ਅਥਾਰਟੀ ਕਹਿੰਦੀ ਆ ਕੁਛ ਵੀ ਆਹ ਗੱਲ ਚੰਗੀ ਨਹੀਂ ਤੁਸੀਂ ਕਰ ਰਹੇ, ਉਹ ਤੁਸੀਂ ਫਿਰ ਵੀ ਕਰੀ ਜਾ ਰਹੇ ਹੈਗੇ ਆ, ਫਿਰ ਤੁਹਾਨੂੰ ਜੁਰਮਾਨਾ ਉਹ ਕਰ ਸਕਦੇ ਹੈਗੇ ਆ। ਇਹਦੇ ਲਈ ਉਹਨਾਂ ਨੇ ਪੁਲਿਸ ਨੂੰ ਤੇ ਲੋਕ ਅਥਾਰਟੀ ਨੂੰ ਵੱਧ ਪੈਸੇ ਦੇਣ ਦੀ ਵੀ ਗੱਲ ਕੀਤੀ ਵੀ ਤੁਹਾਡੀ ਅਸੀਂ ਹੈਲਪ ਵੱਧ ਕਰਾਂਗੇ, ਤੁਸੀਂ ਖਿਆਲ ਰੱਖਣਾ, ਇਹਨੂੰ ਵਧਣ ਨਹੀਂ ਦੇਣਾ ਹੈਗਾ। ਦੇਖੋ ਗੌਰਮੈਂਟ ਵੀ ਕਿੰਨਾ ਖਿਆਲ ਹੀ ਰੱਖਦੀ, ਉਹ ਵੀ ਜਿੱਦਾਂ ਇੱਥੇ ਦੁਨੀਆ ਨੂੰ ਬਚਾਉਣ ਦੇ ਲੱਗੀ ਆ। ਉਹ ਇੰਨੇ ਬਿਜ਼ਨਸ ਵੱਡੇ ਖਰਾਬ ਹੁੰਦੇ ਆ, ਸਾਰੇ ਜੌਬਾਂ ਦੇਖੋ ਕਿੰਨੀਆਂ ਜਾਣਿਆਂ ਦੀਆਂ ਜੌਬਾਂ ਖਰਾਬ ਹੋ ਗਈਆਂ। ਗੌਰਮੈਂਟ ਥੋੜ੍ਹਾ ਚਾਹੁੰਦੀ ਆ ਵੀ ਇੱਦਾਂ ਕੁਛ ਹੋਵੇ, ਹੈ ਨਾ। ਉਹ ਸਾਰਿਆਂ ਦਾ ਭਲਾ ਸੋਚਦੇ ਆ, ਤੇ ਆਪਾਂ ਨੂੰ ਵੀ ਰਲ ਮਿਲ ਕੇ ਸਾਰਿਆਂ ਨੂੰ ਉਹਨਾਂ ਦਾ ਜਿੱਦਾਂ ਸਾਥ ਦੇਣਾ ਚਾਹੀਦਾ। ਜੋ ਵੀ ਉਹ ਕਹਿੰਦੀ ਗੌਰਮੈਂਟ, ਉਹੀ ਆਪਾਂ ਨੂੰ ਕਰਨਾ ਚਾਹੀਦਾ ਆ। ਹੁਣ ਆਪਾਂ ਜਿਹੜੇ 30 ਬੰਦੇ ਨੇ ਵਿਆਹ ਦੇ ਲੈ ਕੇ ਜਾਣੇ, ਹੁਣ 15 ਲੈ ਕੇ ਜਾਣਾ। ਮੈਂ ਤਾਂ ਕਹਿੰਦਾ 15 ਵੀ ਵਿਆਹ ਹੀ ਨਾ ਕਰਨਾ ਹਜੇ, 15 ਪ੍ਰਾਹੁਣੇ ਜਾਊਗੇ। ਹੁਣ ਪ੍ਰਾਹੁਣੇ ਉਹ ਨਹੀਂ ਕਿਹਾ ਹੈ ਨਾ, 15 ਗੈਸਟ ਕਿਹਾ। ਪ੍ਰਾਹੁਣੇ ਜਿੱਦਾਂ ਆਪਾਂ ਕਹਿੰਦੇ ਨੇ ਗੈਸਟ ਪ੍ਰਾਹੁਣੇ ਕਹਿੰਦੇ, ਉਹ ਕਹਿੰਦੇ 15 ਗੈਸਟ ਹੁਣ ਪ੍ਰਾਹੁਣੇ ਲੈ ਕੇ ਜਾਇਓ ਨਾਲ ਤੁਸੀਂ ਆਪਣੇ, ਤੇ ਉਹ ਤੁਸੀਂ ਆਪਣੇ ਕਾਰੋਬਾਰ ਉਹਦੇ ਨਾਲ ਕਰ ਸਕਦੇ। ਵਿਆਹ ਤਾਂ ਹੁਣ 5-7 ਜਣਿਆਂ ਨਾਲ ਵੀ ਹੋ ਸਕਦਾ, ਰਜਿਸਟਰ ਕਰਿਆ, ਕੁੜੀ ਮੁੰਡੇ ਜਾ ਕੇ ਮੰਮੀ ਡੈਡੀਆਂ ਚੱਲ ਜਾਣ, ਬਸ ਹੋ ਜਾਂਦਾ ਆ। ਜ਼ਰੂਰ ਥੋੜਾ ਪਾਰਟੀਆਂ ਬਾਅਦ ਚ ਕਰ ਲੈਣ। ਵਿਆਹ ਦੀ ਤਾਂ ਕੋਈ ਗੱਲ ਨਹੀਂ, ਰਜਿਸਟਰ ਹੋ ਗਿਆ, ਵਿਆਹ ਹੋ ਗਿਆ, ਉਹ ਤਾਂ 2-3 ਜਣੇ ਵੀ ਕਰ ਸਕਦੇ, ਕੋਈ ਉੱਥੇ 15 ਦੀ ਵੀ ਲੋੜ ਪੈਂਦੀ ਹੈ। ਪਰ ਚਲੋ ਜਿੱਦਾਂ ਦਾ ਵੀ ਸਾਡੇ ਆਪਣੇ ਸੁਸਾਇਟੀਆਂ ਦੇ ਹਿਸਾਬ ਨਾਲ ਹੈਗਾ ਗੱਲਬਾਤ, ਉਹ ਅਸੀਂ ਗੱਲਬਾਤ ਕਰਦੇ ਹੈਗੇ ਆ। ਕਿਉਂਕਿ ਇਹ ਜਿਹੜੇ ਫੈਸਲੇ ਐਵੇਂ ਨਹੀਂ ਲਏ ਸੀ, ਇਹ ਕੋਬਰਾ ਮੀਟਿੰਗ ਦੇ ਅੰਦਰ ਲਏ ਸੀਗੇ, ਤੇ ਉਹਨਾਂ ਨੇ ਯਾਨੀ ਫਿਰ ਕਾਫੀ ਉੱਥੇ ਸਾਇੰਟਿਸਟ, ਜਿਹੜੇ ਸੀਨੀਅਰ ਸਾਇੰਟਿਸਟ ਹੈਗੇ, ਸਿਆਣੇ ਲੋਕ ਹੈਗੇ ਆ, ਜਿਨ੍ਹਾਂ ਨੂੰ ਵਾਇਰਸ ਦੇ ਬਾਰੇ ਵੀ ਪਤਾ ਹੈਗਾ, ਕਿੱਦਾਂ ਇਹਨੂੰ ਕੰਟਰੋਲ ਕਰਨਾ ਹੈਗਾ, ਔਰ ਜਿਹੜੇ ਇਕੋਨੋਮਿਸਟ ਹੈਗੇ, ਜਿਨ੍ਹਾਂ ਨੂੰ ਪੈਸੇ ਧੇਲੇ ਦਾ ਪਤਾ ਵੀ ਮੁਲਕ ਨੂੰ ਕਿੱਦਾਂ ਚਲਾਉਣਾ ਹੈਗਾ, ਉਹ ਲੋਕ ਤੇ ਪੋਲੀਟੀਕਲ ਲੋਕ ਜਿਹੜੇ ਸਾਰੇ ਇਹ ਇਕੱਠੇ ਹੋ ਕੇ ਇਹ ਫਿਰ ਤੁਹਾਨੂੰ ਫੈਸਲੇ ਦਿੰਦੇ ਹੈਗੇ ਆ। ਹਾਂਜੀ। ਸੋ ਪਹਿਲਾਂ ਹੁਣ ਅਸੀਂ ਦੇਖਿਆ ਵੀ ਆਪਣੇ ਬੱਚੇ ਵੀ ਹੈਗੇ ਘਰਾਂ ਦੇ ਵਿੱਚ ਬੈਠੇ, ਤਾਂ ਇਹ ਦਫ਼ਤਰਾਂ ਦੇ ਵਿੱਚ ਜਿਹੜੇ ਕੰਮ ਕਰ ਸਕਦੇ ਸੀ ਤਾਂ ਉੱਥੇ ਕਰਨਾ ਸ਼ੁਰੂ ਕਰ ਦਿੱਤਾ ਸੀ ਉਹਨਾਂ ਨੇ, ਜਾਣ ਲੱਗ ਪਏ ਸੀ। ਤੇ ਹੁਣ ਕਈ ਤਾਂ ਹੁਣੇ ਜਾਣ ਲੱਗੇ ਸੀ, ਔਰ ਦੁਬਾਰਾ ਫਿਰ ਪਾਬੰਦੀ ਲੱਗ ਗਈ ਹੈਗੀ, 2 ਵੀਕਾਂ ਹੀ ਗਏ ਆ, 2-3 ਵੀਕਾਂ ਹੀ ਬਸ। ਹਾਂਜੀ, ਤੇ ਇਹ ਜਿਹੜੀ ਪਾਬੰਦੀ ਹੁਣ ਲੱਗੀ ਹੈ ਵੀ ਜੇ ਤਾਂ ਹੈਗੀ ਪਹਿਲਾਂ ਵਰਗੀ ਆ, ਵੀ ਜੇ ਤੁਸੀਂ ਉੱਥੇ ਕੋਈ ਸਹੂਲਤ ਹੈ ਤੁਹਾਡੇ ਕੋਲ ਕੰਮ ਕਰਨ ਦੀ ਤਾਂ ਹੀ ਕੰਮ ਕਰਨਾ। ਜੇ ਤੁਹਾਨੂੰ ਇਹ ਲੱਗਦਾ ਵੀ ਤੁਸੀਂ ਘਰੋਂ ਕੰਮ ਕਰ ਸਕਦੇ ਹੈਗੇ ਆ, ਤਾਂ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਕੰਮ ਦੇ ਉੱਤੇ ਜਾਣਾ। ਸੋ ਸਾਰੇ ਜਿਹੜੇ ਆਫਿਸ ਵਰਕ ਜਿਹੜਾ ਹੈਗਾ, ਕਲੈਰੀਕਲ ਜੌਬ ਕੰਮ ਤਾਂ ਅੱਜ ਕੱਲ੍ਹ ਜਿੱਦਾਂ ਕੰਪਿਊਟਰ ਤੇ ਹੈਗੇ ਆ, ਤਾਂ ਉਹ ਹੋ ਜਾਂਦਾ ਕੰਮ। ਹਾਂ, ਕਈ ਕੰਮ ਹੋ ਜਾਂਦੇ ਆ, ਤੇ ਬਹੁਤ ਸਾਰੇ ਜਿਹੜੇ ਬਿਲਕੁਲ ਜਾਣਾ ਹੀ ਪੈਂਦਾ। ਹੁਣ ਜਿੱਦਾਂ ਡਾਕਟਰ ਨਰਸਾਂ ਨੂੰ ਜਾਣਾ ਹੀ ਪੈਣਾ। ਡਾਕਟਰ ਨਰਸਾਂ ਹੈਗੇ ਆ, ਹੁਣ ਦੇਖੋ ਨਾ ਵੀ ਜੇ ਤਾਂ ਤੁਸੀਂ ਕਹਿ ਲਓ ਬਈ ਹੁਣ ਟੈਕਸੀ ਦਾ ਕੰਮ ਆ, ਉਹ ਸਾਰੇ ਜਾਊਗੇ, ਉਹਨਾਂ ਨੂੰ ਮਾਸਕ ਲਾ ਕੇ ਰੱਖੋ ਤੁਸੀਂ, ਹੈ ਨਾ। ਫਿਰ ਜਿਹੜਾ ਹੁਣ ਤੁਸੀਂ ਲਾ ਲਓ ਵੀ ਪਲੰਬਿੰਗ ਦਾ ਕੰਮ ਚੱਲਦਾ ਹੈਗਾ ਆ, ਘਰਾਂ ਵਿੱਚ ਜਾਂ ਚੱਲਦਾ ਜਾਂ ਬਾਹਰ ਚੱਲਦਾ, ਜਿੱਥੇ ਵੀ ਉਹ ਕਮਰਸ਼ੀਅਲ ਚੱਲਦਾ ਜਾਂ ਡੋਮੈਸਟਿਕ ਚੱਲਦਾ, ਜਿੱਥੇ ਵੀ ਚੱਲਦਾ, ਉਹ ਉਹਨਾਂ ਨੂੰ ਉੱਥੇ ਜਾ ਕੇ ਕਰਨਾ ਪੈਣਾ, ਉੱਦਾਂ ਤਾਂ ਕਰ ਨਹੀਂ ਸਕਦੇ ਉਹ। ਫਿਰ ਬਿਜਲੀ ਦਾ ਕੰਮ ਹੋ ਗਿਆ, ਕੋਈ ਤੁਹਾਡਾ ਛੱਤਾਂ ਵਗੈਰਾ ਚੇਂਜ ਕਰਨ ਦਾ ਕੰਮ ਹੋ ਗਿਆ, ਇਕੱਠੇ ਹੋ ਕੇ ਕਰਨਾ ਪੈਂਦਾ, ਜਿਹੜਾ ਉਹ ਕੰਮ ਹੈ ਉਹ ਚੱਲਦੇ ਰੱਖਣੇ ਪੈਣੇ ਹੈਗੇ, ਉਹ ਫਿਰ ਮਾਸਕ ਪਾ ਕੇ ਕਰੀ। ਹਾਂਜੀ, ਤੇ ਕੋਈ ਇੱਟਾਂ ਲਾਉਣ ਵਾਲੇ ਹੈਗੇ ਆ, ਬ੍ਰਿਕਲੇਅਰ ਹੈਗੇ ਆ, ਉਹ ਸਾਰੇ ਉਹ ਕੰਮ ਕਰਨੇ ਪੈਣੇ ਤੁਹਾਨੂੰ, ਹੈ ਨਾ। ਸੋ ਉਹ ਠੀਕ ਆ, ਉਹਨਾਂ ਉੱਤੇ ਤੁਸੀਂ ਸਾਵਧਾਨੀ ਵਰਤ ਕੇ ਸਾਰੇ ਕੰਮ ਕਰ ਸਕਦੇ ਆ। ਹੁਣ ਅਸੀਂ ਦੇਖਿਆ ਕਈ ਵਾਰੀ ਸਾਡੇ ਘਰ ਨੂੰ ਕੋਈ ਬੰਦਾ ਆਉਂਦਾ ਤੇ ਕੋਈ ਕੰਮ ਕਰਨਾ ਸਾਡੇ, ਉਹ ਪਹਿਲੇ ਹੀ ਆਪਾਂ ਨੂੰ ਇਹ ਦੱਸਦੇ ਆ ਵੀ ਅਸੀਂ ਬੜੇ ਤਰੀਕੇ ਨਾਲ ਆ ਰਹੇ ਹੈਗੇ ਆ, ਅਸੀਂ ਆਪਣੇ ਆਪ ਨੂੰ ਸਾਫ਼ ਸੁਥਰਾ ਕੀਤਾ ਹੈਗਾ, ਔਰ ਤੁਸੀਂ ਜਿਹੜਾ ਅੱਗੇ ਥਾਂ ਆ ਉਹ ਵੀ ਸਾਫ਼ ਸੁਥਰਾ ਰੱਖਿਓ, ਅਸੀਂ ਉੱਥੇ ਕੰਮ ਕਰਕੇ ਉੱਥੋਂ ਹੀ ਅਸੀਂ ਵਾਪਸ ਚੱਲ ਜਾਣਾ ਹੈਗਾ। ਉਹ ਆਪਣੇ ਕੋਲ ਸਾਰੀਆਂ ਸਪਰੇਆਂ ਲਿਆਉਂਦੇ ਆ, ਉਹ ਲਿਆ ਕੇ ਛਿੜਕਾ ਕਰਕੇ ਸਾਰੇ ਆਪਣੇ ਸਪਰੇ ਕਰਕੇ
ਫਿਰ ਉਹ ਆਪਣਾ ਸਾਡਾ ਵੀ ਆਲਾ ਦੁਆਲਾ ਉਹ ਜਿੰਨਾ ਕਿ ਨਾ ਉਹਨੇ ਹੱਥ ਲਾਇਆ ਹੁੰਦਾ ਉਹ ਵੀ ਸਾਫ਼ ਕਰ ਦਿੰਦੇ ਆ। ਉਹੀ ਗੱਲ ਹੁਣ ਜਿੱਦਾਂ ਸਾਡੀਆਂ ਅਪਾਇੰਟਮੈਂਟਾਂ ਸਾਨੂੰ ਚੈੱਕ ਕਰਨ ਆਉਂਦੇ ਆ ਤਾਂ ਕਿੱਦਾਂ ਉਹ ਆਉਂਦੇ ਆ, ਜਿੱਦਾਂ ਪਹਿਲਾਂ ਹੀ ਦੱਸਦੇ ਆ ਵੀ ਤੁਸੀਂ ਵੀ ਇੱਦਾਂ ਰੈਡੀ ਜਿਓ, ਅਸੀਂ ਆਉਣਾ, ਇੱਦਾਂ ਸਾਰਾ ਕੁਝ ਕਰਨਾ। ਹਾਂਜੀ। ਤੇ ਖਾਣਾ ਪੀਣਾ ਕੁਛ ਨਹੀਂ, ਵੀ ਤੁਸੀਂ ਬਸ ਆਪਣਾ ਸਾਰਾ ਕੁਝ ਕਲੀਨ ਰੱਖਿਓ, ਹੈ ਨਾ। ਤੇ ਇੱਦਾਂ ਬਸ ਸਾਰੇ ਰਲ ਕੇ ਭੈਣ ਭਰਾ ਕਰਨ ਤਾਂ ਇਹ ਬਿਮਾਰੀ ਜਾ ਸਕਦੀ ਆ। ਜੇ ਆਪਾਂ ਸਾਰੇ ਰਲ ਕੇ ਇਕੱਠੇ ਹੋ ਕੇ ਦੁਨੀਆ ਦੇ ਵਿੱਚ ਸਾਰੀ ਦੁਨੀਆ ਕਰੇ ਤਾਂ ਹੀ ਇਹ ਨਵੇੜਾ ਹੋ ਸਕਦਾ ਆ, ਨਹੀਂ ਤਾਂ ਬਿਮਾਰੀ ਤਾਂ ਉੱਤੇ ਨੂੰ ਜਿੱਦਾਂ ਬਹੁਤ ਕਾਫੀ ਉੱਪਰ ਜਾਣ ਲੱਗ ਪਈ ਆ। ਤੇ ਸਾਰਿਆਂ ਨੂੰ ਖਿਆਲ ਰੱਖਣ ਦੀ ਲੋੜ ਆ। ਇੱਦਾਂ ਹੀ ਰਲ ਮਿਲ ਕੇ ਭੈਣ ਭਰਾ ਜਿੰਨੇ ਵੀ ਘਰਾਂ ਦੇ ਵਿੱਚ ਬੈਠੇ ਆ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ ਆ। ਇਹ ਇੱਕ ਹੋਰ ਬਹੁਤ ਜ਼ਰੂਰੀ ਗੱਲ ਉਹਨਾਂ ਨੇ ਕਹੀ ਹੈਗੀ ਆ, ਗੱਲਾਂ ਚੱਲਦੀਆਂ ਸਰਕਾਰਾਂ ਦੇ ਅੰਦਰ, ਵੀ ਜੇ ਨਾ ਤੁਹਾਨੂੰ ਕੋਈ ਇਹ ਸਿੱਧ ਹੋ ਜਾਵੇ, ਪਤਾ ਲੱਗ ਜਾਵੇ ਤੁਸੀਂ ਪੋਜ਼ਿਟਿਵ ਹੈਗੇ ਆ ਜੀ, ਤੁਸੀਂ ਡਾਇਗਨੋਸ ਹੋਏ ਪੋਜ਼ਿਟਿਵ ਹੈ, ਕਈ ਵਾਰ ਤੁਹਾਨੂੰ ਕਹਿੰਦੇ ਵੀ ਤੁਸੀਂ ਕੁਆਰੰਟੀਨ ਕਰ ਲਓ, ਅੰਦਰ ਚੱਲ ਜਾਓ, ਤੁਸੀਂ ਘਰੇ ਰਹੋ ਤੁਸੀਂ। ਹਾਂਜੀ। ਕਿਉਂਕਿ ਤੁਹਾਡੇ ਤੋਂ ਦੂਜੇ ਲੋਕਾਂ ਨੂੰ ਖਤਰਾ ਹੈਗਾ ਆ, ਵੱਧ ਸਕਦਾ, ਕਿਸੇ ਹੋਰ ਨੂੰ ਹੋ ਸਕਦੀ ਤੁਹਾਡੇ ਕੋਲੋਂ। ਈਵਨ ਕਿ ਤੁਹਾਡੀ ਖੰਘ ਤੋਂ ਦੂਜੇ ਨੂੰ ਤੁਸੀਂ ਤੁਹਾਨੂੰ ਵਾਇਰਸ ਹੈਗਾ ਆ, ਤੁਸੀਂ ਖੰਘਦੇ ਆ, ਉਹ ਦੂਜੇ ਤੱਕ ਪਹੁੰਚ ਜਾਂਦਾ। ਉਹ ਹੋ ਸਕਦਾ ਤੁਸੀਂ ਖੰਘਦੇ, ਹੋ ਸਕਦਾ ਤੁਸੀਂ ਠੀਕ ਹੋ ਜਾਵੋ, ਪਰ ਮੋਹਰਲਾ ਬੰਦਾ ਠੀਕ ਨਾ ਹੋਵੇ, ਉਹਨੂੰ ਬਿਮਾਰੀ ਵੱਧ ਜਾਵੇ, ਉਹਦੀ ਡੈਥ ਹੋ ਸਕਦੀ ਹੈਗੀ ਉਸ ਵਾਇਰਸ ਦੇ ਨਾਲ। ਸੋ ਜਾਣੀ ਇਹਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਇਹ ਵੀ ਗੱਲ ਕੀਤੀ ਆ ਵੀ ਜੇ ਇੱਦਾਂ ਬੰਦਾ ਨਾ ਵਾਇਰਸ ਨੂੰ ਕੈਰੀ ਕਰਕੇ, ਉਹ ਸਾਨੂੰ ਪਤਾ ਵੀ ਉਹਨੂੰ ਹੈਗਾ ਆ, ਤਾਂ ਫਿਰ ਵੀ ਉਹ ਘੁੰਮ ਰਿਹਾ ਹੈਗਾ, ਉਹ ਉਹਦੇ ਤੋਂ ਅਸੀਂ ਸਮਝਦੇ ਫੈਲਾ ਰਿਹਾ ਹੈਗਾ, ਤੇ ਉਹਨੂੰ 10,000 ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈਗਾ ਜੇ ਉਹਨਾਂ ਨੂੰ ਪਤਾ ਲੱਗ ਜਾਵੇ, ਜੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਵੇ। ਸੋ ਆਪਾਂ ਨੂੰ ਇਹਨਾਂ ਗੱਲਾਂ ਤੋਂ ਵੀ ਬਹੁਤ ਸਾਵਧਾਨ ਹੋਣ ਦੀ ਲੋੜ ਆ। ਜੇ ਅਸੀਂ ਐਵੇਂ ਨਾ ਜਾਣੀ ਬਈ ਕਹਿ ਦਈਏ ਵੀ ਚੱਲ ਛੱਡੋ ਪਰੇ ਕੋਈ ਗੱਲ ਨਹੀਂ ਹੈਗੀ। ਸੋ ਇਹਦੇ ਨਤੀਜੇ ਫਿਰ ਛੱਡੋ ਪਰੇ ਕਰਕੇ ਹੁਣ ਮੁੜ ਕੇ ਦੁਬਾਰਾ ਆਈ ਆ ਬਿਮਾਰੀ, ਵਧੀ ਆ ਇਹ ਛੱਡੋ ਪਰੇ ਦਾ ਨਤੀਜਾ ਜਿਹੜਾ 6,000 ਉਦੋਂ ਸੀਗਾ ਜਦੋਂ ਅਪ੍ਰੈਲ ਮਈ ਦੀ ਗੱਲ ਹੈਗੀ ਰੱਛ ਸੀ ਉਦੋਂ ਪੂਰਾ, ਤੇ ਉਦੋਂ 6,000 ਤੱਕ TC ਨੂੰ ਪਹੁੰਚ ਗਿਆ ਸੀ ਜਿਹੜਾ ਹੈ ਨਾ ਉੱਪਰ। ਤੇ ਹੁਣ ਵੀ ਇਹ 6,000 ਪਲੱਸ ਹੈਗੇ ਆ ਕੇਸ, 19 ਕੇਸ ਆ ਹੁਣ। ਤੇ ਇਹ ਹੁਣ ਐਵਰੀਡੇ ਚੈੱਕ ਵੀ ਕਾਫੀ ਕਰਦੇ ਆ। ਇਹ ਹੁਣ ਕੱਲ ਨਾਲੋਂ ਮੌਤਾਂ ਵੀ ਵੱਧ ਹੋਈਆਂ ਹੈਗੀਆਂ, ਥੋੜ੍ਹੀਆਂ ਜਿਹੀਆਂ ਵੱਧ ਹੋ ਗਈਆਂ, ਡੇਢੀਆਂ ਹੋ ਗਈਆਂ। ਹੁਣ ਇਹਦਾ ਪਤਾ ਨਹੀਂ ਵੀ ਹੋਰ ਹਫ਼ਤੇ 2 ਹਫ਼ਤਿਆਂ ਦੇ ਵਿੱਚ ਜਿਹੜੇ ਇੰਨੇ ਕੇਸ ਵਧੇ ਹੈਗੇ ਆ, ਔਰ ਇਹ ਨੈਕਸਟ ਵੀਕ ਕਿੰਨੇ ਵੱਧ ਜਾਣਗੇ, ਇਹਦਾ ਵੀ ਸਾਨੂੰ ਕੋਈ ਹਾਲੇ ਅੰਦਾਜ਼ਾ ਨਹੀਂ ਹੈਗਾ। ਭਾਵੇਂ ਟੈਸਟ ਬਹੁਤ ਸਾਰੇ ਹੋ ਰਹੇ ਇਸ ਵੇਲੇ, ਤਕਰੀਬਨ 2 ਲੱਖ ਟੈਸਟ ਹੋ ਰਿਹਾ ਹੈਗਾ। ਕਾਫੀ ਆ, ਦੂਰ ਤੱਕ ਪਹੁੰਚੇ ਹੈਗੇ ਆ, ਪਰ ਫਿਰ ਵੀ ਦੁਨੀਆ ਪਬਲਿਕ ਬਹੁਤ ਹੈਗੀ ਆ, ਔਰ ਨਵੇਂ ਲੋਕਾਂ ਨੂੰ ਹੁੰਦਾ ਜਾ ਰਿਹਾ ਹੈਗਾ। ਸੋ ਇਹਦਾ ਜਿਹੜਾ ਖਤਰਾ ਉਹ ਬਿਲਕੁਲ ਬਰਕਰਾਰ ਆ ਔਰ ਬਣਿਆ ਹੋਇਆ ਹੈਗਾ ਆ। ਸਾਨੂੰ ਇਹਨਾਂ ਗੱਲਾਂ ਨੂੰ ਸੋਚਣ ਦੀ ਲੋੜ ਹੈ ਵੀ ਜੇ ਇੱਥੇ ਤੱਕ ਇਹ ਹੋਈ ਗੱਲਬਾਤ ਤਾਂ ਇਹ ਕਿਉਂ ਹੋਈ ਹੈ। ਜੇ ਸਾਡੇ ਵਿੱਚ ਕਮੀਆਂ ਉਹਨਾਂ ਨੂੰ ਅਸੀਂ ਦੂਰ ਜ਼ਰੂਰ ਕਰੀਏ। ਇਹ ਨਾ ਹੋਵੇ ਵੀ ਅਸੀਂ ਹੋਊ ਪਰੇ ਕਰਕੇ ਐਵੇਂ ਜਿੱਥੇ ਮਰਜੀ ਖੰਘੀ ਜਾਈਏ, ਜਿੱਥੇ ਮਰਜੀ ਛਿੱਕੀ ਜਾਈਏ, ਜਿੱਥੇ ਮਰਜੀ ਅਸੀਂ ਹੱਥ ਵੀ ਨਾ ਧੋਈਏ, ਐਵੇਂ ਪੈਂਟ ਨਾਲ ਹੀ ਸਾਫ਼ ਕਰ ਲੈ, ਚਲੋ ਜੀ ਗੱਲ ਠੀਕ ਹੈ, ਕੋਈ ਗੱਲ ਨਹੀਂ, ਹੈ ਨਾ। ਸੋ ਆਪਾਂ ਨੂੰ ਚੰਗੀ ਤਰ੍ਹਾਂ ਦਵਾਈਆਂ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ, ਕਿਉਂ ਇਹ ਨਾ ਹੋਵੇ ਆਉਂਦੇ ਦਿਨਾਂ ਵਿੱਚ ਆਪਣੇ ਪਰਿਵਾਰ ਦੇ ਉੱਤੇ ਕੋਈ ਇੱਦਾਂ ਦੀ ਤੰਗੀ ਆ ਜਾਵੇ ਵੀ ਆਪਾਂ ਆਪਣੇ ਘਰ ਨੂੰ ਹੀ ਉਹ ਬਿਮਾਰੀ ਲੈ ਕੇ ਆ ਜਾਈਏ। ਮਗਰੋਂ ਜਿਹੜਾ ਪਛਤਾਵਾ ਹੁੰਦਾ ਨਾ, ਜਦੋਂ ਕੋਈ ਬੰਦਾ ਚੱਲ ਜਾਂਦਾ, ਤੁਹਾਨੂੰ ਪਤਾ ਲੱਗਦਾ ਵੀ ਮੈਂ ਬਾਹਰ ਗਿਆ ਸੀ, ਮੇਰੇ ਤੋਂ ਹੀ ਘਰਦਿਆਂ ਨੂੰ ਹੋਈ ਆ, ਤੇ ਤੁਹਾਡੇ ਫਿਰ ਜਾਣੇ ਵਾਲਾ ਚੱਲ ਜਾਂਦਾ ਤਾਂ ਉਹਦਾ ਦਿਮਾਗ ਖਰਾਬ ਹੋ ਜਾਂਦਾ ਪਿਛਲੇ ਦਾ। ਉਹ ਤਾਂ ਇਦਾਂ ਦੀ ਗੱਲ ਹੈ ਵੀ ਉਹ ਜਿੰਨਾ ਚਿਰ ਬੰਦੇ ਨੇ ਜੀਣਾ ਨਾ, ਸਾਰੀ ਉਮਰ ਉਹਦੇ ਦਿਮਾਗ ਵਿੱਚ ਰਹਿਣੀ ਵੀ ਮੇਰੇ ਕਾਰਨ ਇਹ ਸਾਰਾ ਕੁਝ ਹੋਇਆ ਹੈਗਾ, ਤੇ ਉਹਨੂੰ ਭੁੱਲਣੀ ਨਹੀਂ ਉਹ। ਹਾਂਜੀ। ਸੋ ਇਸ ਕਰਕੇ ਇਹ ਮੈਂ ਦੇਖਿਆ ਵੀ ਇੱਥੇ ਗੱਲਾਂ ਆਪਾਂ ਕੈਰੀ ਔਨ ਰੱਖਣੀਆਂ। ਤੇ ਦੋਸਤੋ, ਜੇ ਤੁਸੀਂ ਆਪਣੇ ਏਰੀਏ ਵਿੱਚ ਦੀ ਕੋਈ ਗੱਲਬਾਤ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਵੀ ਟੈਲੀਫੋਨ ਕਰਕੇ ਆਪਣੇ ਏਰੀਏ ਦਾ ਹਾਲ ਚਾਲ ਤੁਸੀਂ ਦੱਸ ਸਕਦੇ ਹੋ, ਔਰ ਇਹ ਵੀ ਤੁਸੀਂ ਦੱਸ ਸਕਦੇ ਹੋ ਤੁਹਾਨੂੰ ਕਿੰਨੀ ਤੰਗੀ ਹੈ ਇਸ ਵੇਲੇ, ਕਿਉਂਕਿ ਲੋਕਡਾਊਨ ਤੁਹਾਡੇ ਜਿਹੜੇ ਏਰੀਏ ਵਿੱਚ ਖਾਸ ਕਰਕੇ ਲੋਕਡਾਊਨ ਹੈਗਾ ਹੈ ਨਾ, ਉਸ ਏਰੀਏ ਦੇ ਵਿੱਚ ਤੁਸੀਂ ਘਰ ਦੇ ਵਿੱਚ ਤੁਹਾਡੇ ਘਰ ਵਿੱਚ ਕੋਈ ਹਾਜ਼ਰ ਨਾ ਆਵੇ, ਔਰ ਤੁਸੀਂ ਵੀ ਉਹਨਾਂ ਦੇ ਘਰ ਦੇ ਵਿੱਚ ਨਹੀਂ ਜਾਣਾ ਹੈਗਾ। ਲੋਕਲ ਲੋਕਡਾਊਨ ਦੀ ਇਹ ਗੱਲ ਹੈਗੀ ਆ। ਜਦੋਂ ਅਸੀਂ UK ਦੇ ਲੋਕਡਾਊਨ ਦੀ ਗੱਲ ਕਰਦੇ ਤਾਂ ਉਹਦੇ ਵਿੱਚ ਤੁਸੀਂ 6 ਲੋਕਾਂ ਤੱਕ ਗਾਰਡਨ 'ਚ ਦੂਰ ਬਹਿ ਕੇ ਆਪਣਾ ਸਪੇਸ ਰੱਖ ਕੇ ਬਹਿ ਸਕਦੇ ਹੈਗੇ। ਲੋਕਲ ਲੋਕਡਾਊਨ ਦਾ ਮਤਲਬ ਇਹ ਹੈਗਾ ਵੀ ਜਿੱਥੇ ਹੁਣ ਵਾਇਰਸ ਆਲਰੇਡੀ ਸਪਰੈਡ ਹੋ ਗਿਆ ਹੈਗਾ, ਜਿਸ ਤਰ੍ਹਾਂ ਅਸੀਂ ਆਪਣਾ ਆਹ ਏਰੀਆ ਲੈ ਲਈਏ, ਮਿਡਲੈਂਡ ਦਾ ਜਿਹੜਾ ਹੈਗਾ ਆ, ਹੋਰ ਏਰੀਆ ਵੀ ਬਹੁਤ ਹੋਣਗੇ, ਹੈ ਨਾ। ਸਾਡੇ ਆਲੇ ਦੁਆਲੇ ਦਾ ਸਾਰਾ ਏਰੀਆ 8-10 ਮੀਲ ਦਾ ਜਿਹੜਾ ਹੈਗਾ ਆ, ਇਹ ਸਾਰੇ ਦੇ ਵਿੱਚ ਹੁਣ ਲੋਕਡਾਊਨ ਹੋਇਆ ਹੈਗਾ। ਤੇ ਇਹਨਾਂ ਨੂੰ ਤਾਂ ਹਦਾਇਤਾਂ ਹੈਗੀਆਂ ਵੀ ਤੁਸੀਂ ਜਾਣੀ ਕਿਸੇ ਦੇ ਘਰ ਆਉਣਾ ਜਾਣਾ ਨਹੀਂ ਹੈਗਾ,
ਕਿਉਂਕਿ ਤੁਸੀਂ ਜੇ ਜਾਓਗੇ ਤੁਸੀਂ ਉੱਥੇ ਫੈਲਾਓਗੇ, ਉਹ ਤੁਹਾਡੇ ਘਰ ਆਓਗੇ ਤੁਸੀਂ ਉਹ ਫੈਲਾਓਗੇ। ਸੋ ਇਸ ਕਰਕੇ ਤੁਸੀਂ ਬੜੇ ਧਿਆਨ ਨਾਲ ਰਹਿਣਾ ਹੈਗਾ। ਨਹੀਂ, ਜਿੱਦਾਂ ਪਹਿਲਾਂ ਸੀ ਬੱਚੇ ਜਿੱਦਾਂ ਘਰਾਂ 'ਚ ਨਹੀਂ ਸੀ ਆਉਂਦੇ, ਇੱਦਾਂ ਹੀ ਹੁਣ ਹੋਇਆ ਸਾਰਾ ਕੁਝ। ਨਹੀਂ ਆਉਣਾ ਚਾਹੀਦਾ ਮੈਲ ਤਾਂ ਆਪਾਂ ਫੇਰ ਵੀ ਲੈਣਾ, ਜੇ ਆਪਾਂ ਠੀਕ ਰਵਾਂਗੇ ਤਾਂ ਆਪਾਂ ਮਿਲਾਂਗੇ ਨਾ ਕਿਸੇ ਨੂੰ। ਪਹਿਲਾਂ ਆਪਾਂ ਖਿਆਲ ਰੱਖੀਏ ਸਾਰੇ ਬੱਚਿਆਂ ਦਾ ਵੀ, ਬੱਚੇ ਆਪਣਾ ਜਿੱਦਾਂ ਰੱਖਣ ਖਿਆਲ, ਜਿਹੜੇ ਕੰਮਾਂ ਤੋਂ ਆਉਂਦੇ ਉਹ ਨਹਾ ਧੋ ਕੇ ਆਪਣੇ ਮਾਂ-ਬਾਪ ਦੇ ਕੋਲ, ਸਿਆਣਿਆਂ ਦੇ ਕੋਲ, ਦਾਦੀ ਬਾਬੇ ਕੋਲ ਜਿੱਦਾਂ ਨਹਾ ਧੋ ਕੇ ਜਾਣ, ਜਿੱਦਾਂ ਹੱਥ ਹੁੱਥ ਧੋ ਕੇ ਜਾਂ ਕੱਪੜੇ ਚੇਂਜ ਕਰਕੇ, ਹੈ ਨਾ, ਜਿਹੜੇ ਬਾਹਰ ਕੰਮਾਂ 'ਤੇ ਜਾਂਦੇ ਵੀ ਆ। ਅਤੇ ਸਾਰਿਆਂ ਨੂੰ ਆਪਾਂ ਨੂੰ ਰਲ ਮਿਲ ਕੇ ਖਿਆਲ ਰੱਖਣ ਦੀ ਲੋੜ ਆ, ਨਹੀਂ ਤਾਂ ਪਹਿਲਾਂ ਵਾਂਗੂ ਜਿੱਦਾਂ ਖਤਰਾ ਤਾਂ ਬਣਿਆ ਹੀ ਆ, ਹੈ ਨਾ। ਕਿਉਂਕਿ ਹੁਣ ਨਾ ਜਿਹੜੇ ਇਹ ਕੇਸ ਆ ਜੀ, ਜਦੋਂ ਅਸੀਂ ਗੱਲ ਕਰਦੇ ਬਈ 4000 ਕੇਸ ਦੀ ਗੱਲ ਕਰਦੇ, ਇਹ ਤਾਂ ਜਿਹੜੇ ਰਾਈਜ਼ ਹੁਣ ਹੋ ਰਿਹਾ, ਵੱਧ ਰਹੇ ਹੈਗੇ ਆ, ਉਹਨਾਂ ਦੀ ਗੱਲ ਆ। ਪਰ ਆਲਰੇਡੀ ਇੱਥੇ 4 ਲੱਖ ਤੋਂ ਵੱਧ ਕੇਸ ਹੈਗੇ ਆ। ਹਾਂਜੀ 4 ਲੱਖ ਦੀ ਗਿਣਤੀ ਪਹਿਲਾਂ ਹੀ ਹੈਗੀ ਆ ਜੀ ਜੀ, ਉਹ ਬਹੁਤ ਜ਼ਿਆਦਾ ਆ। ਜਿਹੜੀ 4 ਲੱਖ ਦੀ ਗਿਣਤੀ, ਉਹਨਾਂ ਤੋਂ ਅੱਗੇ ਖਰਿਆ ਕਿੱਦਾਂ ਇਹ ਸਪਰੈਡ ਹੋ ਸਕਦਾ ਹੈਗਾ, ਔਰ ਇਹ ਕਿੱਧਰ ਨੂੰ ਗੱਲ ਜਾਵੇ। ਅੱਗੇ ਦੇਖੋ ਸਿਆਣਿਆਂ ਨੂੰ ਕਹਿੰਦੇ ਸੀਗੇ ਵੀ ਜਿੱਦਾਂ 50 ਸਾਲ ਤੋਂ ਉੱਤੇ ਵਾਲਿਆਂ ਨੂੰ, 60 ਸਾਲ ਤੋਂ ਉੱਤੇ ਵਾਲਿਆਂ ਨੂੰ। ਹੁਣ ਤਾਂ ਬੱਚੇ ਵੀ ਇਹਦੇ ਜਿੱਦਾਂ ਅੜਕੇ ਆ ਗਏ ਆ, ਬੱਚੇ ਵੀ ਕਿੰਨੇ ਬਿਮਾਰ ਹੋਏ ਹੈਗੇ ਆ, ਜਿੱਦਾਂ ਵੀ ਉਹਨਾਂ ਨੂੰ ਵੀ ਪ੍ਰੋਬਲਮ ਆਈ ਹੋਈ ਆ। ਅਤੇ ਤੁਹਾਨੂੰ ਸਾਰਿਆਂ ਨੂੰ ਖਿਆਲ ਰੱਖਣਾ ਪੈਣਾ ਆ, ਜਿੱਦਾਂ ਬੱਚਿਆਂ ਨੂੰ ਵੀ, ਤਾਂ ਆਪਣੇ ਘਰ ਵੀ। ਬਾਹਰ ਤੁਸੀਂ ਘੁੰਮਦੇ ਆ, ਮਾਸਕ ਜ਼ਰੂਰ ਪਾਓ, ਤੁਸੀਂ ਹੱਥ ਕਲੀਨ ਜ਼ਰੂਰ ਕਰੋ। ਜਦੋਂ ਵੀ ਕਿਸੇ ਚੀਜ਼ ਨੂੰ ਹੱਥ ਲਾਉਣੇ ਬਾਹਰ ਜਾ ਕੇ, ਤਾਂ ਆ ਕੇ ਜ਼ਰੂਰ ਆਪਣੀਆਂ ਡੋਰਾਂ ਨੂੰ, ਆਪਣੇ ਘਰ ਹੱਥ ਸਾਫ਼ ਜ਼ਰੂਰ ਕਰੋ, ਹੈ ਨਾ। ਇਹ ਸਾਰਾ ਕੁਝ ਹੋਇਆ ਨਾ ਜਾਂ ਸਾਡੀ ਅਣਗਹਿਲੀ ਦੇ ਕਾਰਨ ਹੀ ਹੋਇਆ, ਕਿਉਂ ਅਸੀਂ ਘੇਸਲੇ ਜਿਹਾ ਹੋ ਗਏ, ਮੁੜ ਕੇ ਉਹ ਗੱਲਾਂ ਬਾਤਾਂ ਅਸੀਂ ਸੋਚੀਆਂ ਨਹੀਂ ਹੈਗੀਆਂ। ਚੇਤਾ ਭੁਲਾਤਾ ਵੀ ਪਹਿਲਾਂ ਕੀ ਹੋਇਆ ਸੀ। ਹਾਂਜੀ, ਉਹ ਸਾਰਾ ਪਹਿਲਾਂ ਤਾਂ ਅਸੀਂ ਡੋਰਾਂ ਡਾਰਾਂ ਬਹੁਤ ਸਾਫ਼ ਕੀਤੀਆਂ, ਤੇ ਮੁੜ ਕੇ ਚੇਤਾ ਭੁੱਲ ਗਿਆ ਵੀ ਇਹ ਚਲੋ ਹੁਣ ਠੀਕ ਹੈ ਸਾਰਾ ਕੁਝ, ਤੇ ਉਹ ਛੇਤੀ ਹੋ ਗਿਆ ਜਿੱਦਾਂ। ਨਹੀਂ ਤਾਂ ਇਹ ਜਿਹੜਾ ਵਾਇਰਸ ਆ ਨਾ, ਜਿੱਦਾਂ ਅਸੀਂ ਥੋੜ੍ਹੇ ਜਿਹੇ ਸਧਾਰਨ ਜਿਹੇ ਤਰੀਕੇ ਨਾਲ ਸੋਚੀਏ ਤਾਂ ਇਹ ਜਦੋਂ ਇਹਨੂੰ ਕੋਈ ਟੱਚ ਨਾ ਕਰੇ ਤਾਂ ਇਹ 2-4 ਦਿਨਾਂ ਬਾਅਦ ਮਰ ਜਾਂਦਾ ਹੈਗਾ, ਫਿਨਿਸ਼ ਹੋ ਜਾਂਦਾ ਹੈਗਾ। ਤੇ ਜਦੋਂ ਇਹ ਜੇ ਅਸੀਂ ਬਿਲਕੁਲ 100% ਲੋਕਡਾਊਨ ਕਰ ਦਿੱਤਾ, ਮਹੀਨੇ ਕੇ 1.5 ਮਹੀਨੇ ਦੇ ਅੰਦਰ ਦੀ ਗੱਲ ਹੈਗੀ, ਜਿਹਨਾਂ ਨੂੰ ਜਿਹੜੇ ਬੱਚੇ ਉਹ ਬਚੇ ਰਹਿਣੇ ਸੀ, ਜਿਹਨਾਂ ਨੂੰ ਹੋਇਆ ਸੀ ਉਹਨੇ ਵੀ ਵੱਜ ਜਾਣਾ ਸੀ, ਫਿਨਿਸ਼ ਹੋ ਜਾਣਾ ਸੀ। ਪਰ ਕਿਉਂਕਿ 100% ਲੋਕਡਾਊਨ, ਅਸੀਂ ਉਦੋਂ ਵੀ ਗੱਲ ਕੀਤੀ ਸੀ, ਹੋ ਨਹੀਂ ਸਕਦਾ, ਕਿੰਨੀਆਂ ਫਾਰਮਾਂ 'ਚ ਸਾਨੂੰ ਕੈਰੀ ਔਨ ਰੱਖਣੀਆਂ ਪੈਂਦੀਆਂ ਹੈਗੀਆਂ। ਸੋ ਇਸ ਕਰਕੇ ਹੌਲੀ ਹੌਲੀ ਕਰਦਿਆਂ ਕਿਤੇ ਵੱਧਦਾ ਕਿਤੇ ਘੱਟਦਾ, ਇੱਦਾਂ ਤਰੀਕੇ ਨਾਲ ਇਹਨੂੰ ਘਟਾਉਣ ਦੀ ਕੋਸ਼ਿਸ਼ ਚੱਲਦੀ ਹੈਗੀ ਆ। ਸੋ ਜੇ ਇਹ ਸਾਡਾ ਰੇਟ ਜਿਹੜਾ ਘਟ ਜਾਂਦਾ ਫਿਰ ਤਾਂ ਚੰਗੀ ਗੱਲ ਆ, ਨਹੀਂ ਤਾਂ ਸਾਨੂੰ ਇਹਦਾ ਖਤਰਾ ਬਹੁਤ ਹੈ, ਦੁਬਾਰਾ ਵੀ ਲੋਕਡਾਊਨ ਹੋ ਸਕਦਾ ਹੈਗਾ। ਹਾਂਜੀ, ਸਾਰੀ ਇਹ ਗੱਲਾਂ ਅਜੇ ਤਾਂ ਨਹੀਂ ਲੋਕਡਾਊਨ ਹੋਇਆ ਦੁਬਾਰਾ ਪੂਰੇ ਨੂੰ ਲੋਕਡਾਊਨ ਉਸ ਤਰ੍ਹਾਂ ਦਾ ਤਾਂ ਨਹੀਂ ਹੋਇਆ, ਬਿਲਕੁਲ ਹੀ ਇਹਨੂੰ ਬੰਦ ਕਰ ਦਿੱਤਾ ਤੁਹਾਡਾ। ਕਿਉਂਕਿ ਅਸੀਂ ਦੇਖਦੇ ਹਾਂ ਬਈ ਸਕੂਲ, ਕਾਲਜ, ਬਿਜ਼ਨਸ, ਔਰ ਉਦੋਂ ਬਿਜ਼ਨਸ ਵੀ ਸਾਰੇ ਬੰਦ ਹੋ ਗਏ ਸੀ, ਸਕੂਲ ਕਾਲਜ ਵੀ ਸਾਰੇ ਬੰਦ ਸੀ, ਸਾਰਾ ਕੁਛ। ਤੇ ਖਾਸ ਕਰਕੇ ਜਿਹੜੀ ਯੂਨੀਵਰਸਿਟੀਆਂ ਬਿਲਕੁਲ ਬੰਦ ਸੀਗੀਆਂ, ਖਾਣੇ ਵਾਲੇ ਸਟੋਰ ਬਸ। ਹੁਣ ਯੂਨੀਵਰਸਿਟੀਆਂ ਵੀ ਖੁੱਲ੍ਹ ਗਈਆਂ, ਸਕੂਲ ਸਾਰੇ ਖੁੱਲ੍ਹੇ ਇਸ ਵੀਕ ਤੋਂ, ਹੈ ਨਾ। ਤੇ ਸਕੂਲ ਵੀ ਖੁੱਲ੍ਹੇ, ਬਿਜ਼ਨਸ ਵੀ ਖੁੱਲ੍ਹੇ ਆ, ਤੇ ਕਾਲਜ ਵੀ ਖੁੱਲ੍ਹੇ ਆ। ਸੋ ਇਹਦਾ ਕਿੰਨਾ ਕੁ ਹੁਣ ਅਸਰ ਹੁੰਦਾ, ਕਿਉਂਕਿ ਇਹ ਕਦੀ ਨਾ ਸਾਨੂੰ ਵੀ ਇੱਦਾਂ ਲੱਗਦਾ ਵੀ ਜਿਹੜਾ ਕਨਫਿਊਜ਼ਨ ਜਿਹਾ ਹੈਗਾ ਆ, ਕਿਤੇ ਤਾਂ ਅਸੀਂ ਕਹਿੰਦੇ ਆ ਵੀ ਇਕੱਠੇ ਨਾ ਹੋਈਏ, ਕਿਤੇ ਤਾਂ ਅਸੀਂ ਕਹਿੰਦੇ ਹਜ਼ਾਰਾਂ ਇਕੱਠੇ ਹੈਗੇ ਆ। 10 ਵਜੇ ਤੋਂ ਪਹਿਲਾਂ ਹੁਣ ਇਹ ਵੀ ਗੱਲਾਂ ਆ ਰਹੀਆਂ ਵੀ ਯੂਨੀਵਰਸਿਟੀ ਦੇ ਵਿੱਚ ਬੱਚੇ ਗਏ ਹੋ ਹੈਗੇ ਆ, ਤੇ ਉੱਥੋਂ ਵੀ ਸ਼ਿਕਾਇਤਾਂ ਆ ਰਹੀਆਂ ਵੀ ਉਹਨਾਂ ਨੂੰ ਵੀ ਹੁਣ ਕੁਆਰੰਟੀਨ ਕਰਨਾ ਪੈ ਗਿਆ ਹੈ, ਉਹਨਾਂ ਨੂੰ ਵੀ ਇਕੱਲੇ ਇਕਾਂਤ ਵਿੱਚ ਰਹਿਣਾ ਪਊਗਾ, ਕਿਉਂਕਿ ਉਹਨਾਂ ਨੂੰ ਪ੍ਰੋਬਲਮ ਸ਼ੁਰੂ ਹੋ ਗਈ ਹੈਗੀ ਆ। ਸੋ ਇਹ ਗੱਲਾਂ, ਕਿਉਂਕਿ ਨਵੇਂ ਬੱਚੇ ਗਏ ਹੈ ਯੂਨੀਵਰਸਿਟੀਆਂ ਵਿੱਚ, ਉਹ ਇੱਕ ਦੂਜੇ ਨੂੰ ਮਿਲਦੇ ਚੰਗੀ ਤਰ੍ਹਾਂ, ਤੇ ਮਿਲਦਿਆਂ ਇੱਕ ਦੂਜੇ ਪਤਾ ਨਹੀਂ ਕਿਤੋਂ ਕਿੱਧਰ ਨੂੰ ਲੱਗ ਜਾਣੀ ਆ, ਤੇ ਉਹ ਲਪੇਟ ਵਿੱਚ ਵੀ ਆਉਂਦੇ ਹੈਗੇ ਆ। ਸੋ ਉਹਨਾਂ ਨੂੰ ਵੀ ਸਾਵਧਾਨ ਹੋਣ ਦੀ ਲੋੜ ਆ। ਜਵਾਨ ਬੱਚੇ ਹੈਗੇ ਆ, ਜਵਾਨਾਂ ਜ਼ਿੰਦਗੀਆਂ ਕੀਮਤੀ ਆ, ਤੁਸੀਂ ਅੱਗੇ ਵਧਣਾ ਹੈਗਾ ਆ, ਬਹੁਤ ਸਾਰੇ ਕੰਮ ਕਰਨੇ ਹੈਗੇ ਆ। ਇਹ ਨਾ ਹੋਵੇ ਵੀ ਛੋਟੀ ਜਿਹੀ ਗਲਤੀ ਦੇ ਨਾਲ ਅਸੀਂ ਜਿਹੜਾ ਬਹੁਤ ਸਾਰਾ ਜਿਹੜਾ ਆਪਣਾ ਨੁਕਸਾਨ ਜਿਹੜਾ ਉਹ ਲੈ ਲਈਏ, ਸਹੇੜ ਲਈਏ, ਹੈ ਨਾ। ਇੱਦਾਂ ਜਿਹੜੀਆਂ ਇਹ ਹੋਰ ਜਗ੍ਹਾ ਵੀ ਜਿੱਥੇ ਵੀ ਕਿਤੇ ਰਸ਼ ਪੈਂਦਾ ਹੈਗਾ, ਉਹ ਵੀ ਸਾਰਿਆਂ ਨੂੰ ਆਪਣੇ ਆਪ ਹੀ ਜਿੱਦਾਂ ਨਾ ਸਾਵਧਾਨ ਹੋਣ ਦੀ ਲੋੜ ਹੈਗੀ। ਸੋ ਇਹਦੇ 'ਤੇ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਨਾ ਇਹ ਗੱਲਬਾਤ ਜ਼ਿਆਦਾ ਵੱਧਦੀ ਦਿਸੀ, ਉਹ ਕਹਿੰਦੇ ਵੀ ਬੋਰਸ ਸਾਹਿਬ ਕਹਿੰਦੇ ਆ, ਦੈਨ ਵੀ reserve the right to deploy greater firepower with significantly with greater restriction, ਵੀ ਅਸੀਂ ਹੋਰ ਪਾਬੰਦੀਆਂ ਤੇਜ਼ ਕਰ ਸਕਦੇ ਹਾਂ ਜਦ ਫਿਰ ਜਿੱਦਾਂ ਬਿਮਾਰੀ ਵੱਧ ਜਾਣੀ ਫਿਰ ਉਹ ਕਰ ਸਕਦੇ। ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਨਾ ਮਿਲਟਰੀ ਵੀ ਉਤਾਰ ਸਕਦੇ ਹੈਗੇ ਜੀ, ਮਿਲਟਰੀ ਵੀ ਆ ਸਕਦੀ ਦੋਸਤੋ ਤੁਹਾਡੇ ਮੁਲਕ ਦੇ ਅੰਦਰ, ਜਿਹੜੀ ਕਿ ਬਾਰਡਰਾਂ ਦੇ ਉੱਤੇ ਹਮੇਸ਼ਾ ਰਹਿੰਦੀ ਆ। ਫਿਰ ਤੁਸੀਂ ਪੁਲਿਸ ਤੋਂ ਨਾ ਕੰਟਰੋਲ ਹੋਏ ਤਾਂ ਉਹ ਵੀ ਤੁਹਾਡੇ ਲਈ ਇੰਤਜ਼ਾਮ ਕੀਤੇ ਜਾਣਗੇ ਵੀ ਸਾਨੂੰ ਕੋਈ ਮਤਲਬ ਅਸੀਂ ਹਰ ਤਰ੍ਹਾਂ ਜਾਨਾਂ ਬਚਾਉਣ ਦੀ ਕੋਸ਼ਿਸ਼ ਕਰਨੀ ਹੈਗੀ ਆ। ਤੇ ਜੇ ਇਹ ਜਾਨਾਂ ਅਸੀਂ
ਕਿਸੇ ਵੀ ਕੀਮਤ ਤੇ ਬਚਾਉਣੀਆਂ ਹੈ ਜੀ ਜੀ। ਜੋ ਵੀ ਸਾਨੂੰ ਇਹ ਛੋਟੀ ਗੱਲ ਥੋੜੀ ਕਿਹੜਾ ਲੜਾਈ ਆ ਵੀ ਲੜਾਈ ਹੋ ਕੇ ਹਟ ਜਾਣੀ ਹੈ, ਇਹ ਤਾਂ ਸਿੱਧਾ ਅਟੈਕ ਹੀ ਆ ਜਿੱਦਾਂ ਹਰ ਇੱਕ ਬੰਦੇ ਤੇ। ਪਰ ਜਦੋਂ ਕਿਸੇ ਨੂੰ ਵੀ ਉਹ ਹੋ ਜਾਂਦੀ ਚੀਜ਼ ਤਾਂ ਉਹਨੂੰ ਬਸ ਖਤਰਾ ਹੀ ਆ, ਤੇ ਸਾਰਿਆਂ ਨੂੰ ਆਪਾਂ ਨੂੰ ਡਰ ਕੇ ਰਹਿਣਾ ਚਾਹੀਦਾ ਆ, ਬਚ ਕੇ ਰਹਿਣਾ ਚਾਹੀਦਾ, ਹਰ ਇੱਕ ਨੂੰ ਆਪਾਂ ਬਚਾਈਏ। ਆਪਾਂ ਵੀ ਜਿੱਦਾਂ ਕਿਸੇ ਦੇ ਕੋਲ ਜਾਂਦੇ ਆ ਉਹਨੂੰ ਇਦਾਂ ਨਾ ਕਹੀਏ ਵੀ ਸਿਆਣਿਆਂ ਕੋ ਅਸੀਂ ਗਏ ਆ ਤਾਂ ਉੱਦਾਂ ਹੀ ਚੱਲ ਜਾਈਏ, ਉਹਨਾਂ ਨੂੰ ਉੱਦਾਂ ਹੀ ਹੱਥ ਲਾਈ ਜਾਈਏ, ਉੱਦਾਂ ਹੀ ਮਿਲੀ ਜਾਈਏ। ਜਾਂ ਕਿਸੇ ਨੂੰ ਕੋਈ ਚੀਜ਼ ਚਾਹੀਦੀ ਤੁਸੀਂ ਜਿੱਦਾਂ ਪਹਿਲਾਂ ਵਾਂਗ ਛੱਡ ਕੇ ਆ ਜਾਓ ਬਾਹਰ, ਤਾਂ ਜ਼ਰੂਰੀ ਨਹੀਂ ਵੀ ਤੁਸੀਂ ਅੰਦਰ ਜਾ ਕੇ ਉਹਨਾਂ ਦੇ ਨਾਲ ਖਾਣਾ ਪੀਣਾ ਬਹਿ ਕੇ। ਤੇ ਬੱਚਿਆਂ ਨੂੰ ਵੀ ਜਿੱਦਾਂ ਅੱਗੇ ਵਾਂਗੂ ਹੀ ਹੋਣਾ ਚਾਹੀਦਾ ਵੀ ਉਹ ਨਾ ਘਰਾਂ ਦੇ ਵਿੱਚ ਜਾਣ ਆਪਣੇ ਸਿਆਣਿਆਂ ਦੇ ਕੋਲ, ਹੈ ਨਾ। ਤੇ ਬੱਚੇ ਵੀ ਠੀਕ ਠਾਕ ਰਹਿਣ, ਮਾਂ-ਬਾਪ ਵੀ ਠੀਕ ਠਾਕ ਰਹਿਣ, ਸਾਰੀ ਦੁਨੀਆ ਠੀਕ ਠਾਕ ਰਹੇ, ਇਦਾਂ ਹੀ ਆ। ਕਰੋਨਾ ਦਾ ਜਿਹੜਾ ਇੰਨੀ ਗਿਣਤੀ ਵਧਣ ਦੇ ਨਾਲ ਜੀ ਇਹ ਜਿਹੜੇ ਵਾਇਰਸ ਦੇ ਕੇਸ ਇੰਨੇ ਵਧੇ ਹੈਗੇ ਆ ਪਹਿਲਾਂ ਜਿੰਨੇ ਹੋਏ ਹੈਗੇ ਆ, ਇਹਦੇ ਨਾਲ ਜਿਹੜੀ ਹਸਪੀਟਲ ਦੇ ਅੰਦਰ ਵੀ ਗਿਣਤੀ ਜਿਹੜੀ ਵਧਣੀ ਸ਼ੁਰੂ ਹੋ ਗਈ। ਹਾਂਜੀ, ਉੱਥੇ ਵੀ ਉਹ ਦੁੱਗਣੀ ਸ਼ੁਰੂ ਹੋ ਗਈ ਹੈਗੀ। ਹਾਂਜੀ। ਸੋ ਇਹ ਜਿਹੜੇ ਹਸਪੀਟਲ ਬੰਦ ਕਰ ਦਿੱਤੇ ਸੀ, ਨਾਈਟਿੰਗੇਲ ਵਗੈਰਾ ਲੰਡਨ 'ਚ ਬਣਾਏ ਸੀ, ਈਸਟ ਲੰਡਨ ਦੇ ਵਿੱਚ ਜਾਂ ਹੋਰ ਇੱਧਰ ਉੱਧਰ ਬਣਾਏ ਸੀ, ਉਹਨਾਂ 'ਤੇ ਵੀ ਲੱਗਦਾ ਵੀ ਇਹ ਮੁੜ ਕੇ ਫੇਰ ਉਹਨਾਂ ਨੂੰ ਖੋਲ੍ਹਣ ਦੀ ਕਿਤੇ ਤਿਆਰੀ ਨਾ ਹੋ ਜਾਵੇ ਜੇ ਅਸੀਂ ਇਹ ਨਾ ਸੋਚਿਆ। ਨਹੀਂ ਹੁਣ ਜੇ 5-5 6-6 ਹਜ਼ਾਰ ਲੋਕੀ ਹੁੰਦੇ ਆ ਤਾਂ ਉਹਦੇ ਨਾਲ ਤਾਂ ਫਿਰ ਮੁਸ਼ਕਿਲ ਹੀ ਆ, ਹੈ ਨਾ। ਹਾਂ ਜੇ ਹਾਂ ਇਹ ਪਹਿਲਾਂ ਤਾਂ ਬਿਲਕੁਲ ਇੰਤਜ਼ਾਮ ਨਹੀਂ ਸੀ ਜਦੋਂ ਪਹਿਲੀ ਵਾਰੀ ਵਧਿਆ ਸੀਗਾ ਇਹਨਾਂ, ਤੇ ਕਿਉਂਕਿ ਮਾਸਕ ਵਗੈਰਾ ਜਾਂ ਕੀ ਕਹਿੰਦੇ ਅਸੀਂ ਵੈਂਟੀਲੇਟਰ ਵਗੈਰਾ ਦੀ ਕਮੀ ਸੀਗੀ, ਸਾਰੀਆਂ ਕਮੀਆਂ ਸੀਗੀਆਂ। ਹੁਣ ਨਹੀਂ, ਉਹ ਤਾਂ ਨੇੜੇ ਤੇੜੇ ਕੀਤਾ ਹੋਊਗਾ, ਇੰਤਜ਼ਾਮ ਵੀ ਕੀਤੇ ਹੋਣਗੇ, ਥੋੜ੍ਹਾ ਬਹੁਤਾ ਪਹਿਲੇ ਚੇਤਾਨੇ ਵੀ ਹੋਏ ਆ, ਲੋਕ ਵੀ ਚੇਤਾਨੇ ਵੈਸੇ ਤਾਂ ਹੋਏ, ਇਹਨਾਂ ਨੂੰ ਪਤਾ ਵੀ ਪਹਿਲੀਆਂ ਗੱਲਾਂ ਕੀ ਸੀ, ਹੁਣ ਕੀ ਕਰਨਾ ਸੀ। ਹਾਂਜੀ, ਨਹੀਂ ਭੈਣ ਭਰਾਵਾਂ ਨੇ ਕਾਫੀ ਉਹ ਜਿੱਦਾਂ ਖਿਆਲ ਰੱਖਿਆ ਕਰਕੇ ਇੰਨੀ ਬਿਮਾਰੀ ਘਟੀ ਸੀਗੀ। ਤੇ ਇਦਾਂ ਹੀ ਹੁਣ ਆਪਾਂ ਫੇਰ ਸਾਰਿਆਂ ਨੂੰ ਖਿਆਲ ਰੱਖਣ ਦੀ ਲੋੜ ਹੈ। ਇਦਾਂ ਹੀ ਮੁੜ ਕੇ ਵਾਪਸ ਜਿੱਦਾਂ ਬਿਮਾਰੀ ਚੱਲ ਜਾਵੇ ਤਾਂ ਆਪਾਂ ਨੂੰ ਖਿਆਲ ਰੱਖਣ ਦੀ ਲੋੜ ਆ ਨਾ। ਹੁਣ ਜੇ ਅਸੀਂ ਕਹਿੰਦੇ ਵੀ ਹਸਪੀਟਲ ਦੇ ਵਿੱਚ ਦੁੱਗਣੀ ਗਿਣਤੀ ਹੋਈ ਆ, ਡਬਲ ਐਡਮਿਸ਼ਨ ਹੋ ਗਿਆ ਲੋਕਾਂ ਦਾ, ਐਡਮਿਟ ਹੋਏ ਆ ਹਸਪੀਟਲ ਦੇ ਅੰਦਰ, ਤੇ ਇਹਦਾ ਮਤਲਬ ਹੁਣ ਆਪਾਂ ਹੀ ਆ ਉਹ ਸਾਰੇ ਜੀ, ਆਪਣੇ ਭੈਣ ਭਰਾ ਆ ਉਹ ਜਿਹੜੇ ਗਏ ਹੈਗੇ ਅੰਦਰ ਹਸਪੀਟਲ ਦੇ, ਤੇ ਆਪਣੇ 'ਚ ਵਾਇਰਸ ਉਹ ਵੱਧ ਕੇ ਉੱਥੇ ਗਿਆ ਹੈਗਾ, ਤੇ ਉਹਨਾਂ ਨੂੰ ਵੀ ਵਿਪਤਾ ਬਣੀ, ਸਾਨੂੰ ਵੀ ਵਿਪਤਾ ਬਣੀ ਹੋਆ, ਜੇ ਸਟਾਫ ਨੂੰ ਵੀ ਵਿਪਤਾ ਹੀ ਆ। ਉਹ ਵਿਚਾਰਿਆਂ ਨੂੰ ਤੁਸੀਂ ਦੇਖਿਆ ਨਰਸਾਂ ਵਗੈਰਾ ਨੂੰ ਕਿੱਦਾਂ ਪਿਛਲੀ ਵਾਰੀ ਦਿਖਾਲਦੇ ਸੀ, ਇੰਨਾ ਉਹ ਹਾਂਜੀ ਕਿੱਦਾਂ ਤੰਗੀ ਸੀ ਉਹਨਾਂ ਦੀ ਆਉਂਦੀ ਹੈ ਨਾ, ਔਰ ਉਹ ਵੀ ਬਥੇਰੇ ਆਪਣੇ ਆਪ ਹੀ ਜਿੱਦਾਂ ਉਹਨਾਂ ਦੀਆਂ ਜਾਨਾਂ ਕਿੰਨੀਆਂ ਗਈਆਂ ਬਹੁਤ ਗਈਆਂ, ਹੈ ਨਾ। ਤੇ ਹੋ ਸਕਦਾ ਆ ਬਈ ਕਿਉਂਕਿ ਠੰਡ ਉਤਰ ਰਹੀ ਹੈਗੀ ਆ ਜੀ, ਤੇ ਜਿਹੜਾ COVID-19 ਆ ਉਹ ਆਪਣੇ ਹੋਰ ਪੈਰ ਪਸਾਰ ਲਵੇ ਜੀ, ਉਹ ਵੱਧ ਜਾਵੇ ਹੋਰ ਸ਼ਾਇਦ। ਇਹ ਖਾਦਸ਼ਾ ਜਿਹੜਾ ਜ਼ਾਹਰ ਕੀਤਾ ਗਿਆ ਹੈਗਾ ਉਹਨਾਂ ਵੱਲੋਂ ਬਈ ਇਹ ਜਲਦੀ ਇਹ ਫੈਲਿਆ ਤਾਂ ਹੈ, ਸਾਨੂੰ ਇਹ ਵੀ ਡਰ ਆ ਵੀ ਕਿਤੇ ਇਹ ਵਾਇਰਸ ਦੇ ਨਾਲ ਥੋੜ੍ਹੇ ਬਹੁਤੇ ਵਾਇਰਸ ਦੇ ਅਸਰ ਹੋਣਗੇ, ਥੋੜ੍ਹੇ ਬਹੁਤੇ ਫਲੂ ਦੇ ਅਸਰ ਹੋਣਗੇ, ਵੀ ਕਿੱਧਰ ਨੂੰ ਫਿਰ ਗੱਲ ਜਾਂਦੀ ਹੈਗੀ ਆ। ਵੀ ਜਿਹੜੇ ਟੀਕੇ ਲਵਾਉਣ ਵਾਲੇ ਜਿਹੜੇ ਲਵਾਉਂਦੇ ਆ ਪਹਿਲਾਂ ਜ਼ਰੂਰੀ ਲਵਾਉਣੇ ਚਾਹੀਦੇ, ਤਾਂ ਹੋਰ ਵੀ ਉਹਨਾਂ ਨੇ ਦੱਸਿਆ ਵੀ ਜਿਹੜੀ ਵਿਟਾਮਿਨ ਡੀ ਆ ਉਹ ਜ਼ਰੂਰ ਲਓ ਤੁਸੀਂ, ਹੈ ਨਾ, ਵੀ ਇਹਦਾ ਵੀ ਕਾਫੀ ਫਾਇਦਾ ਹੁੰਦਾ, ਤਾਂ ਲੈਣੀ ਚਾਹੀਦੀ ਹੈ ਜਿੱਦਾਂ ਸਿਹਤ ਲਈ ਆਪਣੀ ਲਈ, ਹੈ ਨਾ। ਤੇ ਇੱਦਾਂ ਕੋਈ ਜਿੱਦਾਂ ਚੀਜ਼ਾਂ ਆਪਾਂ ਹੁਣ ਜਿੱਦਾਂ ਐਨ ਕਲੀਅਰ ਤਾਂ ਹੈ ਨਹੀਂ ਗੱਲ ਵੀ ਇਹਦੇ ਨਾਲ ਠੀਕ ਹੁੰਦਾ, ਪਰ ਜਿਹੜੀ ਚੀਜ਼ ਉਹ ਕਹਿੰਦੇ ਆ ਉਹ ਸਾਇੰਟਿਸਟ ਵੱਡੇ ਬੈਠੇ ਉਹਨਾਂ ਨੇ ਚੈੱਕ ਤਾਂ ਕੀਤਾ ਹੋਊਗਾ ਕੁਛ ਨਾ ਕੁਛ। ਜਦ ਨਾ ਪਿਛਲੀ ਵਾਰੀ ਗੱਲਾਂ ਹਾਂ ਵੈਕਸੀਨ ਦੀ ਪਹਿਲਾਂ ਅਸੀਂ ਗੱਲ ਕਰ ਲੈਂਦੇ, ਫਲੂ ਵੈਕਸੀਨ ਦੀ, ਕਿਤੇ ਰਹਿ ਨਾ ਜਾਵੇ, ਕਿਉਂਕਿ ਹੁਣ ਇਸ ਵੇਲੇ ਨਾ ਇਹ ਜਿਹੜੇ ਫਲੂ ਦਾ ਜਾਬ ਇਹਨੂੰ ਕਹਿੰਦੇ ਆ, ਵੈਕਸੀਨ ਕਹਿੰਦੇ, ਫਲੂ ਦਾ ਟੀਕਾ ਕਹਿ ਲੈਂਦੇ ਆਪਾਂ ਸੌਖੇ ਸ਼ਬਦਾਂ ਵਿੱਚ ਕਹਿੰਦੇ, ਫਲੂ ਦੇ ਟੀਕੇ ਲੱਗਦੇ ਆ ਜੀ। ਇਹ ਜਿਹੜੇ ਟੀਕੇ ਲੱਗਦੇ, ਇਹ ਵੈਕਸੀਨ ਕਾਫੀ ਦੇਰ ਤੋਂ ਬਣਾਈ ਗਈ ਹੈਗੀ ਆ, ਔਰ ਕਾਫੀ ਕਾਮਯਾਬ ਵੈਕਸੀਨ ਹੈਗੀ ਆ ਜੀ। ਹੋ ਸਕਦਾ ਕਿਸੇ ਨੂੰ ਕੋਈ ਇੱਕ ਦੋ ਵਾਰੀ ਮੈਂ ਸੁਣੀਆਂ ਗੱਲਾਂ ਵੀ ਸਾਈਡ ਇਫੈਕਟ ਵੀ ਹੋ ਜਾਂਦੇ, ਕਿਤੇ ਹੋ ਜਾਂਦਾ ਹੋਊਗਾ ਕਿਸੇ ਕਾਫੀ ਚਿਰ ਹੋ ਗਿਆ। ਪਿਛਲੇ ਸਾਲ ਦੀ ਗੱਲ ਇੱਕ ਭੈਣ ਨੇ ਸਾਡੇ ਨੇ ਦੱਸਿਆ ਸੀਗਾ ਫੋਨ ਕਰਕੇ ਵੀ ਸਾਨੂੰ ਉਹ ਸੈੱਟ ਨਹੀਂ ਬੈਠੀ ਸੀ ਸਾਡੇ ਬੱਚੇ ਨੂੰ, ਤਾਂ ਹਸਪੀਟਲ ਜਾਣਾ ਪਿਆ ਸੀ। ਪਰ ਇਹ ਸਾਰਿਆਂ ਨੂੰ ਬਹੁਤ ਮੈਜੋਰਿਟੀ ਜਿਹੜੀ ਹੈ ਇਹਦੇ ਨਾਲ ਠੀਕ ਹੁੰਦੀ ਹੈਗੀ ਆ, ਉਹਨਾਂ 'ਤੇ ਅਸਰ ਜਿਹੜਾ ਫਲੂ ਦਾ ਘੱਟ ਜਾਂਦਾ ਹੈਗਾ। ਜੇ ਕਿਤੇ ਹੋ ਵੀ ਜਾਵੇ ਤਾਂ ਉਨਾ ਅਸਰ ਨਹੀਂ ਹੁੰਦਾ ਜਿੰਨਾ ਦੂਜੇ ਲੋਕਾਂ ਨੂੰ ਹੋ ਜਾਂਦਾ ਹੈਗਾ, ਤੁਸੀਂ ਬਚੇ ਰਹਿੰਦੇ ਹੈਗੇ, ਕਾਫੀ ਤੁਹਾਡਾ ਵਿਚਾਰ ਇਹਦਾ ਇਮਿਊਨਿਟੀ ਤੁਹਾਡੀ ਬਣੀ ਰਹਿੰਦੀ ਹੈਗੀ ਆ, ਤੁਹਾਡੇ ਅੰਦਰ ਜਿਹੜੀ ਬਿਮਾਰੀ ਆ ਉਹਦੇ ਨਾਲ ਲੜਾਈ ਕਰਨ ਦੀ ਸ਼ਕਤੀ ਜਿਹੜੀ ਆ ਉਹ ਪੈਦਾ ਹੋ ਜਾਂਦੀ ਹੈਗੀ, ਸੋ ਤੁਸੀਂ ਬਚੇ ਰਹਿੰਦੇ ਹੈਗੇ ਆ। ਔਰ ਇਹਦੇ ਵਿੱਚ ਜਿਹੜੇ ਬੱਚੇ ਆ ਤੇ ਸਿਆਣੇ ਲੋਕ
ਉਹ ਵੀ ਆਉਂਦੇ ਆ, ਉਹ ਵੀ ਉਹਨਾਂ ਦੇ ਵੀ ਲੱਗਦੇ ਹੈਗੇ ਆ। ਔਰ ਜਿਹੜੇ ਬਿਮਾਰ ਲੋਕ ਆ ਜਿਨ੍ਹਾਂ ਨੂੰ ਕੋਈ ਹਾਰਟ ਵਗੈਰਾ ਦੀਆਂ, ਸਟ੍ਰੋਕ ਵਗੈਰਾ ਦੀਆਂ ਜਾਂ ਹੋਰ ਕਿਸੇ ਤਰ੍ਹਾਂ ਦੀਆਂ ਵੀ ਸੀਰੀਅਸ ਬਿਮਾਰੀਆਂ, ਸ਼ੂਗਰ ਵਗੈਰਾ ਦੀਆਂ ਹੈਗੀਆਂ ਜਾਂ ਕਿਡਨੀ ਪ੍ਰੋਬਲਮਸ ਹੈਗੀਆਂ, ਇੱਦਾਂ ਦੇ ਤੁਹਾਨੂੰ ਪਤਾ ਲੱਗ ਜਾਣਾ ਉੱਥੇ ਹਸਪੀਟਲ ਜਾ ਕੇ, ਤੁਹਾਨੂੰ ਦੱਸੇ ਦਿੰਦੇ ਆਪਣੇ ਡਾਕਟਰ ਵੀ ਲੋਕਾਂ ਨੂੰ ਇਹ ਲੱਗਦੇ ਹੈਗੇ ਆ। ਔਰ ਖਾਸ ਕਰਕੇ ਪ੍ਰੈਗਨੈਂਟ ਲੇਡੀਜ਼ ਜਿਹੜੀਆਂ ਹੈਗੀਆਂ ਉਹਨਾਂ ਲਈ ਵੀ ਜੀ। ਸੋ ਇਹ ਜਿਹੜਾ ਇੰਜੈਕਸ਼ਨ ਆ, ਜਿਹੜੇ ਮਾਹਰ ਲੋਕ ਆ ਉਹ ਸਾਰੀਆਂ ਜਦੋਂ ਰਿਪੋਰਟਾਂ ਲਿਆ ਕੇ ਤੁਹਾਡੇ ਮੂਹਰੇ ਰੱਖਦੇ ਆ ਤਾਂ ਇੱਥੇ ਬਿਲਕੁਲ ਗਿਣਤੀ ਮਿਣਤੀ ਹੁੰਦੀ ਰਹਿੰਦੀ ਪਈ ਕਿਹੜੀ ਬਿਮਾਰੀ ਨਾਲ ਕਿੰਨੇ ਲੋਕ ਠੀਕ ਹੋਏ ਆ, ਕਿੰਨੇ ਠੀਕ ਹੋਏ ਆ ਜਾਂ ਕਿੰਨਿਆਂ ਦੀ ਮੌਤ ਹੋ ਗਈ ਹੈ, ਕਿੰਨੇ ਚਲੇ ਗਏ। ਦੱਸਦੇ ਕਹਿੰਦੇ ਬਹੁਤ ਜ਼ਿਆਦਾ ਮੌਤਾਂ ਹੋਈਆਂ ਪਿਛਲੇ ਸਾਲ ਵੀ ਫਲੂ ਦੇ ਨਾਲ। ਤਕਰੀਬਨ ਜਿਹੜੀਆਂ 10-12 ਹਜ਼ਾਰ ਮੇਰਾ ਖਿਆਲ ਇੱਦਾਂ ਕੁਛ ਹੈਗੀਆਂ ਮੌਤਾਂ ਉਹ ਹੋ ਜਾਂਦੀਆਂ ਹੈਗੀਆਂ ਆ, ਫਲੂ ਦੇ ਨਾਲ ਹੀ ਹੋ ਜਾਂਦੀਆਂ ਹੈਗੀਆਂ ਆ, ਤੇ ਸ਼ਾਇਦ ਵੱਧ ਘੱਟ ਹੋਣ। ਪਰ ਗੱਲ ਤਾਂ ਇਹ ਆ ਕਿ ਜੇ ਅਸੀਂ ਲਵਾ ਲਵਾਂਗੇ ਇਹਦਾ ਫਾਇਦਾ ਹੈਗਾ। ਹੁਣ ਲੱਗਦੇ ਹੈਗੇ ਆ ਟੀਕੇ, ਔਰ ਜੇ ਤੁਹਾਨੂੰ ਇਹ ਮੇਰੇ ਖਿਆਲ 60 ਸਾਲ ਤੋਂ ਬਾਅਦ ਲੱਗ ਜਾਂਦੇ, ਸਾਰਿਆਂ ਦੇ ਲੱਗ ਜਾਂਦੇ ਹੈਗੇ ਆ। ਪਰ ਇਦੋਂ ਪਹਿਲਾਂ ਜੇ ਬਿਮਾਰੀਆਂ ਤੁਹਾਨੂੰ ਜਾਂ ਕੋਈ ਬੱਚੇ ਆ ਜਾਂ ਕੋਈ ਸਿਆਣੇ ਆ ਉਹ ਵੀ ਲੱਗਦੇ ਹੈਗੇ ਆ, ਸਾਹ ਦੀ ਪ੍ਰੋਬਲਮ ਆ ਕਿਸੇ, ਹਾਂ ਕਈ ਤਰ੍ਹਾਂ ਦੀਆਂ ਕੰਡੀਸ਼ਨਾਂ ਤੁਹਾਡੀਆਂ ਆਉਂਦੀਆਂ ਉਹਦੇ ਅੰਡਰ, ਉਹਦੇ ਉੱਤੇ ਲੱਗ ਜਾਂਦੇ ਹੈਗੇ ਆ। ਜੇ ਤੁਹਾਨੂੰ ਉੱਦਾਂ ਵੀ ਜੇ ਤੁਸੀਂ ਲਵਾਉਣਾ ਹੋਵੇ ਤਾਂ 5 ਪਾਉਂਡ ਲੈਂਦੇ ਹੈਗੇ ਆ, ਤੇ ਉਹ ਤੁਸੀਂ ਆਪਣੀ ਭਾਵੇਂ ਤੁਸੀਂ ਫਾਰਮੇਸੀ ਤੋਂ ਲਵਾ ਲਓ ਜਾਂ ਜਿੱਥੋਂ ਵੀ ਲਵਾ ਲਓ, ਲਾ ਦਿੰਦੇ ਹੈਗੇ ਅੱਜ ਕੱਲ੍ਹ। ਸੋ ਸਾਰੇ ਸਹੂਲਤਾਂ ਹੈਗੀਆਂ। ਕਦੀ ਕਦੀ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਜਿਹੜੀ ਅਸੀਂ ਇਹ ਸਮਝਦੇ ਸ਼ਾਇਦ ਅਸੀਂ ਬਹੁਤ ਸਟਰੋਂਗ ਹੈਗੇ, ਜਿਹੜੇ ਭਾਰਤੀ ਲੋਕ ਆ, ਪੰਜਾਬੀ ਲੋਕ ਆ, ਜਾਂ ਅਸੀਂ ਬਾਹਰੋਂ ਆਏ ਹਾਂ, ਸਾਡੇ ਵਿੱਚ ਸ਼ਾਇਦ ਇਹਨਾਂ ਨਾਲ ਲੋਕਾਂ ਨਾਲੋਂ ਵੱਧ ਪਾਵਰ ਹੈਗੀ, ਅਸੀਂ ਕੰਮ ਬਹੁਤ ਕਰ ਲੈਂਦੇ, ਜਾਨ ਬਹੁਤ ਹੈ ਸਾਡੇ ਵਿੱਚ, ਇੱਦਾਂ ਦੀ ਗੱਲਾਂ ਅਸੀਂ ਬਹੁਤ ਕਰਦੇ ਰਹਿੰਦੇ ਵੀ ਸ਼ੇਰ ਹੁੰਦੇ ਆ ਅਸੀਂ, ਉੱਦਾਂ ਹੀ ਜਿਹੜੀਆਂ ਗੱਲਾਂ ਫੁਕਰੀਆਂ ਜਿਹੀਆਂ ਕਰਦੇ ਰਹਿੰਦੇ ਅਸੀਂ, ਹੈ ਨਾ। ਅਸਲ ਵਿੱਚ ਇਹ ਗੱਲ ਨਹੀਂ ਹੈਗੀ। ਇਹ ਤੁਸੀਂ ਦੇਖਿਆ ਹੋਣਾ ਥੋੜ੍ਹਾ ਚਿਰ ਪਹਿਲਾਂ, ਮੈਂ ਉਹ ਹੁਣ ਮੇਰੇ ਕੋਲ ਪੂਰੀ ਨਹੀਂ ਉਹ ਨੌਜਵਾਨ ਦੀ ਗੱਲ ਹੈਗੀ, ਇੱਥੇ ਗੋਰਾ ਹੀ ਆ ਨੌਜਵਾਨ ਜਿਹੜਾ ਬੋਡੀ ਬਿਲਡਰ ਸੀਗਾ, ਉਹਨੇ ਆ ਕੇ ਦੱਸਿਆ ਸੀਗਾ ਹਸਪੀਟਲ ਤੋਂ ਆ ਕੇ ਬਈ ਮੇਰਾ ਨਾ ਕਹਿੰਦਾ ਵੀ 2 ਵੀਕਾਂ ਦੇ ਵਿੱਚ 30 ਕਿਲੋ ਭਾਰ ਘਟਿਆ ਜੀ। ਇਹ ਦੇਖ ਲਓ ਵੀ 60-65 ਕਿਲੋ ਤਾਂ ਸਾਰਾ ਬੰਦੇ ਦਾ ਭਾਰ ਹੁੰਦਾ, ਆਮ ਬੰਦੇ ਦਾ 60-65-70 ਕਿਲੋ ਹੁੰਦਾ, ਜੇ 30 ਨਿਕਲ ਜਾਵੇ ਤਾਂ ਬੰਦੇ ਦਾ ਰਹਿ ਕੀ ਜਾਂਦਾ। ਤੇ ਉਹ ਸੀ ਬੋਡੀ ਬਿਲਡਰ ਜੀ, ਤੇ ਉਹ ਬੋਡੀ ਬਿਲਡਰ ਵੀ ਏਡੀ ਬੋਡੀ ਉਹਦੀ ਵੱਡੀ ਸੀ ਵੀ ਉਹ ਤਾਂ ਨੈਸ਼ਨਲ ਜਾਨੀ ਇੰਟਰਨੈਸ਼ਨਲ ਪਲੇਅਰਸ ਹੈ ਬੋਡੀ ਬਿਲਡਰਸ ਹੈਗਾ ਸੀ ਉਹ ਜੀ। ਔਰ ਉਹਦੇ ਵਿੱਚੋਂ 30 ਨਿਕਲ ਗਿਆ ਤਾਂ ਉਹ ਆਪਣੇ ਆਪ ਨੂੰ ਇਦਾਂ ਤੁਰਿਆ ਫਿਰਦਾ ਲੱਗਦਾ ਸੀ ਵੀ ਜਿੱਦਾਂ ਉਹ ਬੁੱਢਾ ਹੋ ਗਿਆ ਹੋਵੇ, ਤੁਰਨਾ ਸਿਖਾਉਂਦੇ ਸੀ ਉਹਨੂੰ। ਉਹ ਕਹਿੰਦਾ ਵੀ ਮੈਨੂੰ ਤੁਰਨ ਦਾ ਨਹੀਂ ਪਤਾ ਲੱਗਦਾ, ਪੈਰ ਰੱਖਣ ਦਾ ਕਿੱਦਾਂ, ਉਹਨੂੰ ਫਰੇਮ ਦੇ ਨਾਲ ਤੁਰਨਾ ਸਿਖਾਉਂਦੇ ਸੀ। ਜਿਹਨਾਂ 70-80-90-100 ਸਾਲਾਂ ਦੇ ਬਿਮਾਰ ਲੋਕ ਜਿਹੜੇ ਆ ਨਾ, ਉਹ ਫਰੇਮ ਲੈ ਕੇ ਆਪਾਂ ਦੇਖਦੇ ਤੁਰੇ ਫਿਰਦੇ ਗਲੀਆਂ ਦੇ ਵਿੱਚ, ਇੱਥੇ ਹੌਲੀ ਹੌਲੀ ਪੈਰ ਚੱਕਣਾ। ਮੇਰੇ ਖਿਆਲ 2 ਮਹੀਨਿਆਂ ਬਾਅਦ ਉਹ ਆਇਆ ਸੀ ਇਦਾਂ ਹੋ ਜਾਂਦਾ ਤੋਂ, ਜਿੱਦਾਂ ਹਾਂਜੀ ਲੇਟ 2-3 ਮਹੀਨੇ 2 ਮਹੀਨੇ ਕਰ ਰਿਹਾ ਸੀ। ਉਹਨੇ ਇਹ ਗੱਲ ਦੱਸੀ ਵੀ ਜਿਹੜਾ ਤੁਸੀਂ ਇਹ ਨਾ ਸੋਚੋ ਵੀ ਤੁਸੀਂ ਤਕੜੇ ਬਹੁਤ ਆ, ਤੁਹਾਨੂੰ ਹੋਣਾ ਨਹੀਂ ਹੈਗਾ। ਕਹਿੰਦਾ ਵੀ ਮੇਰੇ ਨਾਲੋਂ ਤਾਂ ਤਕੜੇ ਘੱਟੇ ਲੋਕ ਹੈਗੇ ਆ, ਵੀ ਜੇ ਮੈਨੂੰ ਹੋ ਸਕਦਾ ਤਾਂ ਤੁਸੀਂ ਲਪੇਟ ਵਿੱਚ ਤੁਸੀਂ ਵੀ ਆ ਸਕਦੇ ਹੈਗੇ ਆ। ਲੋਕਾਂ ਨੂੰ ਟ੍ਰੇਨਿੰਗ ਦੇਣ ਵਾਲਾ ਸੀ ਉਹ। ਇਸ ਕਰਕੇ ਇਹ ਜਿਹੜਾ ਵਾਇਰਸ ਹੈ ਕਿਸੇ ਸ਼ੇਰ ਨੂੰ ਨਹੀਂ ਦੇਖਦਾ ਇਹ, ਤੇ ਇਹ ਸ਼ੇਰ ਵੀ ਇਹਦੇ ਲਿਖੇ ਬਹੁਤ ਆਏ ਹੈਗੇ ਆ, ਤੇ ਉਹ ਚਲੇ ਵੀ ਗਏ ਹੈਗੇ ਇਸ ਦੁਨੀਆ ਦੇ ਉੱਤੋਂ। ਸੋ ਇਸ ਕਰਕੇ ਸਾਨੂੰ ਸਮਝਣ ਦੀ ਲੋੜ ਹੈ ਵੀ ਇਹ ਜਿਹੜਾ ਸ਼ੇਰਪੁਣਾ ਛੱਡ ਕੇ ਅਸੀਂ ਬੰਦਿਆਂ ਵਾਲੀ ਜੂਨ ਵਿੱਚ ਆ ਕੇ ਗੱਲਬਾਤ ਕਰੀਏ। ਹਾਂਜੀ, ਸੋ ਦੂਜੀ ਗੱਲ ਹੈਗੀ, ਕਿਉਂਕਿ ਅਸੀਂ ਇਹ ਸੋਚਦੇ ਹਾਂ ਵੀ ਜਿਹੜੀ ਆ ਸਰਕਾਰ ਆ, ਪਿਛਲੇ ਵਾਰੀ ਇਹ ਗੱਲਾਂ ਬਾਤਾਂ ਹੋਈਆਂ ਸੀ ਵੀ ਇੱਥੇ ਨਾ ਬੇਮ ਕਮਿਊਨਿਟੀ ਇਹਨੂੰ ਕਹਿੰਦੇ ਹੈਗੇ ਆ, ਜਿਹਦੇ ਵਿੱਚ ਬਲੈਕ ਏਸ਼ੀਅਨ ਕਮਿਊਨਿਟੀ ਜਾਂ ਮਾਈਨੋਰਿਟੀ ਐਥਨਿਕ ਕਮਿਊਨਿਟੀ ਆਉਂਦੀ ਹੈਗੀ। ਹਾਂਜੀ, ਆਪਾਂ ਰਲ ਕੇ ਸਾਰੇ ਜਿੱਦਾਂ ਏਸ਼ੀਅਨ ਸਾਡੇ ਲੋਕ ਆ ਜਾਂਦੇ ਆ, ਅਸੀਂ ਪਾਕਿਸਤਾਨ, ਇੰਡੀਆ, ਬੰਗਲਾਦੇਸ਼ ਆ ਜਾਂਦਾ। ਹਾਂਜੀ ਹਾਂਜੀ। ਹੈਲੋ ਜੀ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੌਣ ਤਾਂ ਕਿੱਥੋਂ ਬੋਲ ਰਹੇ ਜੀ? ਅਸੀਂ ਬੋਲਦੇ ਹਾਂ ਬਰਮਿੰਘਮ ਤੋਂ। ਹਾਂਜੀ, ਤੇ ਤੁਸੀਂ ਗੱਲ ਬਹੁਤ ਸੋਹਣੀ ਕਰਦੇ ਆ ਜੀ, ਥੈਂਕ ਯੂ। ਭਲਾ ਕਰਦੇ ਲੋਕਾਂ ਦਾ ਤੁਸੀਂ ਕਰੋ ਵੀ। ਇੱਕ ਪਰਮਾਤਮਾ ਦੇਖੋ ਆਪਣਾ ਕਿੰਨਾ ਸਵਾਰਦਾ ਹੈ, ਤੇ ਤੁਸੀਂ ਵੀ ਰੱਬ ਵਰਗੇ ਹੀ ਆ। ਆਪਣਾ ਨਾਮ ਦੱਸੋ ਜੀ। ਹਾਂਜੀ, ਮੇਰਾ ਨਾਮ ਜੀ ਸੁਰਿੰਦਰ ਕੌਰ ਆ। ਸੁਰਿੰਦਰ ਕੌਰ ਜੀ। ਹਾਂਜੀ, ਬਰਮਿੰਘਮ ਤੋਂ। ਹਾਂਜੀ ਹਾਂਜੀ ਹਾਂਜੀ, ਕਹੋ ਗੱਲਬਾਤ। ਤੁਸੀਂ ਨਾ ਰੱਬ ਵਰਗੇ ਹੀ ਨਾ, ਜਦ ਕੇ ਦੁਨੀਆ ਨੂੰ ਫਾਇਦਾ ਹੋਣਾ ਤੁਹਾਡੀ ਗੱਲ ਕੀਤੀ ਦਾ। ਥੈਂਕ ਯੂ ਜੀ। ਤੇ ਜਿਸ ਜਗ੍ਹਾ ਤੇ ਪਰਮਾਤਮਾ ਤੁਹਾਨੂੰ ਬਿਠਾ ਲਿਆ ਹੈ, ਭਲਾ ਕਰਨ ਲਈ ਬਿਠਾ ਲਿਆ ਜੀ। ਥੈਂਕ ਯੂ ਜੀ। ਤੇ ਬਹੁਤ ਚੰਗਾ ਲੱਗਾ ਤੁਹਾਡੀ ਗੱਲ ਸੁਣ ਕੇ, ਤੇ ਮੈਂ ਰਹਿ ਨਹੀਂ ਸਕੀ ਤੇ ਮੈਂ ਤੁਹਾਨੂੰ ਫੋਨ ਕੀਤਾ ਕਿ ਸ਼ਾਬਾਸ਼ ਹੈ ਤੁਹਾਡੇ, ਵੀ ਦੁਨੀਆ ਵਧੇ ਨਾ, ਘਟਣੀ ਚਾਹੀਦੀ ਆ। ਪਰਮਾਤਮਾ ਸਭ ਦਾ ਭਲਾ ਕਰਦਾ, ਜਦ ਤੱਕ ਬਰਸਾਵੇ। ਜੀ ਜੀ, ਬਿਲਕੁਲ ਬਿਲਕੁਲ। ਹਾਂਜੀ, ਤਾਂ ਜਿੱਦਾਂ ਤੁਸੀਂ ਗੱਲਬਾਤ ਕਰਦੇ ਆ, ਤੁਹਾਨੂੰ
ਵੀ ਰੱਬ ਤੰਦਰੁਸਤੀ ਦੇਵੇ, ਪਰਮਾਤਮਾ ਤੁਹਾਡੇ ਵੀ ਸਿਰ ਤੇ ਹੱਥ ਰੱਖੇ, ਵਾਹਿਗੁਰੂ ਅਸੀਂ ਤੁਹਾਡੀਆਂ ਗੱਲਾਂ ਸੁਣਦੇ ਰਹੀਏ ਜੀ। ਬਿਲਕੁਲ ਥੈਂਕ ਯੂ ਜੀ ਤੁਹਾਡਾ ਬਹੁਤ ਸਾਰਾ। ਸੁਰਿੰਦਰ ਕੌਰ ਜੀ ਹੋਰ ਕੀ ਕਹਿਣਾ ਚਾਹੁੰਦੇ ਆ? ਬਸ ਇਹ ਕਹਿਣਾ ਚਾਹੁੰਦੀ ਜੋ ਅੱਜ ਸਮਾਂ ਆ ਬਹੁਤ ਔਖਾ ਆ, ਬੜੇ ਔਖੇ ਘਾਟੀ ਤੇ ਆਪਾਂ ਗੁਜ਼ਰ ਰਹੇ ਆ। ਬਿਲਕੁਲ ਹਾਂਜੀ। ਕੀ ਤੁਹਾਨੂੰ ਕੀ ਪਰੇਸ਼ਾਨੀ ਆ? ਹਰ ਇੱਕ ਘਰ 'ਚ ਪਰੇਸ਼ਾਨੀ ਆ। ਕਿਤੇ ਆਪਾਂ ਖੁੱਲੇ ਮੈਦਾਨ 'ਚ ਨੱਠੇ ਕਰਦੇ ਸੀ, ਪਾਰਕਾਂ 'ਚ ਚੱਲ ਜਾ ਜੀ, ਬੜੇ ਔਖੇ ਆ। ਮੁੜ ਕੇ ਦੁਬਾਰਾ ਬੰਦ ਹੋ ਗਏ ਜੀ। ਹਾਂਜੀ ਬਹੁਤ ਸੋਹਣਾ ਸੀ ਦਿਲ ਨੂੰ ਹੌਸਲਾ ਹੋ ਗਿਆ ਸੀ ਕਿ ਹੁਣ ਹਟਣ ਲੱਗੀ ਆ। ਹਾਂਜੀ ਹਟਣ ਤਾਂ ਜਾਣਾ ਸੀਗਾ ਕਿਉਂਕਿ ਤੁਹਾਨੂੰ ਪਤਾ ਹੀ ਵੀ ਆਪਾਂ ਥੋੜ੍ਹੀ ਬਹੁਤੀਆਂ ਗੜਬੜਾਂ ਜ਼ਰੂਰ ਕੀਤੀਆਂ ਹੈਗੀਆਂ। ਹਾਂਜੀ ਉਹ ਗੜਬੜਾਂ ਦਾ ਜਿਹੜਾ ਰਿਜ਼ਲਟ ਆ ਹੁਣ ਉਹ ਨਿਕਲਣਾ ਸ਼ੁਰੂ ਹੋਇਆ ਹੈਗਾ। ਤੇ ਪ੍ਰੋਬਲਮ ਜ਼ਿਆਦਾ ਵੱਧ ਗਈ ਹੋ ਆ ਨਾ ਤੁਸੀਂ ਵੀ ਜਿੱਦਾਂ ਤੁਸੀਂ ਦੱਸਿਆ ਮੈਂ ਤਾਂ ਆਰਾਮ ਵੀ ਸੁਣ ਕੇ ਤੁਹਾਡੀ ਗੱਲ ਜੀ। ਹਾਂਜੀ ਕਈ ਵਾਰੀ ਆਪਾਂ ਨੂੰ ਜਿਹੜੀਆਂ ਨਾ ਇੰਗਲਿਸ਼ ਵਿੱਚ ਗੱਲਾਂ ਬਾਤਾਂ ਆਪਾਂ ਕਰਦੇ ਤੇ ਕਈ ਵਾਰੀ ਆਪਾਂ ਉਹਨੂੰ ਸਮਝ ਨਹੀਂ ਬਹੁਤ ਸਾਰੇ ਭੈਣ ਭਰਾਵਾਂ ਨੂੰ ਲੱਗਦੀ ਤੇ ਅਸੀਂ ਕੋਸ਼ਿਸ਼ ਕਰ ਤੁਸੀਂ ਜਾਇ ਕਈ ਸਮਝੇ ਚਾਹੇ ਨਾ ਸਮਝੇ ਤੁਸੀਂ ਆਪਣਾ ਕੰਮ ਕਰੀ ਜਾਓ। ਥੈਂਕ ਯੂ। ਹਾਂਜੀ ਅਸੀਂ ਤਾਂ ਸਮਝਾਉਣ ਦੀ ਗੱਲ ਕਰਦੇ ਵੀ ਸਾਨੂੰ ਸਾਰਿਆਂ ਨੂੰ ਪਤਾ ਲੱਗ ਜਾਵੇ। ਹਾਂਜੀ ਚਾਹੇ ਕੋਈ ਸੁਣੇ ਚਾਹੇ ਨਾ ਸੁਣੇ, ਤੁਸੀਂ ਆਪਣਾ ਰੱਬ ਵਾਂਗ ਕੰਮ ਕਰਾਈ ਜਾਓ। ਹਾਂਜੀ ਬਿਲਕੁਲ। ਅਸੀਂ ਤਾਂ ਜੀ ਆਏ ਉੱਦਾਂ ਅਸੀਂ ਮੰਡੇ ਨੂੰ ਪ੍ਰੋਗਰਾਮ ਕਰਦੇ ਹੁੰਦੇ 6 ਤੋਂ 7, ਪਰ ਅੱਜ ਅਸੀਂ ਇਸੇ ਕਰਕੇ ਆਏ ਆ ਬਈ ਲੋਕਾਂ ਨੂੰ ਥੋੜਾ ਜਿਹਾ ਘਰਾਂ 'ਚ ਬੈਠਿਆਂ ਨੂੰ ਪਤਾ ਲੱਗੇ ਬਈ ਇਹ ਪ੍ਰੋਬਲਮ ਜ਼ਿਆਦਾ ਵਧੀ ਹੋਏ, ਇਹਨੂੰ ਆਪਾਂ ਕਿੱਦਾਂ ਘਟਾਉਣਾ ਹੈ। ਨਵੀਆਂ ਗੱਲਾਂ ਆਈਆਂ ਬਹੁਤ ਮਿਹਰਬਾਨੀ ਤੁਹਾਡੀ ਕਰਕੇ ਟੀਵੀ ਦੀ, ਬਹੁਤ ਮੁਬਾਰਕਾਂ ਹੋਣ ਤੁਹਾਨੂੰ ਜੀ। ਤੇ ਤੁਸੀਂ ਕਈ ਵਾਰੀ ਗਾਉਂਦੇ ਵੀ ਹੁੰਦੇ, ਬਹੁਤ ਸੋਹਣੇ ਲੱਗਦੇ ਹੁੰਦੇ, ਤੁਸੀਂ ਕਈ ਵਾਰੀ ਗਾਉਂਦੇ ਹੁੰਦੇ। ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ। ਸਤਿ ਸ੍ਰੀ ਅਕਾਲ ਜੀ। ਥੈਂਕ ਯੂ ਤੁਹਾਡਾ ਬਹੁਤ ਬਹੁਤ ਜੀ। ਹਾਂਜੀ ਦੋਸਤੋ, ਇਹ ਸੀ ਸੁਰਿੰਦਰ ਕੌਰ ਜੀ ਬਰਮਿੰਘਮ ਤੋਂ ਜੀ। ਬਹੁਤ ਚੰਗੀਆਂ ਸੋਹਣੀ ਗੱਲਾਂ ਬਾਤਾਂ ਕਰਕੇ ਗਏ ਆ। ਹਾਂਜੀ ਜਿਹੜੇ ਭੈਣ ਭਰਾ ਦੇਖਦੇ ਆ, ਚਲੋ ਆਪਾਂ ਵੀ ਘਰਾਂ ਚੋਂ ਟਾਈਮ ਕੱਢ ਕੇ ਆਈਦਾ ਆ ਤੇ ਅਸੀਂ ਇਸੇ ਕਰਕੇ ਆਈਦਾ ਵੀ ਅਸੀਂ ਵੀ ਠੀਕ ਹੈ ਨਹੀਂ, ਪਰ ਅਸੀਂ ਕਹਿੰਦੇ ਆ ਜਿਹੜਾ ਭੈਣ ਭਰਾ ਸਾਡੇ ਘਰਾਂ 'ਚ ਬੈਠੇ ਉਹ ਸਾਰੇ ਇੱਦਾਂ ਬਸ ਫੈਮਲੀਆਂ ਆਪਣੀਆਂ ਹੱਸਦੀਆਂ ਖੇਲਦੀਆਂ ਰਹਿਣ, ਇੱਦਾਂ ਉਹਨਾਂ ਨੂੰ ਖੁਸ਼ ਦੇਖੀਏ, ਬਸ ਇੱਦਾਂ ਅਸੀਂ ਤਾਂ ਚਾਹੁੰਦੇ ਹਾਂ ਜਿੰਨੀ ਵੀ ਦੁਨੀਆ ਆਪਣੇ ਘਰਾਂ 'ਚ ਠੀਕ ਠਾਕ ਰਹੇ। ਇੱਥੇ ਆਪਾਂ ਨੂੰ ਸਾਰਾ ਕੁਝ ਪਰਮਾਤਮਾ ਨੇ ਦਿੱਤਾ ਆ। ਤਾਂ ਇੰਡੀਆ 'ਚ ਦੇਖੋ ਰੋਟੀ ਦੇ ਸੰਦੇ ਪਏ ਆ, ਉਸ ਕਰਕੇ ਦੁਨੀਆ ਬਾਹਰ ਨੂੰ ਤੁਰੀ ਫਿਰਦੀ ਆ। ਆਪਾਂ ਨੂੰ ਇੱਥੇ ਸਭ ਕੁਝ ਮਿਲਦਾ, ਕੱਪੜਾ ਵੀ, ਰੋਟੀ ਵੀ, ਘਰ ਵੀ ਆਪਣੇ ਕੋਲ ਹੈਗੇ ਆ। ਤਾਂ ਇਸ ਕਰਕੇ ਆਪਾਂ ਇੱਕ ਦੂਜੇ ਨੂੰ ਬਚਾ ਸਕਦੇ ਆ, ਇੱਕ ਦੂਜੇ ਦੀ ਕੇਅਰ ਕਰ ਸਕਦੇ ਆ ਆਪਾਂ, ਹੈ ਨਾ ਜੀ। ਦੇਖੋ ਮੈਂ ਤਾਂ ਕਹਿੰਦਾ ਵੀ ਇੰਨੀਆਂ ਚੰਗੀਆਂ ਸਰਕਾਰਾਂ ਹੈਗੀਆਂ ਵੀ ਸਾਰਿਆਂ ਦਾ ਦੇਖਦੀਆਂ ਹੈਗੀਆਂ ਵੀ ਸੋਚਦੇ ਆ ਪਹਿਲਾਂ ਬੈਠ ਕੇ ਵੀ ਅਸੀਂ ਗੱਲ ਜੇ ਕੋਈ ਕਰਨੀ ਹੈ ਨਾ ਲੋਕਾਂ ਦੇ ਵਿੱਚ, ਜੇ ਕੋਈ ਦੱਸਣਾ ਅਸੀਂ ਤੇ ਉਹ ਅਸੀਂ ਪਰਿਵਾਰਾਂ ਨੂੰ ਨੁਕਸਾਨ ਨਾ ਹੋਵੇ ਉਹੀ ਸੋਚੀ ਜਾਂਦੇ ਆ ਜੀ। ਇਹ ਹੁਣ ਇਹ ਵੀ ਸੋਚਦੇ ਵੀ ਜੇ ਬਿਜ਼ਨਸ ਬੰਦ ਹੋਏ ਜਾਂ ਕੋਈ ਗੱਲਬਾਤ ਹੋਈ, ਕਈ ਸੋਚਦੇ ਆ ਵੀ 10 ਵਜੇ ਸਾਡਾ ਬਿਜ਼ਨਸ ਬੰਦ ਹੋ ਜਾਣਾ, ਸਾਨੂੰ ਉਹ ਵੀ ਘਾਟਾ ਲੱਗਦਾ ਤਾਂ ਉਹ ਕਹਿੰਦੇ ਸਾਨੂੰ ਜਿਹੜੇ ਇਹਦੇ ਬਦਲੇ ਵੀ ਮੁਆਵਜ਼ਾ ਮਿਲੇ ਜਾਣਾ। ਹਾਂਜੀ ਮੈਂ ਇਹ ਗੱਲਾਂ ਵੀ ਸੁਣੀਆਂ ਹੈਗੀਆਂ। ਜਦੋਂ ਤੁਸੀਂ ਸਾਰਾ ਕੁਝ ਦੇਖਦੇ ਰਹਿੰਦੇ ਥੋੜਾ ਬਹੁਤਾ ਹੁੰਦੇਗਾ ਵੱਧ ਮਾਰ ਲੈਂਦੇ ਹਾਂਜੀ। ਤੇ ਉਹ ਜਿਹੜੇ ਬਿਜ਼ਨਸਮੈਨ ਆ ਉਹ ਕਹਿੰਦੇ ਜੇ 10 ਵਜੇ ਤੋਂ ਸਾਡਾ ਕੰਮ ਹੀ ਕਈਆਂ ਦੇ ਰਾਤ ਨੂੰ ਚੱਲਦੇ, 9-10 ਵਜੇ ਖਾਣੇ ਪੀਣੇ ਦੇ ਕਈਆਂ ਦੇ ਚੱਲਦੇ ਬਾਹਰ, ਉਹ ਕਹਿੰਦੇ ਸਾਨੂੰ ਇਸ ਗੱਲ ਦਾ ਵੀ ਘਾਟਾ ਹੈਗਾ। ਸੋ ਉਹਨਾਂ ਵੱਲੋਂ ਸ਼ਾਇਦ ਦੇਖੋ ਕਿੱਦਾਂ ਦੀ ਆਉਣ ਵਾਲੇ ਸਮੇਂ ਵਿੱਚ ਆਵਾਜ਼ ਉੱਠਦੀ ਆ ਵੀ ਉਹ ਮੁਆਵਜ਼ੇ ਲਈ ਜਾਂ ਪੈਸੇ ਲਈ ਕਿੱਦਾਂ ਦੀ ਗੱਲਬਾਤ ਚੱਲਦੀ ਹੈਗੀ ਆ। ਆਪਾਂ ਨੂੰ ਪਤਾ ਜੇ ਫੈਮਲੀਆਂ ਖਾਣ ਜਾਂਦੀਆਂ, ਜਿੱਦਾਂ ਸਾਰੇ ਬੱਚੇ ਖਾਣ ਜਾਂਦੇ 12 ਵਜੇ 1 ਵਜੇ। ਪਹਿਲਾਂ ਵੀ ਬਿਜ਼ਨਸਾਂ ਨੂੰ ਸਾਰਿਆਂ ਨੂੰ ਪੈਸਾ ਦਿੱਤਾ ਹੈਗਾ ਜਿਨ੍ਹਾਂ ਨੂੰ ਵੀ ਦੇ ਸਕਦੇ ਸੀ। ਹੁਣ ਆਪਾਂ ਜਾਂਦੇ ਕੋਲ ਵੱਲ ਜੀ। ਹੈਲੋ ਜੀ। ਜੈ ਕਰਦੇ ਭੈਣ ਜੀ। ਧੰਨ ਗੁਰਦੇਵ ਜੀ। ਬਾਜੀ ਹੁਣਾਂ ਨੇ ਵੀ ਜੈ ਕਰਦੇ ਆਪ ਜੀ ਨੂੰ ਵੀ। ਹਾਂਜੀ ਮੈਨੂੰ ਲੱਗਦਾ ਵੀ ਗੁਰਮੀਤ ਕੌਰ ਜੀ ਤੁਹਾਡਾ ਬਹੁਤ ਬਹੁਤ। ਹਾਂਜੀ ਮੈਂ ਤਾਂ ਤੁਸੀਂ ਪ੍ਰੋਗਰਾਮ ਇੰਨੇ ਦੂਏ ਦੇ ਵਿੱਚ ਵੀ ਤੁਸੀਂ ਦੂਜੀ ਵਾਰੀ ਆਏ ਆ ਪ੍ਰੋਗਰਾਮ ਲੈ ਕੇ। ਹਾਂਜੀ ਇਹ ਸਭ ਨਾਲ ਤੁਸੀਂ ਦੱਸਣ ਮਾਰੇ ਆਏ ਆ ਕਿ ਆਪਣਾ ਵਿਚਾਰ ਰੱਖੋ ਜੀ। ਤੇ ਇਹ ਤਾਂ ਬਹੁਤ ਚਿਰ ਦੇ ਕਈ ਜਾਂਦੇ ਤੇ ਫੇ ਆਉਣਾ ਪਰ ਹੁਣ ਇਹ ਜ਼ਿਆਦਾ ਹੀ ਵੱਧ ਗਈ ਆ। ਆਪਾਂ ਨੂੰ ਸਾਰਿਆਂ ਨੂੰ ਆਪਣਾ ਵਿਚਾਰ ਰੱਖਣਾ ਚਾਹੀਦਾ ਆ ਜੀ। ਜਿੱਦਾਂ ਕਹਿੰਦੇ ਸਨ ਆਪਾਂ ਨੂੰ ਤਾਂ ਵਿਚਾਰ ਬੱਚਿਆਂ ਦਾ ਵੀ, ਆਪਣਾ ਵੀ, ਦੂਜੇ ਜਣੇ ਦਾ ਵੀ, ਸਭ ਦਾ ਇਹ ਆਪਾਂ ਨੂੰ ਵਿਚਾਰ ਰੱਖਣਾ ਚਾਹੀਦਾ ਆ। ਹਾਂਜੀ ਗੁਰਮੀਤ ਕੌਰ ਜੀ ਇਹ ਹਰ ਰੋਜ਼ ਹੁਣ ਵੱਧ ਰਿਹਾ ਹੈਗਾ। ਕਈ ਵਾਰੀ ਆਪਾਂ ਨਾ ਅਸੀਂ ਇਹ ਦੇਖਿਆ ਸਾਡੀ ਜਿਹੜੀ ਕਮਿਊਨਿਟੀ ਹੈ ਨਾ, ਬਹੁਤੀ ਮੈਜੋਰਿਟੀ ਜਿਹੜੀ ਅਸੀਂ ਦੇਖਦੇ ਹਾਂ ਜਿਨ੍ਹਾਂ 'ਚ ਅਸੀਂ ਘੁੰਮਦੇ ਫਿਰਦੇ ਹਾਂ ਉਹਨਾਂ 'ਚ ਅਸੀਂ ਦੇਖਦੇ ਹਾਂ ਡਰਾਮਿਆਂ ਡਰੂਮਿਆਂ ਦੁਆਲੇ ਲੱਗੇ ਰਹਿੰਦੇ, ਉਹੀ ਦੇਖਦੇ ਰਹਿੰਦੇ ਤੇ ਉਹਨਾਂ ਨੂੰ ਇਹ ਪਤਾ ਨਹੀਂ ਲੱਗਦਾ ਵੀ ਹੋਰ ਕੀ ਕੁਝ ਹੋ ਰਿਹਾ ਹੈਗਾ। ਨਹੀਂ ਬਾਜੀ ਇਹ ਵੀ ਟਾਈਮ ਦੇਖਣੇ ਚਾਹੀਦੇ। ਮੈਂ ਤੁਹਾਡਾ ਦੁਪਹਿਰੇ ਰਿਪੀਟ ਆਇਆ ਸੀ ਤੇ ਮੈਂ ਹੁਣ ਜਦ ਆਇਆ ਤਾਂ ਫਿਰ ਤੁਹਾਡਾ ਪ੍ਰੋਗਰਾਮ ਮੈਂ ਕਿਹਾ ਤੇ ਟੈਲੀਫੋਨ ਲਿਖਿਆ ਲਾਈਵ ਆਇਆ ਆ
ਤੇ ਬਹੁਤ ਵਧੀਆ ਜਿਹੜਾ ਤੁਸੀਂ ਇਦਾਂ ਦੇ ਟਾਈਮ ਵਿੱਚ ਤੇ ਆਪਣੀਆਂ ਸਿਹਤਾਂ ਨਹੀਂ ਠੀਕ ਫੇਰ ਵੀ ਟਾਈਮ ਕੱਢਦੇ ਆ ਤੁਹਾਡਾ ਇੰਨਾ ਹੀ ਬਹੁਤ ਸ਼ਾਬਾਸ਼ੀ ਆ ਤੁਹਾਡੇ। ਆਪਾਂ ਨੂੰ ਹੁਣ ਦੇਖੋ ਆਪਾਂ ਨੂੰ ਆਹ ਮੀਡੀਆ ਮਿਲਿਆ ਜੇ ਆਪਾਂ ਇੱਥੇ ਕਿਸੇ ਦਾ ਭਲਾ ਕਰ ਸਕਦੇ ਆ ਤਾਂ ਅਸੀਂ ਤੰਗ ਹੋ ਕੇ ਵੀ ਆਈਦਾ ਵੀ ਚੱਲ ਕਿਸੇ ਦੀ ਜ਼ਿੰਦਗੀ ਬਚ ਜਾਵੇ ਤਾਂ ਵਧੀਆ ਆ। ਹਾਂਜੀ ਹਨਾ ਜੀ ਨਹੀਂ ਪਤਾ ਹੀ ਸਿਹਤਾਂ ਦਾ ਤੇ ਆਪਾਂ ਨੂੰ ਭੈਣ ਜੀ ਫੇਰ ਵੀ ਆ ਟਾਈਮ ਕੱਢਦੇ ਆ ਬਹੁਤ ਤੁਹਾਡਾ ਇਹ ਧੰਨਵਾਦ ਜੇ ਤੁਸੀਂ ਟਾਈਮ ਕੱਢ ਕੇ ਆਉਂਦੇ ਆ ਤੇ ਸਾਰਿਆਂ ਨੂੰ ਦੱਸਦੇ ਆ ਤੁਹਾਡਾ ਬਹੁਤ ਬਹੁਤ ਇਹ ਧੰਨਵਾਦ ਆ ਤੇ ਸਾਰਿਆਂ ਨੂੰ ਆਪਾਂ ਆਪਣੇ ਵਿਚਾਰ ਰੱਖਣੇ ਚਾਹੀਦੇ ਹਰ ਕਿਸੇ ਦੇ। ਜੀ ਠੀਕ ਹੈ ਜੀ ਹਾਂਜੀ ਜੈ ਗੁਰਦੇਵ ਜੀ ਤੁਹਾਡਾ ਬਹੁਤ ਬਹੁਤ ਧੰਨ ਗੁਰਦੇਵ ਜੀ ਤੁਸੀਂ ਵੀ ਖਿਆਲ ਰੱਖਿਓ ਜੀ। ਹਾਂਜੀ ਹਾਂਜੀ ਬਹੁਤ ਚੰਗੀਆਂ ਗੱਲਾਂ ਬਾਤਾਂ ਕੀਤੀਆਂ ਔਰ ਹੁਣ ਟਾਈਮ ਮੈਨੂੰ ਲੱਗਦਾ ਥੋੜਾ ਆਪਣਾ ਰਹਿੰਦਾ ਜਾਂਦਾ ਤੇ ਆਪਾਂ ਥੋੜੀ ਜਿਹੀ ਗੱਲਬਾਤ ਹੋਰ ਕਰਨੀ ਹੈਗੀ ਆ। ਗੱਲ ਇਹ ਆ ਵੀ ਜਿਹੜੀ ਅਸੀਂ ਨਾ ਏਸ਼ੀਅਨ ਮਾਈਨੋਰਿਟੀ ਸਾਡੀ ਆਪਣੀ ਇੰਡੀਆ ਪਾਕਿਸਤਾਨ ਬੰਗਲਾਦੇਸ਼ ਵਗੈਰਾ ਜਿਹੜੀ ਸਾਡੀ ਡਾਰਕ ਸਕਿਨ ਵਾਲੇ ਲੋਕ ਇੱਥੇ ਹੈਗੇ ਆ ਇਹਨਾਂ ਦੀ ਗੱਲਬਾਤ ਹੈਗੀ ਆ ਵੀ ਇਹਨਾਂ ਨੂੰ ਪਿਛਲੀ ਵਾਰੀ ਵੀ ਕਾਫੀ ਇਹਦੀ ਲਪੇਟ ਵਿੱਚ ਆਏ ਸੀ ਤਾਂ ਕਾਫੀ ਇਹਨਾਂ ਦੀ ਗਿਣਤੀ ਵਧੀ ਸੀਗੀ ਇਹਨਾਂ ਦਾ ਡੈਥ ਰੇਟ ਕਾਫੀ ਹੋ ਗਿਆ ਸੀ ਤੇ ਹੁਣ ਵੀ ਅਸੀਂ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਆਪਣਾ ਵਿਚਾਰ ਰੱਖੋ ਕਿਉਂਕਿ ਜਿਹੜਾ ਸਾਡਾ ਇਮਿਊਨ ਸਿਸਟਮ ਹੈ ਉਹ ਹੋਰ ਤਰ੍ਹਾਂ ਦਾ ਇਹਨਾਂ ਲੋਕਾਂ ਦਾ ਹੋਰ ਤਰ੍ਹਾਂ ਦੇ ਜਿੱਥੇ ਅਸੀਂ ਆ ਕੇ ਸਾਡੇ ਲਈ ਬੇਗਾਨਾ ਦੇਸ਼ ਹੈ ਤੇ ਇਹਦੇ ਵਿੱਚ ਅਸੀਂ ਆ ਕੇ ਭਾਵੇਂ ਕਾਫੀ ਦੇਰ ਤੋਂ ਰਹਿੰਦੇ ਆ ਫਿਰ ਵੀ ਸਾਡੇ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਹੋ ਸਕਦੀਆਂ ਅਜੇ ਇਹ ਗੱਲਾਂ ਬਹੁਤੀਆਂ ਸਾਹਮਣੇ ਨਾ ਵੀ ਆਈਆਂ ਹੁਣ ਪਰ ਕਾਫੀ ਕੁਝ ਨੁਕਸਾਨ ਹੋਇਆ ਹੈਗਾ ਇਹ ਹੁਣ ਆਪਣੀਆਂ ਫੈਮਲੀਆਂ 'ਚ ਹੀ ਹੋਇਆ ਹੁਣ ਆਪਾਂ ਜਿੰਨੇ ਆਪਾਂ ਦੇਖੇ ਆ ਜਿੱਦਾਂ ਉਹ ਵਾਪਸ ਥੋੜ੍ਹੀ ਚੀਜ਼ਾਂ ਆ ਜਾਂਦੀਆਂ ਮੁੜ ਕੇ ਹੁਣ ਅਸੀਂ ਥੋੜੀ ਜਿਹੀ ਗੱਲ ਕਰ ਲਈਏ ਬਹੁਤਾ ਪਤਾ ਵੀ ਨਹੀਂ ਲੱਗਦਾ ਹੈ ਅਮਰੀਕਾ ਦੇ ਵਿੱਚ 2 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹੈਗੀਆਂ ਜੇ ਅਸੀਂ ਦੱਸਦੇ ਤਾਂ ਪਤਾ ਲੱਗਦਾ ਉਸ ਗੱਲ ਦਾ ਹਨਾ ਨਹੀਂ ਤਾਂ ਚੁੱਪ ਜਿਹਾ ਹੋ ਜਾਂਦੇ ਹੈਗੇ। ਹੈਲੋ ਜੀ। ਹੈਲੋ ਭੈਣ ਜੀ ਤੁਹਾਨੂੰ ਜੈ ਗੁਰਦੇਵ ਰਾਣੀ। ਧੰਨ ਗੁਰਦੇਵ ਜੀ ਕੌਣ ਤਾਂ ਕਿੱਥੋਂ ਬੋਲ ਰਹੇ? ਮੈਂ ਬਾਰਮਿੰਘਮ ਤੋਂ ਸਵਰਨ ਕੌਰ ਬੋਲਦੀ ਆ। ਹਾਂਜੀ ਸਵਰਨ ਕੌਰ ਜੀ ਬਾਰਮਿੰਘਮ ਤੋਂ। ਥੈਂਕ ਯੂ ਤੁਸੀਂ ਬਹੁਤ ਤੁਹਾਡਾ ਥੈਂਕ ਯੂ ਭਾਜੀ ਦਾ ਤੁਹਾਡਾ ਜਿਹੜਾ ਤੁਸੀਂ ਸਾਨੂੰ ਦੱਸਦੇ ਆ ਨਾ। ਹਾਂਜੀ 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 ਹੈਲੋ ਕੀ ਕਹਿਣਾ ਚਾਹੁੰਦੇ ਜੀ? ਹਾਂਜੀ ਥੈਂਕ ਯੂ ਤੁਹਾਡਾ ਬਹੁਤ ਸਾਨੂੰ ਤੁਸੀਂ ਦੱਸਦੇ ਸਾਨੂੰ ਸਿਆਣਿਆਂ ਨੂੰ ਨਾ। ਠੀਕ ਹੈ ਜੀ ਹੋਰ ਕੁਝ ਕਹਿਣਾ ਚਾਹੋਗੇ ਆਪਣੇ ਏਰੀਆ ਦਾ ਕੋਈ ਹਾਲ ਚਾਲ? ਚਲੇ ਗਿਆ ਮਿਹਰਬਾਨੀ ਤੁਹਾਡੀ ਹੈ ਨਾ। ਠੀਕ ਹੈ ਜੀ ਥੈਂਕ ਯੂ ਹਾਂਜੀ ਪਹਿਲਾਂ ਵੀ ਆਏ ਸੀ ਇੱਕ ਦਿਨ ਤੇ ਉਦੋਂ ਵੀ ਥੈਂਕ ਯੂ ਕਰਕੇ ਚਲ ਗਏ ਸੀ ਚਲੋ ਕੋਈ ਨਹੀਂ ਆਪਾਂ ਹੌਲੀ ਹੌਲੀ ਲੱਗ ਪੈਣਾ ਗੱਲਾਂ ਬਹੁਤ ਸਾਰੀਆਂ ਕਰਨ। ਹਾਂਜੀ ਸੋ ਦੋਸਤੋ ਇੱਥੇ ਜੇ ਤੁਸੀਂ ਕਾਨੂੰਨ ਨੂੰ ਤੋੜੋਗੇ ਤਾਂ ਘੱਟੋ ਘੱਟ ਤੁਹਾਨੂੰ 200 ਪਾਉਂਡ ਜੁਰਮਾਨਾ ਹੈਗਾ 200 ਤੋਂ ਸ਼ੁਰੂ ਆ ਔਰ ਜੇ ਕੋਈ ਵਾਇਰਸ ਵਾਲਾ ਇੱਧਰ ਉੱਧਰ ਘੁੰਮਦਾ ਤਾਂ ਉਹ ਤਾਂ 10,000 ਤੱਕ ਗੱਲ ਹੈਗੀ ਆ ਜੀ। ਤੇ ਹੁਣ ਦਫ਼ਤਰ ਦੇ ਕੰਮਾਂ ਨੂੰ ਵੀ ਅਸੀਂ ਤੁਹਾਨੂੰ ਦੱਸ ਦਿੱਤਾ ਵੀ ਜਿਹੜੇ ਤੁਸੀਂ ਇੱਦਾਂ ਜਾਣਾ ਹੈਗਾ ਜੀ। ਤੇ ਜਿਹੜੀ ਨਾ ਵੈਡਿੰਗ ਦੀ ਗੱਲ ਹੈ ਉਹ ਵੀ ਤਾਂ ਆਪਾਂ ਕਰ ਲਈਏ 15 ਬੰਦੇ ਹੋ ਗਏ 10 30 ਤੋਂ 15 ਹੋ ਗਏ ਤੇ ਜੇ ਕੋਈ ਫਿਊਨਰਲ ਵਗੈਰਾ ਹੈਗਾ ਨਾ ਉਹਦੇ ਉੱਤੇ 30 ਬੰਦੇ ਜਾ ਸਕਦੇ ਹੈਗੇ ਆ ਜੀ। ਤੇ ਉਹ ਜਾਣੀ ਵੀ ਇੰਨੀ ਕੁ ਛੋਟ ਆਪਾਂ ਨੂੰ ਹੈਗੀ ਉਹ ਤੇ ਇਕੱਲੇ ਆਪਾਂ ਬੈਠ ਕੇ ਉਹ ਚਲੋ ਹੁਣ ਟਾਈਮ ਉਹ ਗੱਲਾਂ ਤਾਂ ਕਰਨੀਆਂ ਪੈਣੀਆਂ ਸਾਰੀਆਂ ਜੋ ਕੁਝ ਜ਼ਿੰਦਗੀ ਦੇ ਵਿੱਚ ਹੈਗਾ। ਦੂਜੀ ਗੱਲ ਹੈ ਜਿਹੜਾ ਨਾ ਆਪਾਂ ਕਹਿੰਦੇ ਲੋਕਲ ਜਿਹੜਾ ਲੋਕਡਾਊਨ ਇਹਦੇ ਵਿੱਚ ਆਪਾਂ ਇੱਕ ਦੂਜੇ ਦੇ ਘਰ ਨਹੀਂ ਜਾਣਾ ਪਰ ਜਿਹੜਾ ਲੋਕਲ ਇਹ ਤੋਂ ਬਿਨਾਂ ਜਿਹੜੇ ਏਰੀਆ ਜਿੱਥੇ ਘੱਟ ਵਾਇਰਸ ਹੈਗਾ ਉੱਥੇ ਦੀ ਕੰਡੀਸ਼ਨ ਤੁਹਾਨੂੰ ਦੱਸਦੇ ਕਈ ਵਾਰੀ ਕਨਫਿਊਜ਼ਨ ਬਣਿਆ ਰਹਿੰਦਾ ਉੱਥੇ ਕਹਿੰਦੇ ਵੀ 6 ਤੋਂ ਵੱਧ ਨਹੀਂ ਤੁਸੀਂ ਇਕੱਠੇ ਹੋਣਾ ਜੀ। ਉਹ ਵੀ ਹੁਣ ਅਸੀਂ ਕਾਲ ਵੱਲ ਜਾਂਦੇ ਜੀ। ਹੈਲੋ ਜੀ। ਹੈਲੋ ਭਾਜੀ ਜੈ ਗੁਰਦੇਵ ਜੀ। ਧੰਨ ਗੁਰਦੇਵ ਸਾਹਿਬ ਤੁਹਾਨੂੰ ਵੀ ਜੈ ਗੁਰਦੇਵ। ਗਗਨ ਸਾਹਿਬ ਲੱਗਦੇ ਮੈਨੂੰ ਜੀ। ਹਾਂਜੀ ਗਗਨ ਜੀ ਸਵਾਗਤ ਹੈ ਕੀ ਕਹਿਣਾ ਚਾਹੁੰਦੇ ਤੁਸੀਂ? ਠੀਕ ਆ ਭੈਣ ਜੀ ਵਧੀਆ ਬਸ। ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ? ਸਿਹਤ ਠੀਕ ਜੀ ਸਿਹਤ ਗਗਨ ਸਿਹਤ ਠੀਕ ਹੈ। ਪਹਿਲੀ ਗੱਲ ਤਾਂ ਬਹੁਤ ਬਹੁਤ ਥੈਂਕ ਯੂ ਤੁਹਾਡਾ ਬਹੁਤ ਜਿਹੜਾ ਤੁਸੀਂ ਆਪਣੇ ਸਮਾਜ ਨੂੰ ਜਿਹੜਾ ਨਾ ਜਾਣਕਾਰੀ ਕਰਾਉਂਦੇ ਆ ਜੀ ਜਿਹੜੇ ਪੈਰਾਡਾਈਮਿਕ ਬਾਰੇ। ਹਾਂਜੀ ਜੀ ਤੇ ਖਾਂਸੀ ਟੀਵੀ ਦਾ ਬਹੁਤ ਥੈਂਕ ਯੂ ਕਿ ਮੀਡੀਆ ਆਪਣਾ ਸਮਾਜ ਦਾ ਤੇ ਸਮਾਜ ਦੇ ਫਾਇਦੇ ਦੀ ਗੱਲ ਕਰਦਾ। ਬਿਲਕੁਲ ਹਾਂਜੀ। ਤੇ ਉਹ ਜਿਹੜੇ ਤੁਸੀਂ ਪ੍ਰੋਗਰਾਮ ਕਰਦੇ ਆ ਜਿਹੜੇ ਸਾਡੇ ਪ੍ਰੈਜ਼ੈਂਟਰਸ ਵੀ ਆ ਉਹਦਾ ਬਹੁਤ ਧੰਨਵਾਦ ਹੈ। ਅਸੀਂ ਭਾਵੇਂ ਥੋੜਾ ਕਰੀਏ ਪਰ ਸਮਾਜ ਦੇ ਕੁਛ ਨਾ ਕੁਛ ਕਰਦੇ ਆ ਸਾਰੇ ਜੀ ਬਿਲਕੁਲ ਕੁਛ ਨਾ ਕੁਛ ਦਾ ਹਿੱਸਾ ਪਾਉਂਦੇ ਆ। ਬਿਲਕੁਲ ਜੀ ਪੋਜ਼ਿਟਿਵ ਹੀ ਆ ਸਾਰਾ ਕੁਛ। ਹਾਂਜੀ ਰਹੀ ਗੱਲ ਹੁਣ ਕੋਰੋਨਾ ਵਾਇਰਸ ਦੀ ਹਾਂਜੀ ਜਿਸ ਵਾਇਰਸ ਦਾ ਕੋਈ ਅਤਾ ਪਤਾ ਨਹੀਂ ਹੈਗਾ ਜਾਂ ਉਹਦੀ ਕੋਈ ਦਵਾਈ ਹੈ ਨਹੀਂ ਜਾਂ ਉਹਦਾ ਕੋਈ ਟੀਕਾ ਪਾਣੀ ਹੈ ਨਹੀਂ ਕੁਛ ਵੀ ਤਾਂ ਫਿਰ ਸਾਨੂੰ ਇੱਕੋ ਇੱਕ ਇਲਾਜ ਹੈ ਉਹਦੀ ਕੇਅਰ ਕਰਨੀ ਆਪਣੇ ਆਪ ਦੀ ਕੇਅਰ ਕਰਨੀ। ਹੁਣ ਗਵਰਨਮੈਂਟ ਕੱਲ ਨੂੰ ਜਾ ਕੇ ਕਹਿ ਨਹੀਂ ਸਕਦੀ ਤੂੰ ਬਰੇ ਰਹਿ ਹਾਂਜੀ ਸਾਨੂੰ ਆਪਣੀ ਸਿਹਤ ਆਪ ਹੀ ਧਿਆਨ ਰੱਖਣਾ ਪੈਣਾ ਜੀ। ਦੇਖੋ ਬਿਲਕੁਲ ਕਿਉਂਕਿ ਇਹਦਾ ਕਿਉਰ ਹੈ ਹੀ ਨਹੀਂ ਜੀ। ਉਹ ਕਹਿੰਦੇ ਹੁੰਦੇ ਫਿਰ ਬਾਅਦ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਜੇ ਪਹਿਲਾਂ ਨਾਲ ਆਪਾਂ ਸਹੀ ਰਹੇ ਤਾਂ। ਬਿਲਕੁਲ
ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਸਾਰਿਆਂ ਨੂੰ ਨਾ ਇਸ ਚੀਜ਼ ਨੂੰ ਸਮਝਣਾ ਚਾਹੀਦਾ ਵੀ ਇਹ ਬਹੁਤ ਡੇਂਜਰਸ ਬਿਮਾਰੀ ਆ, ਬਹੁਤ ਖਤਰਨਾਕ। ਹਾਂਜੀ, ਔਰ ਇਹਦਾ ਕੋਈ ਨਿਸ਼ਾਨ ਹੈ ਨਹੀਂ, ਹਾਲੇ ਤੱਕ ਹੈ ਨਹੀਂ। ਹਾਂਜੀ, ਜਦੋਂ ਇਹ ਉਸ ਲੈਵਲ ਤੇ ਪਤਾ ਲੱਗਦਾ ਜਦੋਂ ਬਹੁਤ ਲਾਗੇ ਪੀ ਜਾਂਦੇ ਅਸੀਂ ਜੀ ਲਪੇਟ ਵਿੱਚ ਆ ਜਾਂਦਾ ਜਦੋਂ ਬੰਦਾ। ਹਾਂਜੀ, ਜਦੋਂ ਪੂਰਾ ਚੱਕਰ ਵਿੱਚ ਫਸ ਜਾਂਦਾ ਫਿਰ ਪਤਾ ਲੱਗਦਾ। ਹਾਂਜੀ ਜੀ, ਇਹ ਕੈਚ ਈਜ਼ੀ ਹੋ ਜਾਂਦਾ ਪਰ ਚੋਂ ਨਿਕਲਣਾ ਮੁਸ਼ਕਿਲ ਹੈ। ਹਾਂਜੀ ਜੀ ਇਹ ਉਹੀ ਚੱਕਰ ਵੀ ਵਾਲੀ ਗੱਲ ਹੈ ਕਿ ਅੰਦਰ ਜਾਣਾ ਸੌਖਾ, ਬਾਹਰ ਨਿਕਲਣਾ ਔਖਾ। ਹਾਂਜੀ ਇਹਦੇ ਕਿਉਂਕਿ ਮੇਰੇ ਖਿਆਲ ਦੇ ਨਾਲ ਸਾਰਿਆਂ ਨੂੰ ਆਪਣੇ ਬੱਚਿਆਂ ਦਾ ਵੀ ਆਪਣੇ ਪਰਿਵਾਰਾਂ ਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਜੀ। ਜਿੰਨਾ ਹੋ ਸਕੇ ਜਿਹੜਾ ਆਪਣਾ ਖਾਣ ਪੀਣ ਆ ਉਹਦੀ ਬਿਲਕੁਲ ਸਹੀ ਵਰਤੋਂ ਕਰਨੀ ਚਾਹੀਦੀ ਆ। ਹਾਂਜੀ, ਜਿਹੜਾ ਨਾ ਖਾਣ ਪੀਣ ਆ ਉਹ ਇੱਕ ਆਪਣੇ ਆਪ ਨੂੰ ਜਿੱਦਾਂ ਨਾ ਬਿਮਾਰ ਨਾ ਕਰੇ ਕਿਸੇ ਨਾਲ ਪੁੱਤਰ ਜੀ ਜਾਂ ਖੰਘ ਰੇਸ਼ਾ ਨਾ ਹੋਵੇ, ਇਹ ਬਹੁਤ ਧਿਆਨ ਰੱਖਣਾ ਚਾਹੀਦਾ ਬੰਦੇ ਨੂੰ। ਜੀ ਠੰਡ ਬਾਕੀ ਤੁਹਾਡਾ ਧੰਨਵਾਦ ਬਹੁਤ। ਕੋਈ ਨਹੀਂ, ਆਪਾਂ ਜਲਦੀ ਮਿਲਾਂਗੇ। ਡੋਂਟ ਮਿਲਾਂਗੇ। ਹਾਂਜੀ, ਥੈਂਕ ਯੂ ਤੁਹਾਡਾ ਬਹੁਤ ਜੀ। ਥੈਂਕ ਯੂ, ਖਿਆਲ ਰੱਖਿਓ ਗਗਨ ਜੀ। ਸੋ ਇਹ ਸੀ ਗਗਨ ਜੀ ਜਿਨ੍ਹਾਂ ਨੇ ਆਪ ਨਾ ਠੀਕ ਹੋਣ ਦੇ ਬਾਵਜੂਦ ਵੀ ਜੀ ਬਹੁਤ ਚੰਗੀ ਐਡਵਾਈਸ ਦਿੱਤੀ ਹੈਗੀ ਸਾਰਿਆਂ ਨੂੰ। ਆਪ ਨਹੀਂ ਸਿਹਤ ਚੰਗੀ ਪਰ ਸਾਰੇ ਭੈਣਾਂ ਭਰਾਵਾਂ ਨੂੰ ਬਹੁਤ ਚੰਗੀ ਐਡਵਾਈਸ ਦਿੱਤੀ ਹੈ। ਇਹ ਇੱਕ ਪੋਜ਼ਿਟਿਵ ਜਿਹੜੀ ਐਨਰਜੀ ਹੁੰਦੀ ਬੰਦੇ ਦੇ ਅੰਦਰ, ਉਹ ਫਿਰ ਗੱਲਬਾਤ ਸਾਹਮਣੇ ਆਉਂਦੀ ਕਿਉਂਕਿ ਪੜ੍ਹੇ ਲਿਖੇ ਹੈਗੇ ਆ ਨਾ, ਬੱਲੋ ਬੱਲੀ ਉਹ ਗੱਲਾਂ ਆਉਂਦੀਆਂ ਸਾਹਮਣੇ ਵੀ ਅਸੀਂ ਦੱਸੀਏ, ਸੁਣਦੇ ਆ ਨਾ, ਸਮਝ ਲੱਗਦੀ ਸਾਰਾ ਕੁਝ ਵੀ ਕੀ ਗਵਰਨਮੈਂਟ ਕਹਿ ਰਹੀ ਆ। ਹਾਂਜੀ, ਅਸੀਂ ਗੱਲ ਕਰਦੇ ਸੀ ਵੀ 6 ਲੋਕ ਜਿਹੜੇ ਇਕੱਠੇ ਨਹੀਂ ਹੋਣੇ ਜਿੱਥੇ ਲੋਕਡਾਊਨ, ਜਿਹੜਾ ਨੈਸ਼ਨਲ ਲੋਕਡਾਊਨ ਹੈ। ਹਾਂਜੀ, ਜਿੱਥੇ ਨਹੀਂ ਵੀ ਹੈਗਾ ਉਹਦੇ ਵਿੱਚ ਇਦਾਂ ਹੁੰਦੀ ਹੈ ਵੀ ਜੇ ਤੁਸੀਂ ਘਰ ਦੇ 2 ਮੈਂਬਰ ਆ ਨਾ ਪਹਿਲਾਂ ਹੀ, ਤੁਹਾਡੇ ਕੋਲ 4 ਬੰਦੇ ਤਾਂ ਆ ਸਕਦੇ, ਉਹਨਾਂ 6 ਹੋ ਸਕਦੇ ਆ। ਜੇ ਤੁਸੀਂ ਘਰ ਵਿੱਚ 4 ਆ ਤਾਂ ਤੁਹਾਡੇ ਕੋਲ ਬਾਹਰੋਂ 2 ਆ ਕੇ ਆ ਸਕਦੇ ਹੈਗੇ। ਉਹ ਡਿਸਟੈਂਸ ਤਾਂ ਬਣਾਉਣਾ ਹੀ ਹੈਗਾ ਆ। ਵੀ ਇਹ ਨਾ ਹੋਵੇ ਪਹਿਲਾਂ ਹੀ 6 ਬੈਠੇ ਤਾਂ ਤੁਸੀਂ ਵੀ 6 ਜਾ ਕੇ ਬਹਿ ਜਾਓ। ਜੀ ਨਹੀਂ, ਤੁਸੀਂ ਇਹ ਸਮਝੋ ਵੀ ਅਸੀਂ 6 ਜਣੇ ਸਾਰੇ ਜਣੇ ਨਾਲ ਆਪਾਂ 6 ਹੋ ਸਕਦੇ, ਟੋਟਲ 6 ਹੋਣੇ ਚਾਹੀਦੇ ਆ, ਇਹ ਤੋਂ ਵੱਧ ਨਾ ਹੋਣ, ਤਾਂ ਕਿ ਬਹੁਤਾ ਜਿਹੜਾ ਸਪਰੈਡ ਦਾ ਆਲੇ ਦੁਆਲੇ ਲੋਕਾਂ ਤੱਕ ਇਹ ਨਾ ਪਹੁੰਚੇ। ਇਹ ਗੱਲਾਂ ਜਿਹੜੀਆਂ ਬਹੁਤ ਜ਼ਰੂਰੀ ਕਰਨ ਵਾਲੀਆਂ ਸੀਗੀਆਂ ਤੁਹਾਡੇ ਨਾਲ। ਹੋ ਸਕਦਾ ਵੀ ਸਾਡਾ ਟਾਈਮ ਵੀ ਨੇੜੇ ਤੇੜੇ ਹੁੰਦਾ ਜਾਂਦਾ ਹੋਵੇ, ਤੇ ਅਸੀਂ ਸੋਮਵਾਰ ਨੂੰ ਤਾਂ ਪ੍ਰੋਗਰਾਮ ਕਰਾਂਗੇ 6 ਵਜੇ, ਤੇ ਉਹ ਦੇਖੋ ਅਸੀਂ ਉਹਦੇ ਵਿੱਚ ਕੀ ਕੁਝ ਲਿਆਉਂਦੇ ਹੈਗੇ ਆ ਜੀ, ਵੀ ਉਹਨੂੰ ਕਿਹੜੇ ਅਸੀਂ ਤਾਂ ਕਹਿੰਦੇ ਪਰਮਾਤਮਾ ਸਾਰਾ ਕੁਝ ਠੀਕ ਠਾਕ ਕਰ ਦੇਵੇ, ਅਸੀਂ ਆਪਣੇ ਪ੍ਰੋਗਰਾਮ ਸਹੀ ਤਰੀਕੇ ਨਾਲ ਕਰੀਏ ਤਾਂ ਸਾਰੀ ਦੁਨੀਆ ਠੀਕ ਠਾਕ ਰਵੇ। ਅਸੀਂ ਤਾਂ ਇਹੀ ਦੁਆ ਕਰਦੇ ਆ ਕਿ ਸਾਰੇ ਸੋ ਇਹ ਮੈਂ ਇੱਕ ਹੋਰ ਗੱਲ ਦੱਸ ਦਵਾਂ, ਇਹ ਜਿਹੜੀਆਂ ਪਾਬੰਦੀਆਂ ਲੱਗੀਆਂ ਹੈਗੀਆਂ ਨਾ, ਇਹਦਾ ਖਿਆਲ ਰੱਖੋ। 6 ਮਹੀਨੇ ਤੱਕ ਤੁਹਾਡੇ ਉੱਤੇ ਲੱਗੀਆਂ ਹੈਗੀਆਂ। ਹਾਂਜੀ, 6 ਮਹੀਨੇ ਲਈ ਰਹਿਣੀਆਂ ਹੈਗੀਆਂ। ਜੋ ਵੀ ਪਾਬੰਦੀਆਂ ਤੁਹਾਨੂੰ ਦੱਸੀਆਂ ਹੈਗੀਆਂ, ਜੋ ਜਿੱਦਾਂ ਦੇ ਬਿਜ਼ਨਸ ਸਕੂਲਾਂ ਜਾਂ ਕਾਲਜਾਂ ਦੇ ਜਾਂ ਘਰਾਂ 'ਚ ਰਹਿਣ ਦੇ ਜਾਂ ਜੋ ਵੀ ਫੇਸ ਮਾਸਕ ਦੇ ਗੱਲਬਾਤ ਅਸੀਂ ਕੀਤੀ ਆ, 6 ਮਹੀਨੇ ਲਗਾਤਾਰ ਰਹਿਣਗੀਆਂ। ਇਹ ਤੋਂ ਬਾਅਦ ਜੇ ਫਿਰ ਵੀ ਤੁਸੀਂ ਕਾਬੂ ਨਾ ਆਏ ਤਾਂ ਤੁਹਾਡਾ ਇੰਤਜ਼ਾਮ ਫਿਰ ਹੋਰ ਤਰੀਕੇ ਨਾਲ ਕਹਿੰਦੇ ਕਰਾਂਗੇ ਅਸੀਂ, ਤੇ ਅੰਦਰ ਅਸੀਂ ਮਿਲਟਰੀ ਬੁਲਾ ਕੇ ਫਿਰ ਤੁਹਾਨੂੰ ਰੋਕਾਂਗੇ ਜੇ ਤੁਸੀਂ ਨਾ ਹੀ ਰੁਕੇ, ਨਾ ਹੀ ਵਾਇਰਸ ਥੱਲੇ ਨੂੰ ਹੋਇਆ ਤਾਂ। ਹਾਂਜੀ, ਬਾਕੀ ਸਾਰੇ ਭੈਣ ਭਰਾ ਜਿਨ੍ਹਾਂ ਨੇ ਵੀ ਫੋਨ ਕੀਤਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ, ਥੈਂਕ ਯੂ ਕਰਦੇ ਆ। ਇਦਾਂ ਹੀ ਜਿੱਦਾਂ ਹਿੱਸਾ ਲੈਂਦੇ ਰਿਹਾ ਕਰੋ, ਤਾਂ ਆਪਾਂ ਪ੍ਰੋਗਰਾਮ 'ਚ ਇਦਾਂ ਹੀ ਅੱਗੇ ਤੋਂ ਅੱਗੇ ਇਦਾਂ ਆਪਾਂ ਭੈਣ ਭਰਾਵਾਂ ਨੂੰ ਬਚਾਉਣ ਦੀ ਟਰਾਈ ਕਰਦੇ ਆ, ਤੇ ਫਿਰ ਵੀ ਅਸੀਂ ਆਪਣਾ ਖਿਆਲ ਰੱਖਿਓ, ਲੈ ਕੇ ਆਵਾਂਗੇ। ਤੇ ਸਾਡੇ ਵੱਲੋਂ ਅਸੀਂ ਗੁੱਡ ਨਾਈਟ ਆਪ ਸਭ ਨੂੰ ਜੀ।